ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਜਿਹੜੀ ਹੈਗੀ ਸਾਰੰਗ ਦੀ ਵਾਰ ਉਹਦੀ 14ਵੀਂ ਪੌੜੀ ਲੈਣੀ ਆ ਜੀ। ਆਪਾਂ ਨੇ 13 ਹੋ ਗਈਆਂ ਸੀਗੀਆਂ ਤੇ 14ਵੀਂ ਪੌੜੀ ਜਿਹੜੀ 1242 ਅੰਕ ਦੇ ਉੱਤੇ 1242 ਤੇ ਸ਼ੁਰੂ ਹੋ ਕੇ 43 ਤੱਕ ਜਾ ਰਹੀ ਆ, ਉਹ ਲੈਣੀ ਹੈ ਜੀ। ਮਹਾਰਾਜ ਮਿਹਰ ਕਰਨ, ਇਹ ਗਿਆਨ ਦੀ ਕਣੀ ਆਪਾਂ ਨੂੰ ਦੇਣ, ਗਿਆਨ ਖੁੱਲੇ, ਇਹੀ ਉਪਰਾਲਾ ਹੈ। ਔਰ ਗਿਆਨ ਦੇ ਅਨੁਸਾਰ ਜਿਹੜਾ ਹੈਗਾ ਆਪਾਂ ਇਹਨੂੰ ਇਹਦੇ ਅਨੁਸਾਰ ਜਿਹੜਾ ਹੈਗਾ ਆਪਾਂ ਆਪਣੀ ਜੀਵਨ ਯਾਤਰਾ ਚਲਾਈਏ। ਬਸ ਇੰਨਾ ਹੀ ਜਿਹੜਾ ਹੈਗਾ ਸਾਡੀ ਇਹੀ ਸਾਡੀ ਅਪਰੋਚ ਹੈ ਭਾਈ। ਸ਼ਲੋਕ ਮਹੱਲਾ ਪਹਿਲਾ। ਕੱਲ ਹੋਈ ਕੁੱਤੇ ਮੁਹੀ ਖਾਜ ਹੁਆ ਮੁਰਦਾਰ। ਇਹ ਮਹਾਰਾਜ ਜਿਹੜੇ ਹੈਗੇ ਆ ਇਹਦੇ ਵਿੱਚ ਜਿਹੜੇ ਹੈਗੇ ਕਲਯੁਗ ਦੇ ਬਾਰੇ ਦੱਸ ਰਹੇ ਆ। ਇਹ ਕੱਲ ਜਿਹੜਾ ਹੈ ਕਲਯੁਗ ਦੇ ਵਿੱਚ ਜਿਹੜਾ ਹੈਗਾ ਕਲਾ ਜਿਹੜੀ ਹੈਗੀ ਕੱਲ ਪੁਰਜੇ ਜਿਹੜੇ ਹੈਗੇ ਸਭ ਤੋਂ ਉੱਪਰ ਹੋ ਜਾਣਗੇ। ਮੈਕਸੀਮਮ ਜਿਹੜੀ ਹੈਗੀ ਡਿਵੈਲਪਮੈਂਟ ਆ ਜਾਏਗੀ। ਸਾਰੀ ਜੇ ਦੇਖ ਲਓ ਇੰਟਰਨੈਟ ਔਰ ਸਾਰੇ ਹਵਾਈ ਜਹਾਜ਼, ਰਾਕੇਟ, ਕਿੰਨੀਆਂ ਸਾਰੀਆਂ ਤਰੱਕੀਆਂ ਹੋ ਗਈਆਂ। ਤੇ ਔਰ ਉਸ ਤੋਂ ਬਾਅਦ ਜਿਹੜੀ ਹੈਗੀ ਆਪਣੀ ਨੈਗੇਟਿਵਿਟੀ ਜਿਹੜੀ ਹੈਗੀ ਆ, ਇਹ ਅਵਗੁਣ ਜਿਹੜੇ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਸਾਰੇ ਹਉਮੈ, ਇਹ ਵੀ ਜਿਹੜੀ ਹੈਗੀ ਪੂਰੀ ਤਰੱਕੀ ਦੇ ਉੱਤੇ ਹੈਗੀ ਆ। ਇਹ ਵੀ ਜਿਹੜੀ ਹੈਗੀ ਆਪਣੇ ਪੂਰੇ ਜੋਬਨ ਦੇ ਵਿੱਚ ਹੈਗੀ ਆ। ਸ਼ਲੋਕ ਮਹਲਾ ਪਹਿਲਾ। ਕੱਲ ਹੋਈ ਕੁੱਤੇ ਮੁਹੀ ਖਾਜ ਹੁਆ ਮੁਰਦਾਰ। ਕਹਿੰਦੇ ਐਸੀ ਜਿਹੜੀ ਹੈਗੀ ਇਹ ਕਲਯੁਗ ਦਾ ਟਾਈਮ, ਕਲਯੁਗ ਦਾ ਸਮਾਂ ਐਸਾ ਹੈਗਾ ਕਿ ਇੱਥੇ ਇਨਸਾਨ ਜਿਹੜੇ ਹੈਗੇ ਆ ਉਹਨਾਂ ਦੇ ਮੂੰਹ ਜਿਹੜੇ ਹੈਗੇ ਆ ਕੁੱਤਿਆਂ ਦੇ ਮੂੰਹ ਲੱਗ ਗਏ ਉਹਨਾਂ ਨੂੰ। ਉਹ ਹੈ ਤਾਂ ਇਨਸਾਨ, ਦਿਸਦੇ ਇਨਸਾਨ ਆ, ਪਰ ਉਹਨਾਂ ਦੇ ਮੂੰਹ ਜਿਹੜੇ ਆ ਕੁੱਤਿਆਂ ਵਾਲੇ ਲੱਗੇ ਹੋਏ ਆ। ਕੁੱਤਿਆਂ ਵਾਲਾ ਜਿਹੜਾ ਹੈਗਾ ਉਹਨਾਂ ਦਾ ਸੁਭਾਅ ਹੋ ਗਿਆ ਆ। ਕੱਲ ਹੋਈ ਕੁੱਤੇ ਮੂੰਹੀ ਖਾਜ ਹੁਆ ਮੁਰਦਾਰ। ਕੁੱਤੇ ਕੀ ਕਰਦੇ ਆ? ਮੁਰਦਾ ਖਾਂਦੇ ਆ, ਮੁਰਦਾਰ ਖਾਂਦੇ ਆ। ਤੇ ਇਹ ਵੀ ਕਹਿੰਦੇ ਮੁਰਦਾਰ ਖਾਣ ਲੱਗ ਪਏ। ਇਹ ਵੀ ਜਿਹੜੇ ਹੈਗੇ ਸ਼ਿਕਾਰ ਕਰਦੇ ਆ ਔਰ ਸ਼ਿਕਾਰ ਕਰਕੇ ਖਾਂਦੇ ਆ। ਸ਼ਿਕਾਰ ਕਿਸ ਤਰ੍ਹਾਂ? ਦੂਸਰਿਆਂ ਦਾ ਹੱਕ ਖੋਹਦੇ ਆ, ਦੂਸਰਿਆਂ ਨੂੰ ਤਕਲੀਫ ਦੇ ਕੇ ਜਿਹੜੇ ਹੈਗੇ, ਦੂਸਰਿਆਂ ਨੂੰ ਲੁੱਟ ਕੇ ਜਿਹੜੇ ਹੈਗੇ ਦੂਸਰਿਆਂ ਦਾ ਸ਼ਿਕਾਰ ਕਰਕੇ ਖਾਂਦੇ ਆ। ਕੂੜ ਬੋਲ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਕਹਿੰਦੇ ਝੂਠ ਬੋਲ ਕੇ, ਕੂੜ ਬੋਲ ਕੇ ਜਿਹੜੇ ਹੈਗੇ ਭੌਂਕਦੇ ਆ। ਤੌਰ ਧਰਮ ਦਾ ਵਿਚਾਰ ਜਿਹੜਾ ਹੈਗਾ, ਧਰਮ ਦੀ ਗੱਲ ਜਿਹੜੀ ਹੈਗੀ ਆ ਉਹ ਬਿਲਕੁਲ ਹੀ ਭੁੱਲ ਗਈ ਹੈ ਇਹਨਾਂ ਨੂੰ। ਧਰਮ ਜਿਹੜਾ ਹੈਗਾ, ਧਰਮ ਕੀ ਹੈ ਇਹਨਾਂ ਦਾ? ਧਰਮ ਕਾਹਦੇ ਵਾਸਤੇ ਆਏ ਆ ਇਹ ਦੁਨੀਆ ਦੇ ਵਿੱਚ? ਕੀ ਕਰਨਾ ਹੈ ਇਹਨਾਂ ਨੇ? ਉਹ ਸਾਰਾ ਦਾ ਸਾਰਾ ਚੁੱਕ ਗਿਆ। ਕੂੜ ਬੋਲ ਬਸ 24 ਘੰਟੇ ਜਿਹੜਾ ਹੈਗਾ ਕਿਸ ਤਰੀਕੇ ਦੇ ਨਾਲ ਅਗਲੇ ਨੂੰ ਠੱਗਿਆ ਜਾਏ, ਕਿਸ ਤਰ੍ਹਾਂ ਜਿਹੜਾ ਹੈਗਾ ਝੂਠ ਬੋਲ ਕੇ ਜਿਹੜਾ ਹੈਗਾ ਧਨ ਦੌਲਤ ਇਕੱਠੀ ਕੀਤੀ ਜਾਏ। ਬਸ ਇਹੀ ਰਹਿ ਗਿਆ ਇਹਨਾਂ ਦਾ। 24/7 24 ਘੰਟੇ 7 ਦਿਨ ਇਹੀ ਕੁਛ ਕਰਦੇ ਹੈਗੇ। ਧਰਮ ਦੀ ਗੱਲ, ਧਰਮ ਦਾ ਵਿਚਾਰ ਹੀ ਨਹੀਂ ਕਰਦੇ। ਧਰਮ ਦਾ ਵਿਚਾਰ ਹੀ ਖਤਮ ਹੋ ਗਿਆ। ਕੋਈ ਸੋਚਦਾ ਹੀ ਨਹੀਂ ਹੈ ਮੈਂ ਕਾਹਦੇ ਵਾਸਤੇ ਦੁਨੀਆ 'ਚ ਆਇਆ ਹਾਂ, ਮੈਂ ਕਿੰਨੀ ਕੁ ਦੇਰ ਇੱਥੇ ਰਹਿਣਾ ਹੈ ਦੁਨੀਆ ਦੇ ਵਿੱਚ, ਔਰ ਮੇਰਾ ਜਿਹੜਾ ਹੈਗਾ ਦੁਨੀਆ ਦੇ ਵਿੱਚ ਜੋ ਵੀ ਮੈਂ ਕਰ ਰਿਹਾ ਕਰਮ ਭੂਮੀ ਦੇ ਵਿੱਚ, ਮੇਰੇ ਕਰਮ ਜਿਹੜੇ ਹੈਗੇ ਨਾਲੋਂ ਨਾਲ ਜਿਹੜੇ ਲਿਖੇ ਜਾਂਦੇ ਆ ਮੈਂ ਹੀ ਲਿਖ ਰਿਹਾ ਆ, ਔਰ ਇਹ ਵਾਚੇ ਵੀ ਜਾਣੇ ਆ। ਜਿਨ ਜੀਵਦਿਆਂ ਪਤ ਨਹੀਂ, ਮੂਇਆ ਮੰਦੀ ਸੋਏ। ਮਹਾਰਾਜ ਕਹਿੰਦੇ ਜੇ ਜਿਉਂਦੇ ਜੀ, ਜੇ ਦੁਨੀਆ ਦੇ ਵਿੱਚ ਜਦ ਤੱਕ ਮਨੁੱਖੀ ਜੂਨ ਹੈਗੀ, ਜਦ ਤੱਕ ਤੇਰੀ ਉਮਰ ਹੈਗੀ, ਜਦ ਤੱਕ ਤੇਰੇ ਸਵਾਸ ਹੈਗੇ, ਜਦ ਤੱਕ ਤੂੰ ਜਿਹੜਾ ਹੈਗਾ ਆਪਣੇ ਕਰਮ ਜਿਹੜੇ ਹੈਗੇ ਆਪ ਜਿਹੜੇ ਹੈਗੇ ਆਪਣੀ ਲਿਖਤ ਬਣਾ ਸਕਦਾ ਹੈ, ਆਪਣੇ ਕਰਮ ਜਿਹੜੇ ਹੈਗੇ ਸਹੀ ਕਰ ਸਕਦਾ ਹੈ। ਜਿਨ ਜੀਵਦਿਆਂ ਪਤ ਨਹੀਂ, ਜੇ ਜਿਉਂਦੇ ਜੀ, ਜੇ ਇਸ ਇਨਸਾਨੀ ਜਾਮੇ ਦੇ ਵਿੱਚ
ਤੂੰ ਆਪਣੀ ਇੱਜ਼ਤ ਨਹੀਂ ਬਣਾਈ। ਲੋਕ ਨਹੀਂ, ਪਰਲੋਕ ਦੇ ਵਿੱਚ ਵੀ ਲੋਕ ਦੀ ਇੱਜ਼ਤ ਨਹੀਂ, ਪਰਲੋਕ ਦੀ ਇੱਜ਼ਤ। ਜੇ ਉੱਥੇ ਜਿਹੜਾ ਹੈਗਾ ਸਰੀਰ ਤੋਂ ਬਾਅਦ ਜਿੱਥੇ ਜਾਣਾ ਆ, ਜੇ ਉੱਥੇ ਤੂੰ ਇੱਜ਼ਤ ਨਹੀਂ ਆਪਣੀ ਬਣਾਈ, ਮੋਇਆ ਮੰਦੀ ਸੋਏ, ਤੇ ਮਰਨ ਤੋਂ ਬਾਅਦ ਫਿਰ ਦੇਖ ਲਾ ਪਿਆਰ, ਤੇਰੇ ਨਾਲ ਜਿਹੜਾ ਹੈਗਾ ਮੰਦਾ ਸਲੂਕ ਹੋਣਾ ਆ। ਤੇਰੀ ਸੋਭਾ, ਤੇਰੀ ਜੇ ਤੂੰ ਜਿਹੜਾ ਹੈਗਾ ਮੰਦਾ ਡਿਕਲੇਅਰ ਕੀਤਾ ਜਾਣਾ ਹੈ, ਮੰਦਿਆਂ ਵਰਗਾ ਜਿਹੜਾ ਹੈਗਾ ਤੇਰੇ ਨਾਲ ਸਲੂਕ ਹੋਣਾ ਹੈ। ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ। ਮਹਾਰਾਜ ਆਪਣੇ ਆਪ ਨੂੰ ਕਹਿ ਰਹੇ ਆ ਭਾਈ ਪਹਿਲੀ ਪਾਤਸ਼ਾਹੀ, ਨਾਨਕਾ ਹੇ ਮੇਰੇ ਮਨਾ, ਸੋਚ ਲਾ ਜੋ ਤੂੰ ਲਿਖ ਰਿਹਾ ਆ ਉਹੀ ਕੁਛ ਹੋਣਾ ਹੈ ਤੇਰੇ ਨਾਲ। ਜੋ ਤੇਰੀ ਲਿਖਤ ਹੈਗੀ ਉਸ ਲਿਖਤ ਦੇ ਅਨੁਸਾਰ ਹੀ ਤੈਨੂੰ ਗਾਹਾਂ ਜਿਹੜਾ ਹੈਗਾ ਤੇਰੇ ਨਾਲ ਸਲੂਕ ਹੋਣਾ ਹੈ। ਕਿਉਂਕਿ ਇਹ ਕਰਤਾ ਕਰੇ ਸੋ ਹੋਏ, ਇਹ ਮਾਲਕ ਪਰਮਾਤਮਾ ਦਾ ਅਟਲ ਨਿਯਮ ਹੈਗਾ, ਉਸ ਕਰਤੇ ਦਾ। ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ, ਇਹੀ ਹੋਣਾ ਹੈ। ਜੋ ਮਾਲਕ ਪਰਮਾਤਮਾ ਦਾ ਰੂਲ ਹੈ ਉਹਨੂੰ ਕੋਈ ਮਿਟਾ ਨਹੀਂ ਸਕਦਾ, ਮਾਲਕ ਪਰਮਾਤਮਾ ਦੇ ਰੂਲ ਨੂੰ। ਇਸ ਕਰਕੇ ਆਪਣੀ ਲਿਖਤ ਜਿਹੜੀ ਹੈਗੀ ਉਹਨੂੰ ਠੀਕ ਕਰ ਲਾ। ਫਰੀਦਾ ਜੇ ਤੂੰ ਅਕਲ ਲਤੀਫ, ਕਾਲੇ ਲਿਖ ਨਾ ਲੇਖ, ਆਪਨੜੇ ਗਿਰੀਵਾਨ ਮੇ ਸਿਰ ਨੀਵਾ ਕਰ ਦੇਖ। ਫਿਰ ਇਸ ਤੋਂ ਬਾਅਦ ਪਹਿਲੀ ਪਾਤਸ਼ਾਹੀ ਫਿਰ ਕਹਿੰਦੀ ਆ, ਉਹ ਕਹਿੰਦੀ ਹੈ ਕਰਨੀ ਕਾਗਦ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਕਹਿੰਦੇ ਤੇਰੀ ਕਰਨੀ ਜਿਹੜੀ ਆ ਉਹੀ ਹੈਗੀ ਲਿਖਤ ਭਾਈ। ਕਰਨੀ ਕਾਗਦ, ਇਹ ਕਾਗਜ਼ ਅੱਗੇ ਜਾ ਕੇ ਵਾਚਿਆ ਜਾਣਾ ਹੈ। ਮਨ ਮਸਵਾਣੀ, ਮਨ ਜਿਹੜਾ ਹੈਗਾ ਰਾਈਟਰ ਹੈਗਾ, ਸ਼ਾਇਰੀ ਦੇ ਨਾਲ ਲਿਖਣ ਵਾਲਾ ਮਨ ਨੇ ਲਿਖਣਾ ਹੈ। ਕਰਨੀ ਹੈਗੀ ਲਿਖਤ ਤੇਰੀ। ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਾਏ। ਦੋ ਲੇਖ ਹੈਗੇ ਭਾਈ, ਜਾਂ ਬੁਰਾ ਕਰੇਗਾ ਜਾਂ ਭਲਾ ਕਰੇਗਾ। ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ। ਜਿਉਂ ਜਿਉਂ ਕਿਰਤ ਚਲਾਏ ਤਿਉ ਚਲੀਏ, ਤਉ ਗੁਣ ਨਾਹੀ ਅੰਤ ਹਰੇ। ਕਹਿੰਦੇ ਜਿਸ ਤਰ੍ਹਾਂ ਪਿਛਲੀ ਤੇਰੀ ਲਿਖਤ ਸੀਗੀ, ਉਹ ਹੁਣ ਇਸ ਜਨਮ ਦੇ ਵਿੱਚ ਤੇਰੇ ਸੰਸਕਾਰ ਬਣ ਗਏ ਆ, ਉਹਨੇ ਵੀ ਆਪਣਾ ਰੋਲ ਅਦਾ ਕਰਨਾ ਹੈ ਤੇਰੇ ਜੀਵਨ ਦੇ ਵਿੱਚ। ਜਿਉਂ ਜਿਉਂ ਕਿਰਤ ਚਲਾਏ ਤਿਉ ਚਲੀਏ, ਤਉ ਗੁਣ ਨਾਹੀ ਅੰਤ ਹਰੇ। ਕਹਿੰਦੇ ਹਾਲੇ ਵੀ ਇਸ ਜਨਮ ਦੇ ਵਿੱਚ ਵੀ ਆ ਕੇ, ਮਨੁੱਖੀ ਜੂਨ ਚ ਆ ਕੇ ਵੀ ਉਹ ਗੁਣ ਨਹੀਂ ਲੈ ਰਿਹਾ। ਉਹ ਮਾਲਕ ਪਰਮਾਤਮਾ ਦੇ ਸਤ ਸੰਤੋਖ, ਦਇਆ, ਧਰਮ, ਧੀਰਜ, ਗਰੀਬੀ, ਔਰ ਜਿਹੜਾ ਜਿਸ ਕੰਮ ਦੇ ਵਾਸਤੇ ਆਇਆ ਆ, ਤਉ ਗੁਣ ਨਾਹੀ ਅੰਤ ਹਰੇ। ਹੁਣ ਵੀ ਜਿਹੜਾ ਹੈਗਾ ਹਾਰ ਕੇ ਜਾ ਰਿਹਾ ਹੈ ਤੂੰ। ਆ ਜਿਹੜੀ ਮਨੁੱਖੀ ਜੂਨ ਮਿਲੀ ਹੋਈ ਹੈ ਤੈਨੂੰ, ਇਹ ਜੂਨ ਵੀ ਹਾਰ ਕੇ ਜਾ ਰਿਹਾ ਹੈ ਤੂੰ। ਤਉ ਗੁਣ ਨਾਹੀ ਅੰਤ ਹਰੇ। ਇਸ ਕਰਕੇ ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾ। ਕਹਿੰਦੇ ਹੇ ਮੇਰੇ ਮਨਾ, ਹੇ ਮੇਰੇ ਬਾਵਰੇ ਮਨਾ, ਕਿਉਂ ਨਹੀਂ ਉਸ ਮਾਲਕ ਪਰਮਾਤਮਾ ਨੂੰ ਚੇਤਦਾ? ਕਿਉਂ ਨਹੀਂ ਉਸ ਮਾਲਕ ਪਰਮਾਤਮਾ ਦਾ ਨਾਮ ਲੈਂਦਾ? ਤੇਰੇ ਜਿਹੜੇ ਹੈਗੇ ਹਰ ਬਿਸਰਤ ਤੇਰੇ ਗੁਣ ਗਲ ਜਾਣੇ। ਤੇਰੇ ਜਿਹੜੇ ਗੁਣ ਹੈਗੇ ਤੇਰੇ ਕੋਲ, ਜਿਹੜੇ ਗੁਣ ਹੈਗੇ ਹਾਲੇ ਉਹ ਵੀ ਗਲ ਜਾਣੇ। ਹੋਰ ਕਾਰਨ ਸਰੀਰ ਤੇਰਾ ਵੱਡਾ ਹੋ ਜਾਣਾ ਹੈ, ਹੋਰ ਕਾਰਨ ਸਰੀਰ ਤੇਰਾ ਵੱਡਾ ਹੋ ਜਾਣਾ ਹੈ। ਹਰ ਬਿਸਰਤ ਤੇਰੇ ਗੁਣ ਗਲਿਆ ਰਹਾ, ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਕਹਿੰਦੀ ਦੇਖ ਜਾਲੀ ਰਾਤ ਵੀ ਜਾਲੀ ਆ, ਰਾਤ ਵੀ ਤੂੰ ਜਿਹੜਾ ਹੈਗਾ ਫਸਣ ਵਾਲੇ ਹੀ ਕੰਮ ਕਰ ਰਿਹਾ ਹੈ ਜਾਲੀ ਦੇ ਵਿੱਚ। ਔਰ ਦਿਨ ਜਿਹੜਾ ਹੈਗਾ, ਦਿਨ ਹੈਗਾ ਉਹ ਵੱਡਾ ਜਾਲਾ ਹੈ। ਦਿਨੇ ਵੀ ਕੋਈ ਕੰਮ ਤੂੰ ਜਿਹੜਾ ਹੈਗਾ ਨਹੀਂ ਕਰ ਰਿਹਾ। ਦਿਨੇ ਵੀ ਜਿਹੜਾ ਹੈਗਾ ਤੂੰ ਉਹੀ ਜਿਹੜੇ ਹੈਗੇ ਤੇਰੇ ਮਾੜੇ ਕੰਮ ਦਿਨੇ ਵੀ ਤੇਰੇ ਉਹੀ ਹੁੰਦੇ ਆ, ਔਰ ਰਾਤ ਨੂੰ ਵੀ ਤੇਰਾ ਜਿਹੜਾ ਹੈਗਾ ਉਹੀ ਕੁਛ ਹੋ ਰਿਹਾ ਹੈ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਜਿੰਨੀਆਂ ਘੜੀਆਂ ਜਾਂਦੀਆਂ ਆ, ਉਹ ਸਾਰੀਆਂ ਜਿਹੜੀਆਂ ਘੜੀਆਂ ਆ ਤੇਰੀਆਂ, ਉਹ ਸਾਰੀਆਂ ਫਾਹੀ ਬਣ ਗਈਆਂ ਆ। ਸਾਰੀਆਂ ਦੀਆਂ ਸਾਰੀਆਂ ਘੜੀਆਂ ਤੇਰੀਆਂ ਤੈਨੂੰ ਫਸਾਉਣ ਵਾਲੀਆਂ। ਤੂੰ ਫਾਹੀ ਬਣਾ ਰਿਹਾ ਆ, ਸਾਰੀਆਂ ਘੜੀਆਂ ਦੇ ਵਿੱਚ ਫਸ ਰਿਹਾ ਆ ਤੂੰ। ਔਰ ਜਿਉਂ ਜਿਉਂ ਕਿਰਤ ਚਲਾਏ ਤਿਉ ਚਲੀਏ, ਤਉ ਗੁਣ ਨਾਹੀ ਅੰਤ ਹਰੇ। ਜਾਲੀ ਰਹਿਣ ਜਾਲ ਦਿਨ ਹੁਆ, ਜੇਤੀ ਘੜੀ ਫਾਹੀ ਤੇਤੀ। ਅੱਗੇ ਆਉਂਦਾ ਹੈ ਦੇਖੋ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ। ਕਹਿੰਦੇ ਕਾਇਆ ਜਿਹੜੀ ਤੇਰੀ ਹੈ ਉਹ ਆਰਣ ਹੈਗੀ, ਭੱਠੀ ਬਣੀ ਹੋਈ ਆ, ਔਰ ਤੇਰਾ ਮਨ ਜਿਹੜਾ ਹੈਗਾ
ਉਹਦੇ ਵਿੱਚ ਮਨ ਲੋਹੇ ਵਾਂਗੂ ਮਨ ਜਿਹੜਾ ਹੈਗਾ ਸੜ ਰਿਹਾ ਆ 5 ਅੱਗਾਂ ਦੇ ਵਿੱਚ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ 5 ਅੱਗਾਂ ਲੱਗੀਆਂ ਹੋਈਆਂ। ਕਾਇਆ ਆਰਣ ਮਨ ਵਿੱਚ ਲੋਹਾ 5 ਅਗਨ ਤਿਤ ਲਾਗ ਰਹੀ। ਜਿਉਂ-ਜਿਉਂ ਕਿਰਤ ਚਲੇ ਤਿਉ ਚਲੀਏ। ਕਾਇਆ ਆਹਰਣ ਮਨ ਵਿੱਚ ਲੋਹਾ 5 ਅਗਨ ਤਿਤ ਲਾਗ ਰਹੀ। ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਭਈ। ਕਹਿੰਦੇ ਕੋਲੇ ਪਾਪ ਹੋਰ ਪਾ ਰਿਹਾ ਹੈ, ਪਾਪ ਕਰ ਕਰਕੇ ਉਹਦੇ ਉੱਤੇ ਹੋਰ ਮਘਾ ਰਿਹਾ ਹੈ ਅੱਗ ਨੂੰ, ਔਰ ਚਿੰਤਾ ਦੀ ਸੰਨੀ ਦੇ ਨਾਲ ਉਹਨੂੰ ਜਿਹੜਾ ਹੈਗਾ ਮਨ ਨੂੰ ਇੱਧਰ ਉੱਧਰ ਕਰੀ ਜਾ ਰਿਹਾ ਹੈ। ਕਿਉਂਕਿ ਜਿਹੜਾ ਪਾਪ ਕਰਦਾ ਹੈ ਉਹਨੂੰ ਪੂਰੀ ਚਿੰਤਾ ਸਤਾਉਂਦੀ ਹੈ। ਅੰਦਰੋਂ ਜਿਹੜਾ ਹੈਗਾ ਉਹਦੇ ਅੰਦਰੋਂ ਜਿਹੜੀ ਆਤਮਾ ਜਿਹੜੀ ਹੈਗੀ ਉਹਨੂੰ ਕੁਰੇਦਦੀ ਹੈ। ਇਸ ਕਰਕੇ ਭਾਈ ਇਹ ਆਪਾਂ ਆਪਣੇ ਕਰਮ ਜਿਹੜੇ ਹੈਗੇ ਆ ਇਹਨਾਂ ਨੂੰ ਸੁਧਾਰੀਏ। ਕਰਮ ਜਿਹੜੇ ਹੈਗੇ ਕਰਮ ਜਿਹੜੇ ਹੈ ਬਹੁਤ ਜ਼ਿਆਦਾ ਜਿਹੜੇ ਹੈ ਇੰਪੋਰਟੈਂਟ ਰੋਲ ਪਲੇ ਕਰਦੇ ਆ ਇਹਦੇ ਵਿੱਚ, ਆਪਣੇ ਜੀਵਨ ਦੇ ਵਿੱਚ। ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ। ਇਹੀ ਆਪਣੇ ਹੱਥ 'ਚ ਕਲਮ ਹੈਗੀ, ਆਪਾਂ ਨੇ ਲਿਖਣਾ ਹੈਗਾ। ਮਾਲਕ ਨੇ ਜੈਸਾ ਨਿਯਮ ਬਣਾਇਆ ਭਾਈ ਇਸ ਕਰਨੀ ਵਾਸਤੇ ਕਰਮ ਭੂਮੀ ਦੇ ਵਿੱਚ ਆਪਾਂ ਨੂੰ ਭੇਜਿਆ ਹੈਗਾ। ਹਾਂਜੀ ਗੋਰਖੀ ਸਾਹਿਬ। ਕੱਲ ਹੋਈ ਕੁੱਤੇ ਮੂੰਹੀ। ਠੀਕ ਹੈ ਨਿੱਜਰ ਸਾਹਿਬ ਜੀ। ਹਾਂਜੀ ਹਾਂਜੀ। ਖਾਜ ਤੁਸੀਂ ਹਾਂ ਪਹਿਲੀ ਤੋਂ ਬੋਲ। ਹਾਂਜੀ ਹਾਂਜੀ। ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ। ਕੂੜ ਬੋਲ ਬੋਲ ਭੌਂਕਣਾ ਚੂਕਾ ਧਰਮ ਵਿਚਾਰ। ਹਾਂਜੀ ਠੀਕ ਹੈ ਸਾਧ ਸੰਗਤ ਜੀ, ਅੱਜ ਆਪਾਂ ਨਾਲ ਬਾਣੀ ਦੀ ਵਿਚਾਰ ਕਰਾਂਗੇ ਤੇ ਥੋੜੀ ਜੀ ਮਨ ਤੇ ਵੀ ਡਿਸਕਸ ਕਰਾਂਗੇ। ਜਿਹੜਾ ਅਜੋਕਾ ਸਾਇੰਸ ਦਾ ਯੁੱਗ ਹੈ ਨਾ, ਇਹਦੇ ਵਿੱਚ ਤੁਸੀਂ ਦੇਖੋਗੇ ਇਨਸਾਨ ਤਰੱਕੀ ਬਹੁਤ ਕਰ ਚੁੱਕਿਆ। ਕਾਫੀ ਸਾਡੇ ਕੋਲ ਜਾਣਕਾਰੀਆਂ ਨੇ, ਬੜੇ ਤੋਂ ਵਧੀਆ ਸਾਡੇ ਕੋਲ ਡਾਕਟਰ ਨੇ, ਸਾਡੇ ਕੋਲ ਰਹਿਣ ਦੇ ਲਈ ਚੰਗੇ ਘਰ ਨੇ, ਸਾਡੇ ਕੋਲ ਆਉਣ ਜਾਣ ਲਈ ਬਹੁਤ ਵਧੀਆ ਟਰਾਂਸਪੋਰਟੇਸ਼ਨ ਹੈਗੀ ਹੈ, ਪਾਉਣ ਲਈ ਬਹੁਤ ਸ਼ਾਨਦਾਰ ਕੱਪੜੇ ਨੇ। ਪਹਿਲਾਂ ਨਹੀਂ ਕੱਪੜੇ ਏਡੇ ਵਧੀਆ ਹੁੰਦੇ, ਆਮ ਹੀ ਸਧਾਰਨ ਹੀ ਕੱਪੜੇ ਪਾਉਂਦੇ ਸਨ ਲੋਕ, ਏਡੇ ਵਧੀਆ ਡਿਜ਼ਾਈਨਿੰਗ ਨਹੀਂ ਸੀ। ਪਰ ਬੰਦਾ ਥੋੜਾ ਜਿਹਾ ਸੁਖੀ ਸੀ, ਕਾਫੀ ਸੁਖੀ ਸੀ। 35 ਸਾਲ ਪਹਿਲਾਂ ਦੀ ਗੱਲ ਮੈਂ ਕਰਾਂ, ਕਾਫੀ ਸੁਖੀ ਸੀ। ਤੇ ਜੇ ਤੁਸੀਂ 60-70 ਸਾਲ ਪਿੱਛੇ ਚੱਲ ਜਾਓ, ਮੇਰੇ ਹਿਸਾਬ ਨਾਲ ਕਾਫੀ ਜ਼ਿਆਦਾ ਸੁਖੀ ਸੀ। ਉਸ ਤੋਂ ਪਿੱਛੇ ਚੱਲ ਜਾਓ ਤੇ ਹੋਰ ਜ਼ਿਆਦਾ ਸੁਖੀ ਸੀ। ਜਿਵੇਂ ਜਿਵੇਂ ਆਪਾਂ ਅੱਗੇ ਵਧ ਰਹੇ ਹਾਂ ਨਾ, ਆਪਾਂ ਦੁਖੀ ਹੁੰਦੇ ਜਾ ਰਹੇ ਹਾਂ, ਪਰੇਸ਼ਾਨ ਹੋ ਰਹੇ ਹਾਂ। ਇਹਦਾ ਮਤਲਬ ਕੁਛ ਸਾਡੀ ਲਾਈਫ 'ਚ ਕੁਛ ਗੜਬੜ ਹੋ ਰਹੀ ਹੈ। ਆਵਾਜ਼ ਆ ਰਹੀ ਮੇਰੀ ਨਿਜਰ ਸਾਹਿਬ? ਹਾਂਜੀ ਹਾਂਜੀ ਬਿਲਕੁਲ ਵਧੀਆ ਆ ਰਹੀ। ਹਾਂ ਮੈਨੂੰ ਲੱਗਦਾ ਨੈਟਵਰਕ ਥੋੜਾ ਡਾਊਨ ਹੋ ਗਿਆ ਮੇਰਾ। ਨਹੀਂ ਵਧੀਆ ਆ ਰਹੀ। ਠੀਕ ਹੈ। ਤੇ ਇਹਦੇ 'ਚ ਪਤਾ ਪ੍ਰੋਬਲਮ ਕੀ ਹੋ ਰਹੀ ਹੈ ਕਿ ਤੁਹਾਨੂੰ ਪਤਾ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਲਾ ਲਓ, ਹੋਰ ਸਾਰੇ ਗ੍ਰੰਥ ਲਾ ਲਓ, ਉਹ ਮਨ ਤੋਂ ਬਿਨਾਂ ਹਿੱਲਣ ਨਹੀਂ ਦੇ। ਮਨ ਦੀ ਗੱਲ ਕਰਦੇ ਹੋ ਔਰ ਮਨ ਉਹਨਾਂ ਦਾ ਟਾਰਗੇਟ ਆ, ਔਰ ਮਨ ਦੇ ਆਲੇ ਦੁਆਲੇ ਹੀ ਸਾਰੀ ਬਾਣੀ ਘੁੰਮਦੀ ਹੈ। ਪਰ ਅੱਜ ਤੁਸੀਂ ਪੜ੍ਹੇ ਹੋਣੇ ਆ, ਤੁਸੀਂ ਕਾਲਜਾਂ 'ਚ ਗਏ ਹੋਣੇ, ਉੱਥੇ ਮਨ ਨਾਮ ਦਾ ਕੋਈ ਸ਼ਬਦ ਹੀ ਨਹੀਂ ਹੋਣਾ। ਕਿਤਾਬ 'ਚ ਕਿਸੇ ਨਹੀਂ ਮਿਲਣਾ, ਤੁਹਾਨੂੰ ਲਿਖਿਆ ਹੀ ਨਹੀਂ ਮਿਲਿਆ ਹੋਣਾ ਕਿ ਮਨ ਕੋਈ ਚੀਜ਼ ਹੈ। ਬਿਲਕੁਲ ਨਹੀਂ। ਔਰ ਉਹ ਕਿੰਨੀ ਵੱਡੀ ਗਲਤੀ ਹੈ। ਵੇਖੋ ਹੁਣ ਮਾਨਸਿਕ ਬਿਮਾਰੀਆਂ ਤੋਂ ਕਿੰਨੇ ਡਾਕਟਰ ਬਣ ਚੁੱਕੇ ਨੇ ਤੇ ਉਹ ਕਿੰਨੇ ਮਰੀਜ਼ ਨੇ, ਔਰ ਉਹ ਮਰੀਜ਼ ਠੀਕ ਨਹੀਂ ਹੋ ਰਿਹਾ। ਅਮਰੀਕਾ ਕੋਲ ਕਿੰਨਾ ਪੈਸਾ ਹੈ, ਪਰ ਤੁਸੀਂ ਜਾ ਕੇ ਵੇਖੋਗੇ ਜਿੱਦਾਂ ਆਪਣੇ ਪੰਜਾਬ 'ਚ ਮੈਡੀਕਲ ਸਟੋਰ ਨੇ, ਉਦਾਂ ਉੱਥੇ ਮਾਨਸਿਕ ਸਟੋਰ ਹੈ, ਹਸਪੀਟਲਸ ਹੈਗੇ, ਮੈਂਟਲ ਸਾਈਕੈਟ੍ਰਿਕ। ਗੋਰਖੀ ਸਾਹਿਬ ਦਾ ਕਨੈਕਸ਼ਨ ਕੱਟ ਗਿਆ ਜੀ। ਉਹਨਾਂ ਦਾ ਨੈਟਵਰਕ ਨਹੀਂ ਆ ਰਿਹਾ। ਇਸ ਕਰਕੇ ਜਿਹੜਾ ਹੈਗਾ
ਆਪਾਂ ਅੱਗੇ ਵਧਾਉਣੇ ਆ ਜਦ ਤੱਕ ਉਹ ਆ ਜਾਂਦੇ ਗੁਰਕੀ ਸਾਹਿਬ। ਇੰਨੇ ਜਿਹੜੇ ਹੈਗੇ ਦੇਖ ਲਓ, ਇੰਨੀ ਤਰੱਕੀ ਦੇ ਬਾਵਜੂਦ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਅਧਿਆਤਮਿਕ ਲੈਵਲ ਦੇ ਉੱਤੇ, ਮਾਨਸਿਕ ਲੈਵਲ ਦੇ ਉੱਤੇ ਜਿਹੜਾ ਹੈਗਾ ਡਾਊਨ ਜਾ ਰਿਹਾ ਹੈ। ਕਿਉਂਕਿ ਜਿਹੜੀ ਹੈਗੀ ਦੇਖ ਲਓ ਇਨਸਾਨ ਦਾ ਧਰਮ ਦਾ ਗਿਆਨ, ਧਰਮ ਦੀ ਸਿੱਖਿਆ ਜਿਹੜੀ ਹੈਗੀ ਆ ਵੀ ਮੈਂ ਕਾਹਦੇ ਵਾਸਤੇ ਦੁਨੀਆ 'ਚ ਆਇਆ ਆ, ਮੈਂ ਇੱਥੇ ਆ ਕੇ ਦੁਨੀਆ ਦੇ ਵਿੱਚ ਕੀ ਕਰਨਾ ਹੈ ਮੈਂ, ਔਰ ਕਿੰਨਾ ਕੁ ਮੇਰਾ ਜਿਹੜੀ ਹੈ ਯਾਤਰਾ ਹੈਗੀ, ਕਿੰਨਾ ਕੁ ਮੇਰੇ ਕੋਲ ਸਮਾਂ ਹੈਗਾ। ਔਰ ਜੇ ਮੈਂ ਜਿਹੜਾ ਹੈਗਾ ਲਿਵ ਵਾਲੇ ਰਸਤੇ ਤੇ ਨਹੀਂ ਜਾਊਂਗਾ, ਮੈਂ ਜਿਹੜਾ ਆਪਣੇ ਧਰਮ ਨਹੀਂ ਕਮਾਊਂਗਾ, ਤੇ ਫਿਰ ਜਿਹੜਾ ਹੈਗਾ ਮੈਂ ਮਾਇਆ ਦੇ ਨਾਲ, ਨੈਗੇਟਿਵਿਟੀ ਦੇ ਨਾਲ ਜੇ ਮੈਂ ਇਸ ਤਰ੍ਹਾਂ ਹੀ ਜਿਹੜਾ ਹੈਗਾ ਆਪਣਾ ਜੀਵਨ ਯਾਪਨ ਕਰ ਦੂੰਗਾ ਤੇ ਇਸ ਤੋਂ ਬਾਅਦ ਕੀ ਹੋਊਗਾ। ਕਿਉਂਕਿ ਜੀਵ ਜਿਹੜਾ ਹੈਗਾ ਸਾਰੀਆਂ ਜੂਨਾਂ ਜਿਹੜੀਆਂ ਹੈਗੀਆਂ ਉਹਨਾਂ ਦੇ ਵਿੱਚ ਜਾਨ ਹੈਗੀ ਆ, ਇਹ ਸਾਰੀਆਂ ਭੋਗੀ ਜੂਨਾਂ ਹੈਗੀਆਂ। ਇਹ ਸਿੱਖਿਆ ਜਿਹੜੀ ਹੈਗੀ ਕਿਤੇ ਵੀ ਨਹੀਂ ਦੇ ਰਹੇ। ਇਸ ਕਰਕੇ ਜਿਹੜਾ ਹੈਗਾ ਆਪਣਾ ਜਿਹੜਾ ਹੈਗਾ ਮਾਨਸਿਕ ਲੈਵਲ ਜਿਹੜਾ ਹੈਗਾ ਉਹ ਥੱਲੇ ਨੂੰ ਜਾ ਰਿਹਾ ਹੈ। ਇਸ ਤੋਂ ਇਹਦੀ ਵਜ੍ਹਾ ਨਾਲ ਕੀ ਹੋ ਰਿਹਾ ਹੈ ਕਿ ਭਾਈ ਆਪਾਂ ਜਿਹੜੇ ਹੈਗੇ ਆ ਆਪਣੀ ਇਹ ਮਨੁੱਖ ਜੂਨ ਜਿਹੜੀ ਹੈਗੀ ਆ ਇਹ ਹਾਰਨ ਦੀ ਕਗਾਰ ਦੇ ਉੱਤੇ ਆਏ ਪਏ, ਕਿਉਂਕਿ ਉੱਥੇ ਨਿਜਰ ਸਾਹਿਬ ਹਾਂਜੀ ਕਰੋ ਕੋਈ ਨਹੀਂ, ਕੰਟੀਨਿਊ ਕਰੀਓ, ਕੋਈ ਨਹੀਂ ਮੈਂ ਸੁਣ ਰਿਹਾ। ਨਹੀਂ ਤੁਹਾਡੀ ਗੱਲ ਅੱਗੇ ਵਧਾ ਰਹੇ ਸੀਗੇ, ਤੁਸੀਂ ਬੋਲੋ। ਹਾਂ ਮੈਨੂੰ ਪਤਾ ਨਹੀਂ ਕਿਕ ਆਊਟ ਕਰਦਾ। ਤੇ ਇਹਦੇ ਚ ਸਾਧ ਸੰਗਤ ਜੀ ਮੇਰੀ ਲਾਸਟ ਆਵਾਜ਼ ਕਿਹੜੀ ਸੀ ਨਿਜਰ ਸਾਹਿਬ, ਮੈਂ ਕੀ ਬੋਲਿਆ ਸੀ ਲਾਸਟ? ਤੁਸੀਂ ਕਿਹਾ ਸੀ ਵੀ ਇੰਨੇ ਦੇਖ ਲਓ, ਇੰਨੇ ਅਮਰੀਕਾ ਦੇ ਵਿੱਚ ਇੰਨਾ ਪੈਸਾ ਹੈ, ਸਾਰਾ ਕੁਝ ਹੈਗਾ, ਤੇ ਉੱਥੇ ਮਾਨਸਿਕ ਜਿਹੜੇ ਹਸਪੀਟਲ ਵੀ ਬਹੁਤ ਆ, ਤੇ ਇਨਸਾਨ ਜਿਹੜਾ ਹੈਗਾ ਮਾਨਸਿਕ ਰੂਪ ਚ ਰੋਗੀ ਹੋ ਰਿਹਾ ਆ, ਤੇ ਉਹ ਜਿਹੜਾ ਹੈਗਾ ਬਾਹਰੀ ਤੌਰ ਤੇ ਕੀ ਕਰ ਗਿਆ ਤੇ ਅੱਗੇ ਨਹੀਂ ਵੱਧ ਪਾ ਰਿਹਾ। ਹਾਂ, ਔਰ ਇਹ ਨਿਜਰ ਸਾਹਿਬ ਇਹ ਪ੍ਰੋਬਲਮ ਸਾਡੇ ਦੇਸ਼ 'ਚ ਵੀ ਆ ਗਈ। ਬਿਲਕੁਲ। ਇਹ ਪ੍ਰੋਬਲਮ ਦੀ ਨਿਸ਼ਾਨੀ ਕੀ ਹੈ? ਤੁਹਾਨੂੰ ਨੀਂਦ ਨਹੀਂ ਆਊਗੀ। ਸਭ ਤੋਂ ਪਹਿਲਾਂ ਤੁਹਾਡੇ ਨੀਂਦ 'ਚ ਅਫੈਕਟ ਕਰਨਾ ਹੈ, ਤੁਹਾਨੂੰ ਦਵਾਈ ਖਾਣੀ ਪਊਗੀ ਨੀਂਦ ਵਾਸਤੇ। ਮੇਰੇ ਨਾਲ ਕਾਫੀ ਮੈਂ ਗੋਰੇ ਵੇਖੇ ਕੰਮ ਕਰਦੇ ਆ ਨਿਜਰ ਸਾਹਿਬ, ਸਾਰੇ ਨੀਂਦ ਦੀਆਂ ਗੋਲੀਆਂ ਖਾਂਦੇ, ਫਿਰ ਨੀਂਦ ਆਉਂਦੀ ਉਹਨਾਂ ਨੂੰ, ਕਿਉਂਕਿ ਉਹਨਾਂ ਦਾ ਮਨ ਹੀ ਕੰਟਰੋਲ 'ਚ ਨਹੀਂ ਹੈਗਾ। ਚਿੰਤਨ ਬਹੁਤ ਜ਼ਿਆਦਾ ਕਰ ਰਹੇ ਨੇ। ਔਰ ਹੁਣ ਤੁਸੀਂ ਦੇਖੋ, ਹੁਣ ਮੈਂ ਬਾਜ਼ਾਰ ਗਿਆ, ਠੀਕ ਹੈ ਨਿਜਰ ਸਾਹਿਬ? ਬਿਲਕੁਲ। ਮੰਨ ਲਓ ਮੈਂ ਕਿਸੇ ਦਾ ਮਕਾਨ ਵੇਖ ਲਿਆ, ਹੁਣ ਮੇਰੇ ਇੰਦਰੀਆਂ ਦੇ ਰਾਹੀਂ ਉਹਦੀ ਫੋਟੋ ਮੇਰੇ ਚਿੱਤ 'ਚ ਚੱਲ ਗਈ। ਹੁਣ ਮਨ ਕੀ ਕਰਦਾ ਕਿ ਇਹ ਆਪਣੇ ਮਕਾਨ ਦੀ ਪਰਵਾਹ ਨਹੀਂ ਕਰਦਾ, ਤੇ ਦਿਨ ਰਾਤ ਉਹੀ ਮਕਾਨ ਇਹਦੇ ਦਿਮਾਗ 'ਚ ਘੁੰਮਣਾ। ਮੈਂ ਜਸ ਉਦਾਹਰਨ ਦੇ ਰਿਹਾ ਉਹਦੀ ਮਕਾਨ ਦੀ, ਇਹ ਕੋਈ ਬੰਦਾ ਵੀ ਹੋ ਸਕਦਾ, ਕੋਈ ਜਨਾਨੀ ਵੀ ਹੋ ਸਕਦੀ ਹੈ, ਇਹ ਜਸਟ ਉਦਾਹਰਨ ਹੈ। ਤੇ ਇਹ ਕੀ ਹੁੰਦਾ ਕਿ ਇਹ ਜਿਹੜੀ ਚੀਜ਼ ਹੈ ਨਾ ਸਾਡੇ ਦਿਮਾਗ 'ਚ ਵੜ ਜਾਂਦੀ ਹੈ, ਮੁੜ ਕੇ ਫਿਰ ਕੀ ਕਰਦਾ ਕਿ ਮਨ ਜਿਹੜਾ ਹੈ ਨਾ ਉਹ ਤੇ ਬਹੁਤ ਜ਼ਿਆਦਾ ਚਿੰਤਨ ਕਰਦਾ, ਉਹ ਚੀਜ਼ ਨੂੰ ਛੱਡਣਾ ਨਹੀਂ ਚਾਹੁੰਦਾ। ਲਗਾਤਾਰ ਇਹਨੇ ਉੱਤੇ ਘੁੰਮਦੇ ਹੀ ਰਹਿਣਾ, ਘੁੰਮਦੇ ਹੀ ਜਾਣਾ, ਘੁੰਮੀ ਜਾਣਾ। ਤੇ ਘੁੰਮ ਕੇ ਇਹਨੇ ਕੀ ਕਰਨਾ ਕਿ ਉਹ ਚੀਜ਼ ਦਾ ਕੀ ਕਰਨਾ ਹੈ ਕਿ ਸਾਡੇ ਅੰਦਰ ਬਹੁਤ ਜ਼ਿਆਦਾ ਖਲਾਰਾ ਪਾ ਦੇਣਾ। ਹੁਣ ਇੱਕ ਸਮਾਂ ਆਊਗਾ ਜਦੋਂ ਜੀ ਤੇ ਇਹਨੂੰ ਚੀਜ਼ ਪ੍ਰਾਪਤ, ਪਰ ਇਮੇਜ ਬੜਾ ਹੋ ਗਿਆ ਨਿਜਰ ਸਾਹਿਬ, ਕਿਉਂਕਿ ਉਹ ਲਗਾਤਾਰ ਹੀ, ਹੁਣ ਮੰਨ ਲਓ ਕੋਈ ਚੀਜ਼ ਨੂੰ ਪ੍ਰਾਪਤ ਕਰਨੀ ਨੇ 8-10 ਸਾਲ ਲਾਏ ਹੁੰਦੇ ਤੇ ਕਿੰਨਾ ਅੰਦਰ ਡੈਮੇਜ ਹੋ ਗਿਆ। ਉਹ ਬੇਸ਼ੱਕ ਚੀਜ਼ ਜਿਹੜੀ ਪ੍ਰਾਪਤ ਹੋ ਜੂਗੀ, ਪਰ ਜਿਹੜੀ ਅੰਦਰ ਦੀ ਅਵਸਥਾ ਉਹ ਵਾਪਸ ਨਾਰਮਲ ਨਹੀਂ ਹੋਣੀ। ਔਰ ਖਾਸ ਕਰਕੇ ਮਨ ਕਈ ਵਾਰੀ ਕੀ ਹੁੰਦਾ ਕਿ ਮਨ ਇਹਨਾਂ ਚੀਜ਼ਾਂ ਤੋਂ ਰੋਗੀ ਜੇ, ਸੁੱਖ ਤੋਂ, ਦੁੱਖ ਤੋਂ, ਪਾਪ ਤੋਂ, ਪੁੰਨ ਤੋਂ, ਸ਼ੁਭ ਤੋਂ, ਅਸ਼ੁਭ ਤੋਂ, ਲਾਭ ਤੋਂ, ਹਾਨੀ ਤੋਂ, ਮਾਣ ਤੋਂ, ਅਪਮਾਨ ਤੋਂ, ਚੰਗਾ ਅਤੇ ਬੁਰਾ, ਇਹ ਜਿਹੜੀਆਂ ਸਾਰੀਆਂ ਜਿਹੜਾ ਮਨ ਰੋਗੀ ਆ ਉਹਦੀਆਂ ਨਿਸ਼ਾਨੀਆਂ ਜੇ ਨਿਜਰ ਸਾਹਿਬ। ਬਿਲਕੁਲ ਠੀਕ ਹੈ ਜੀ। ਇਹ ਬਾਣੀ ਚ ਇਸ ਲਈ ਕਿਹਾ ਕਿ ਜੋ ਦਿਸੇ ਉਸ ਤੋਂ ਰੋਗੀ। ਕਲੀਅਰ ਕਰ ਰਹੀ ਹੈ। ਰੋਗ ਵੇਖ ਲਓ, ਮਨ ਦੇ ਰੋਗ ਸੁਣ ਲਓ ਧਿਆਨ ਨਾਲ ਫਿਰ ਦੁਬਾਰਾ।
ਸੁੱਖ ਦੁੱਖ, ਪਾਪ ਪੁੰਨ, ਸ਼ੁਭ ਅਸ਼ੁਭ, ਲਾਭ ਹਾਨੀ, ਮਾਨ ਅਪਮਾਨ, ਚੰਗਾ ਤੇ ਬੁਰਾ, ਇਹਦੇ ਵਿੱਚ ਸਾਰੀ ਦੁਨੀਆ ਹੀ ਆ ਜਾਂਦੀ ਹੈ। ਇਹਦੇ ਚ ਇੱਕ ਚੀਜ਼ ਹੈਗੀ ਆ, ਇੱਕ ਪੁਰਖ ਹੈਗਾ ਜਿਹੜਾ ਇਹਦੇ ਚ ਨਹੀਂ ਬਿਮਾਰ ਨਹੀਂ ਹੈਗਾ ਇਹਨਾਂ ਰੋਗਾਂ ਤੋਂ, ਉਹ ਹੈਗਾ ਪਰਮਾਤਮਾ, ਤੇ ਦੂਜਾ ਹੈਗਾ ਜੋ ਬ੍ਰਹਮ ਗਿਆਨੀ। ਬ੍ਰਹਮ ਗਿਆਨੀ ਮਨੁੱਖ ਜਦੋਂ ਵੀ ਬ੍ਰਹਮ ਲੀਨ ਹੋ ਜਾਂਦਾ, ਆਤਮਾ ਦੇ ਵਿੱਚ ਲੀਨ ਹੋ ਜਾਂਦਾ, ਉਹ ਫਿਰ ਇਹਨਾਂ ਸਾਰਿਆਂ ਤੋਂ ਉੱਪਰ ਆ ਜਾਂਦਾ। ਇਹ ਤੁਹਾਡੀ ਆਖਰੀ ਅਵਸਥਾ ਹੈ, ਤੇ ਇਹ ਅਵਸਥਾ ਤੁਹਾਨੂੰ ਪ੍ਰਾਪਤ ਹੋਣੀ, ਕਿਉਂਕਿ ਜਿੰਨਾ ਚਿਰ ਤੱਕ ਅਸੀਂ ਇੱਥੇ ਫਸੇ ਨੇ ਉਹਨਾਂ ਚਿਰ ਗੱਲ ਨਹੀਂ ਬਣਦੀ। ਇਹ ਟੋਟਲ 6 ਪੁਆਇੰਟ ਹੈਗੇ। ਹੁਣ ਮਨ ਨੇ ਚੀਜ਼ ਜਦੋਂ ਵੇਖਣੀ ਹੈ ਔਰ ਮਨ ਨੇ ਉਹ ਚੀਜ਼ ਨੂੰ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ, ਇਹਨੇ ਕਰਨਾ ਕਿ ਪਰਾਇਆ ਰੂਪ ਉਹਨੂੰ ਭੋਗਣਾ ਚਾਹੁੰਦਾ ਹੈ ਕਿਸੇ ਵੀ ਤਰੀਕੇ ਨਾਲ, ਔਰ ਇਹ ਜਿੰਨਾ ਚਿਰ ਤੱਕ ਚੀਜ਼ ਨਹੀਂ ਮਿਲਦੀ ਉਹਨਾਂ ਚਿਰ ਇਹਨੇ ਗਤੀ ਕਰਨੀ ਆ, ਔਰ ਮਿਲ ਜੂਗੀ ਤੇ ਫਿਰ ਇਹਨੇ ਉਹਨੂੰ ਛੱਡ ਕੇ ਗਾਂਹ ਤੁਰ ਪੈਣਾ। ਅਸਲ ਦੇ ਵਿੱਚ ਜਿਹੜਾ ਨਾ ਮਨ, ਦੇਖੋ ਮਨ ਨੂੰ ਮਤਲਬ ਨਹੀਂ, ਲੋੜ ਦੇ ਨਾਲ ਕੋਈ ਮਤਲਬ ਨਹੀਂ ਹੈ। ਮਨ ਇੱਕ ਬਿਮਾਰ ਹੈ ਔਰ ਇਹ ਬਾਹਰ ਮੁਖੀ ਹੈ, ਇਸ ਕਰਕੇ ਗੜਬੜ ਹੋ ਰਹੀ ਹੈ। ਇਹ ਨਹੀਂ ਹੈ ਕਿ ਆਪਾਂ ਕੰਮ ਨਹੀਂ ਕਰਨਾ, ਕੰਮ ਕਰਨਾ, ਸਭ ਕੁਝ ਕਰਨਾ ਹੈ, ਪਰ ਪ੍ਰੋਬਲਮ ਇਹ ਹੈ ਕਿ ਜਿਹੜੀ ਚੀਜ਼ ਸਾਡੇ ਕੋਲ ਹੈਗੀ ਆ ਉਹਨੂੰ ਉਹਦਾ ਆਨੰਦ ਨਹੀਂ ਲੈ ਪਾਉਂਦਾ, ਉਹਨੂੰ ਛੱਡ ਦਿੰਦਾ, ਫਿਰ ਗਾਂਹ ਤੁਰ ਪੈਂਦਾ, ਫਿਰ ਉਹ ਆ ਗਈ, ਫਿਰ ਉਹਨੂੰ ਛੱਡ ਦਿੰਦਾ, ਫਿਰ ਗਾਂਹ ਤੁਰ ਪੈਂਦਾ। ਇਹ ਮਿਰਗ ਤ੍ਰਿਸ਼ਨਾ ਵਾ। ਪਰ ਇਹ ਜਿਹੜੀ ਚੀਜ਼ ਹੈ ਨਾ, ਇਹਨੇ ਹਰ ਇੱਕ ਇਨਸਾਨ ਦਾ ਜੀਵਨ ਹੈ ਜਿਹੜਾ ਉਹਨਾਂ ਨੂੰ ਨਰਕ ਕਰਕੇ ਰੱਖਿਆ। ਹੁਣ ਇੱਕ ਫਾਦਰ ਆ, ਮਦਰ ਆ, ਉਹਨਾਂ ਦੇ 3 ਬੱਚੇ ਨੇ, ਮੰਨ ਲਓ 3 ਮੁੰਡੇ ਨੇ। ਪਹਿਲੇ ਮੁੰਡੇ ਦਾ ਵਿਆਹ ਹੋ ਗਿਆ ਜੀ, ਠੀਕ ਹੈ ਜੀ, ਇਹ ਨਹੀਂ ਸਹੀ। ਹੁਣ ਦੂਜੇ ਦਾ ਵਿਆਹ ਹੋਊਗਾ, ਉਹ ਸਹੀ ਹੋਊਗਾ। ਫਿਰ ਉਹਦਾ ਵਿਆਹ ਹੋ ਗਿਆ, ਉਹ ਵੀ ਨਹੀਂ ਠੀਕ, ਉਹ ਵੀ ਨਹੀਂ ਛੱਡੋ। ਫਿਰ ਤੀਜਾ ਆ ਗਿਆ, ਇਹ ਠੀਕ ਹੈ। ਫਿਰ ਉਹਦਾ ਵੀ ਵਿਆਹ ਹੋ ਗਿਆ, ਉਹਦੇ ਨਾਲ ਵੀ ਨਹੀਂ ਗੱਲ ਬਣੀ। ਮਨ ਏਦਾਂ ਤੁਹਾਨੂੰ ਜੰਪ ਕਰਾਈ ਜਾ ਰਿਹਾ, ਅੱਗੇ ਲਈ ਜਾਂਦਾ ਹੈ। ਔਰ ਇਹ ਜਿਹੜੀ ਗੇਮ ਹੈ ਇਹ ਮਨ ਦੀ ਆਖਰ ਤੱਕ ਚੱਲਦੀ ਹੈ। ਤੇ ਧਿਆਨ ਸਿਮਰਨ ਦਾ ਮਤਲਬ ਹੈ ਕਿ ਇਹ ਜਿਹੜਾ ਮਨ ਆ, ਜਿਹੜਾ ਇਹਦਾ ਜਿਹੜੇ ਰੋਗ ਹੈ ਇਹਨੂੰ ਆਪਾਂ ਕੱਟਣਾ ਹੈ। ਔਰ ਕੱਟਣ ਦੇ ਲਈ ਕੀ ਹੈ? ਧਿਆਨ ਤੇ ਸਿਮਰਨ। ਇਹਨੂੰ ਪ੍ਰਮਾਤਮਾ ਹੀ ਕੱਟ ਦਿੰਦਾ ਹੈ। ਔਰ ਉਹ ਨਾਮ ਜਿਹੜਾ ਸਾਡੇ ਸਰੀਰ ਵਿੱਚ ਇੱਕ ਹੈਗਾ ਹੈ ਸ਼ਕਤੀ, ਔਰ ਜਿਹਨੂੰ ਆਪਾਂ ਪ੍ਰਗਟ ਕਰਨਾ ਹੈ। ਪਰ ਪ੍ਰਗਟ ਵੀ ਇਸ ਸ਼ਕਤੀ ਨੂੰ ਹਰ ਕੋਈ ਇਨਸਾਨ ਖੁਦ ਹੀ ਕਰ ਰਿਹਾ ਹੈ, ਔਰ ਤੁਸੀਂ ਵੀ ਕਰ ਰਹੇ, ਸਾਰੇ ਆਲਮੋਸਟ ਮੇਰੇ ਹਿਸਾਬ ਨਾਲ ਕਾਫੀ ਸਰੀਰ ਜਿਹੜੇ ਹੈਗੇ ਨੇ ਔਰ ਉਹ ਇਸ ਪ੍ਰੋਗਰੈਸ ਦੇ ਵਿੱਚ ਹਿੱਸਾ ਲੈ ਰਹੇ ਨੇ ਔਰ ਗਤੀ ਕਰ ਰਹੇ ਨੇ। ਇਹ ਤੇ ਆਪਣਾ ਖੂਹ ਪੱਟ ਕੇ ਪਾਣੀ ਪੀਣ ਵਾਲਾ ਹਿਸਾਬ ਤੇ, ਇਹਦੇ ਵਿੱਚ ਕੋਈ ਫੇਵਰ ਨਹੀਂ ਹੈਗਾ। ਤੇ ਇਹ ਤੁਹਾਡੀ ਮਿਹਨਤ ਹੈ ਜਿਹਨੂੰ ਤੁਸੀਂ ਹਨ ਮੇਜਰ ਸਾਹਿਬ ਨਾਈਜ਼ ਆ ਰਿਹਾ, ਟੂ ਇਸ ਤਰ੍ਹਾਂ ਦਾ ਨਾਈਜ਼ ਆ ਰਿਹਾ, ਟੂ ਆਈ ਜਾ ਰਿਹਾ। ਹਾਂ ਦੇਖਿਆ ਤੁਸੀਂ? ਹਾਂ ਹੁਣ ਵੀ ਆ ਰਿਹਾ, ਬਹੁਤ ਜ਼ਿਆਦਾ ਅਜੇ ਵੀ ਆ ਰਿਹਾ। ਹਾਂ, ਮੈਨੂੰ ਫਿਰ ਲੌਗ ਆਊਟ ਕਰਨਾ ਪੈਣਾ। ਹੁਣ ਨਹੀਂ ਆ ਰਿਹਾ, ਹੁਣ ਨਹੀਂ ਆ ਰਿਹਾ। ਉਹ ਮੈਨੂੰ ਲੱਗਦਾ ਚਾਰਜਿੰਗ ਕਰਕੇ ਹੈ। ਹਾਂ ਠੀਕ ਹੈ ਆ ਬਸ ਠੀਕ ਹੈ ਨਿੱਜਰ ਸਾਹਿਬ। ਤੇ ਹੁਣ ਆਪਾਂ ਸਾਧਨਾ ਦੇ ਵਿੱਚ ਜਿਹੜੀ ਹੈਗੀ ਆ ਉਹਦੇ ਚ ਸਾਧਨਾ ਚ ਸਾਧ ਸੰਗਤ ਜੀ ਆਪਾਂ ਜੋ ਕਰ ਰਹੇ ਹਾਂ ਨਾ, ਉਹ ਕੇਵਲ ਇੰਨਾ ਕਰ ਰਹੇ ਹਾਂ ਕਿ ਜਿਹੜਾ ਮਨ ਆ, ਜਿਹੜਾ ਮਨ ਦਾ ਸਰੂਪ ਆ, ਦੇਖੋ ਆਪ ਇੱਕ ਚੀਜ਼ ਨੂੰ ਅੰਡਰਸਟੈਂਡ ਕਰੋ। ਆਪਣਾ ਜਨਮ ਇੱਕ ਟਾਈਮ ਤੇ ਹੋਇਆ ਸੀ, ਜਿਸ ਟਾਈਮ ਤੇ ਸਾਡੀ ਬਣਤਰ ਹੋਈ, ਸਾਡੀ ਸੂਖਮ ਸਰੀਰ ਦੀ ਬਣਤਰ ਹੋਈ, ਉਦੋਂ ਸਾਨੂੰ ਇੱਕ ਮਨ ਮਿਲਿਆ ਸੀ, ਬੜਾ ਸ਼ੁੱਧ ਮਨ ਸੀ। ਉਹ ਮਨ ਬੜਾ ਪੁਰਾਣਾ ਹੈ, ਬਹੁਤ ਪੁਰਾਣਾ ਹੈ, ਬਹੁਤ ਜ਼ਿਆਦਾ ਪੁਰਾਣਾ। ਇੰਨਾ ਕੁ ਪੁਰਾਣਾ ਹੈ ਧਰਤੀਆਂ ਵੀ ਨਹੀਂ ਹੈਗੀਆਂ, ਉਦੋਂ ਦਾ ਹੈਗਾ ਜੀ। ਇਹ ਮਨ ਜਿਹੜਾ ਹੈ ਨਾ, ਦੇਖੋ ਇਹ ਮਨ ਓਰੀਜਨਲ ਸਟੇਟ 'ਚ ਆਪਾਂ ਲੈ ਕੇ ਜਾਣਾ ਇਹਨੂੰ। ਇਹ ਮਨ ਜਿਹੜਾ ਹੈ ਨਾ, ਮਨ ਤੇ ਚਿੱਤ ਦੋ ਹੀ ਤੇ ਚੀਜ਼ਾਂ ਨੇ। ਇੰਦਰੀਆਂ ਜਿਹੜੀਆਂ ਹੈਗੀਆਂ ਨਾ, ਗਿਆਨ ਇੰਦਰੀਆਂ, ਕਰਮ ਇੰਦਰੀਆਂ, ਇਹ ਮਤਲਬ ਇਹ ਜੇ ਖਰਾਬ ਹੋ ਰਹੀਆਂ ਨੇ ਤੇ ਇਹਦਾ ਕਾਰਨ ਇਹੋ ਹੀ ਆ ਕਿ ਮਗਰਲੇ ਬੰਦੇ ਜਿਹੜੇ ਇਹਨਾਂ ਦਾ ਕਰਤਾ ਉਹ ਗੜਬੜ ਕਰ ਰਿਹਾ, ਉਹ ਅਗਿਆਨ 'ਚ ਆ ਗਿਆ। ਔਰ ਜਦੋਂ ਆਪਾਂ ਧਿਆਨ ਸਿਮਰਨ ਕੀਤਾ ਤੇ ਹੌਲੀ ਹੌਲੀ ਕਰਕੇ ਚਿੱਤ ਨੇ ਵੀ ਸਾਫ਼ ਹੋ ਜਾਣਾ, ਤੇ ਚਿੱਤ ਨੂੰ ਵੇਖ ਕੇ ਮਨ ਨੇ ਵੀ ਸੁਧਰ ਜਾਣਾ। ਹੁਣ ਮਨ ਨੂੰ ਨਹੀਂ ਆਪਾਂ ਸੁਧਾਰ ਸਕਦੇ, ਆਪਾਂ ਚਿੱਤ ਨੂੰ ਸੁਧਾਰਨਾ। ਕਿਉਂਕਿ ਜਦੋਂ ਚਿੱਤ ਤੇ ਪਰਦਾ ਨਹੀਂ ਬਣੂਗਾ ਤੇ ਮਨ ਕਿੱਥੋਂ ਫੜ ਲੂਗਾ? ਕੋਈ ਵੀ ਚੀਜ਼ ਦਿਖਦੀ ਹੈ ਤੇ ਮੈਂ ਉਹਦੇ ਅਟਰੈਕਟ ਹੁੰਦਾ ਨਾ, ਇੰਦਰੀਆਂ ਦੇ ਰਾਹੀਂ ਕੋਈ ਚੀਜ਼ ਸਾਡੇ ਅੰਦਰ ਜਾਂਦੀ ਹੈ। ਜਦੋਂ ਚਿੱਤ ਨਾਲ ਨਿਰਮਲ ਹੋ ਜਾਣਾ ਨਾ, ਉੱਥੇ ਕੋਈ ਚੀਜ਼ ਟਿਕਣੀ ਨਹੀਂ ਹੈ, ਸਾਰੀਆਂ ਲੀਕਾਂ ਸਾਫ਼ ਹੋ ਜਾਣੀਆਂ। ਚੀਜ਼ ਆਊਗੀ ਜ਼ਰੂਰ, ਪਰ ਤੇ ਚਿਪਕੂਗੀ ਨਹੀਂ। ਹੁਣ ਸਧਾਰਨ ਤੌਰ ਤੇ ਆਪਣਾ ਚਿੱਤ ਕੀ ਹੋ ਗਿਆ ਕਿ ਜਿੱਦਾਂ ਇੱਕ ਗੂੰਦ ਜਿਹੀ ਲੱਪਣ ਗਿਆ ਵਾ, ਕੋਈ ਵੀ ਚੀਜ਼ ਆ ਜਾਂਦੀ ਵੀ ਚਿੰਬੜ ਜਾਂਦੀ ਹੈ, ਫਿਰ ਹਿੱਲਦੀ ਨਹੀਂ।
ਤੇ ਜਦੋਂ ਉਹ ਚੀਜ਼ ਚਿੰਬੜ ਜਾਂਦੀ ਹੈ ਫਿਰ ਉਹ ਤੋਂ ਮਨ ਕਾਰਜ ਸ਼ੁਰੂ ਕਰ ਦਿੰਦਾ, ਫਿਰ ਉੱਥੇ ਤੇ ਗੜਬੜ ਹੋ ਜਾਂਦੀ ਹੈ। ਔਰ ਤੁਸੀਂ ਦੇਖੋ, ਔਰ ਇਹ ਕਈ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਕਈ ਚੀਜ਼ਾਂ ਤੁਹਾਨੂੰ ਕਿੰਨੇ ਸਮੇਂ ਤੋਂ ਪਰੇਸ਼ਾਨ ਕਰ ਰਹੀਆਂ ਨੇ, ਕਿਉਂਕਿ ਉਹ ਤੁਹਾਡਾ ਚਿੱਤ ਜਿਹੜਾ ਨਾ, ਚਿੱਤ ਆਪਣੀ ਅਸਲੀਅਤ ਨੂੰ ਗਵਾ ਬੈਠਾ ਹੈ। ਉਹ ਅਸਲੀਅਤ ਨੂੰ ਗਵਾਚਣ ਦੇ ਕਰਕੇ ਕੀ ਹੋ ਗਿਆ ਕਿ ਹੁਣ ਉਹ ਓਡਾ ਵਧੀਆ ਨਹੀਂ ਰਹਿ ਗਿਆ, ਜਿਹਦਾ ਕੋਈ ਕੱਪੜਾ ਵਾ ਬਹੁਤਾ ਜ਼ਿਆਦਾ ਗੰਦਾ ਹੋ ਗਿਆ। ਤੇ ਠੀਕ ਹੈ ਨਿੱਜਰ ਸਾਹਿਬ, ਹੁਣ ਤੁਸੀਂ ਸ਼ੁਰੂ ਕਰੋ। ਹਾਂਜੀ। ਕੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ। ਕਹਿੰਦੇ ਕਲਯੁਗ ਦੇ ਵਿੱਚ ਜਿਹੜੇ ਇਨਸਾਨਾਂ ਦਾ ਸੁਭਾਅ ਜਿਹੜਾ ਹੈਗਾ ਕੁੱਤਿਆਂ ਵਰਗਾ ਹੋ ਗਿਆ। ਉਹਨਾਂ ਨੂੰ ਇੰਨੀ ਤ੍ਰਿਸ਼ਨਾ ਹੋ ਗਈ ਕੁੱਤੇ ਵਾਂਗੂ, ਇੰਨਾ ਜਿਹੜਾ ਹੈਗਾ ਉਹਨਾਂ ਦਾ ਜਿਹੜਾ ਹੈਗਾ ਲੋਭ ਇੰਨਾ ਵੱਧ ਗਿਆ ਕਿ ਬਸ ਕਿ ਉਹਨਾਂ ਦਾ ਜਿਹੜਾ ਹੈਗਾ ਖੁਰਾਕ ਹੀ ਜਿਹੜੀ ਹੈ ਮੁਰਦਾਰ ਹੋ ਗਈ ਹੈ। ਉਹਨਾਂ ਦਾ ਅਨਾਜ ਜਿਹੜਾ ਹੈਗਾ ਮੁਰਦਾਰ ਹੋ ਗਿਆ। ਉਹ ਮੁਰਦਾਰ ਮਤਲਬ ਦੂਸਰੇ ਨੂੰ ਮਾਰ ਕੇ ਖਾਣਾ, ਦੂਸਰੇ ਦਾ ਸ਼ਿਕਾਰ ਕਰਨਾ, ਦੂਸਰੇ ਨੂੰ ਲੁੱਟਣਾ, ਦੂਸਰੇ ਦਾ ਜਿਹੜਾ ਹੈਗਾ ਉਹਨੂੰ ਆਪਣੇ ਹੁੱਕ ਐਂਡ ਕਰੁਕ ਕਿਸੇ ਵੀ ਤਰੀਕੇ ਨਾਲ ਜਿਹੜਾ ਹੈਗਾ ਉਸ ਤੇ ਕਬਜ਼ਾ ਕਰਨਾ, ਇਹੀ ਉਹਦਾ ਖਾਣਾ ਖੁਰਾਕ ਹੈਗੀ। ਕੂੜ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਔਰ ਇਹਦੇ ਵਾਸਤੇ ਜਿਹੜਾ ਹੈਗਾ ਪੂਰੀ ਤਰ੍ਹਾਂ ਝੂਠ ਦਾ ਸਹਾਰਾ ਲੈਂਦਾ ਹੈ, ਔਰ ਕੋਈ ਕਿਸੇ ਕਿਸਮ ਦੀ ਉਹਨੂੰ ਜਿਹੜੀ ਹੈਗੀ ਕੋਈ ਸ਼ਰਮ ਨਹੀਂ ਹੈਗੀ, ਕੋਈ ਉਹਨੂੰ ਜਿਹੜੀ ਹੈਗੀ ਆ ਉਹਨੂੰ ਲੋਕ ਲਾਜ ਨਹੀਂ ਹੈਗੀ, ਕੋਈ ਇੱਜ਼ਤ ਨਹੀਂ ਹੈਗੀ, ਕੋਈ ਪੱਤ ਨਹੀਂ ਹੈਗੀ ਉਹਦੀ। ਸਾਰਾ ਕੁਝ ਉਹ ਦਾਅ ਤੇ ਲਾ ਦਿੰਦਾ ਹੈ। ਧਰਮ ਦਾ ਪੂਰਾ ਵਿਚਾਰ ਹੀ ਜਿਹੜਾ ਹੈਗਾ ਖਤਮ ਹੋ ਗਿਆ। ਹਾਂਜੀ ਵੀਰ, ਬਿਲਕੁਲ ਠੀਕ ਹੈ। ਹੁਣ ਦੇਖ ਲਓ ਸਾਧ ਸੰਗਤ ਜੀ, ਸਮਾਂ ਕਿੱਡਾ ਖਤਰਨਾਕ ਆ। ਅੱਜ ਦੀ ਡੇਟ 'ਚ ਬੰਦੇ ਦੀ ਭਾਵੇਂ ਲੱਖ ਰੁਪਇਆ ਤਨਖਾਹ ਵਾ ਨਾ, ਉਹ ਜਦ ਤੱਕ ਉਹਨੂੰ ਤੋਂ ਰਿਸ਼ਵਤ ਨਹੀਂ ਮਿਲਦੀ ਉਹਨੂੰ ਚੈਨ ਨਹੀਂ ਆਉਂਦਾ। ਤੁਸੀਂ ਦੇਖੋ, ਇੱਕ ਬੰਦੇ ਨੂੰ ਤੁਸੀਂ ਵੋਟਾਂ ਪਾਉਂਦੇ, ਜੋ MLA ਬਣ ਜਾਂਦਾ, MP ਬਣ ਜਾਂਦਾ, ਜਦੋਂ ਕੁਰਸੀ ਤੇ ਬਹਿ ਜਾਂਦਾ ਉਹ ਪਾਗਲ ਕੁੱਤੇ ਵਾਲਾ ਹਿਸਾਬ ਕਰਦਾ। ਬਿਲਕੁਲ, ਉਹ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਹੀ ਨਹੀਂ। ਦੇਖੋ, ਇਹ ਚੀਜ਼ ਨੂੰ ਨੋਟਿਸ ਕਰੋ। ਇਹ ਬਾਣੀ 'ਚ ਵੇਖੋ ਕਦੋਂ ਦਾ ਲਿਖਤਾ ਉਹਨਾਂ ਨੇ, ਕਿੰਨਾ ਟਾਈਮ ਪਹਿਲੇ ਪ੍ਰੈਡਿਕਸ਼ਨ ਕਰਤੀ, 700-800 ਸਾਲ ਪਹਿਲਾਂ ਹੀ ਕਹਿ ਦਿੱਤਾ ਕਿ ਕਲਯੁਗ ਦਾ ਟਾਈਮ ਆ ਕਿ ਬੰਦੇ ਦਾ ਸੁਭਾਅ ਜਿਹੜਾ ਵਾ ਮਤਲਬ ਕੋਈ ਹੁਣ ਇਹ ਨਹੀਂ ਵੇਂਦਾ ਕਿ ਇੱਕ ਬੰਦਾ ਸਧਾਰਨ ਬੰਦਾ ਵਾ, ਉਹ ਵੀ ਤੇ ਮੈਂ ਵੀ, ਕੋਈ ਫਰਕ ਤੇ ਹੈ ਨਹੀਂ। ਉਹ ਰਕਸ਼ਾ ਚਲਾਉਂਦੇ ਆ, ਮੈਂ ਏਡਾ ਸੋਹਣਾ ਸਾਹਿਬ ਬਣਿਆ ਵਾ, ਮੈਨੂੰ 5-7 ਬਾਡੀਗਾਰਡ ਮਿਲੇ ਆ ਤੇ ਮੇਰੇ ਹੱਥ ਦੀ ਸ਼ਕਤੀ ਆ, ਮੈਂ ਸਾਈਨ ਕਰਦਾ ਤੇ ਨਾਲ ਹੀ ਫੈਸਲਾ ਚੇਂਜ ਹੋ ਜਾਂਦਾ। ਉਹਦੇ ਬਾਵਜੂਦ ਵੀ ਵੇਖ ਲਓ ਬੰਦਾ, ਉਹਨੂੰ ਪਤਾ ਹੀ ਨਹੀਂ ਕਿ ਮੈਂ ਰਿਸ਼ਵਤ ਲੈ ਰਿਹਾ, ਮਤਲਬ ਮੁਰਦਾ ਖਾ ਲੈਣਾ। ਮਤਲਬ ਖਾਣਾ ਕਿਹੜਾ ਵਧੀਆ ਥੋੜੀ ਹੁੰਦਾ, ਕੋਈ ਵੀ ਗੰਦਮੰਦ ਖਾ ਹੀ ਲੈਂਦਾ। ਇਹ ਕਹਿੰਦੇ ਕਿ ਕਲਯੁਗ ਦਾ ਸਮਾਂ ਹੈ, ਉਹ ਬੰਦਾ ਮਤਲਬ ਤਾਂ ਬੰਦੇ ਦੀ ਖੁਰਾਕ ਜਿਹੜੀ ਹੋਗੀ ਮੁਰਦਿਆਂ ਵਾਲੀ, ਕੁੱਤੇ ਦੀ ਖੁਰਾਕ ਹੋਗੀ, ਬਹੁਤ ਘਟੀਆ ਕਿਸਮ ਦਾ ਖਾਣਾ, ਔਰ ਉਹ ਖਾਈ ਜਾ ਰਿਹਾ। ਭੁੰਜੇ ਸੁੱਟ ਦਿੰਦੇ, ਤੁਸੀਂ ਖਾਣਾ ਵੇਖ ਲਓ, ਕੁੱਤਾ ਖਾਈ ਜਾਂਦਾ, ਕੁੱਤੇ ਨੂੰ ਕੀ ਫਰਕ ਪੈਂਦਾ, ਭੁੰਜੇ ਸੁੱਟਿਆ ਗੰਦ ਸੁੱਟਿਆ ਨੇ ਖਾ ਹੀ ਲੈਣੀ। ਉਹੀ ਕਹਿੰਦੇ ਕਿ ਇਨਸਾਨ ਦੀ ਜਿਹੜੀ ਹਾਲਤ ਆ ਉਹ ਕੁੱਤੇ ਵਾਲੀ ਹੋ ਗਈ, ਔਰ ਉਹ ਇਹ ਨਹੀਂ ਵੇਂਦਾ ਕਿ ਇਹ ਖਾਣਾ ਕੀ ਆ, ਬਸ ਉਹਨੂੰ ਹਲਕਿਆਂ ਕੁੱਤਿਆਂ ਵਾਂਗੂ ਜਿਹੜੀ ਵੀ ਚੀਜ਼ ਮਿਲਦੀ ਖਾਣੀ ਸ਼ੁਰੂ ਕਰ ਦਿੰਦਾ। ਠੀਕ ਹੈ ਨਾ? ਜੈਸਾ ਅਗਲੀ ਤੁਕ ਬੋਲੋ, ਕੂੜ ਬੋਲੇ, ਕੂੜ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਕਹਿੰਦੇ ਇਹਦੇ ਵਾਸਤੇ ਸਾਰਾ ਕੁਝ ਕਰ ਰਿਹਾ ਹੈ, ਕਿਸੇ ਵੀ ਤਰੀਕੇ ਦੇ ਨਾਲ ਬੋਲ ਕੇ ਜਿਹੜਾ ਹੈਗਾ ਧਰਮ ਤਾਂ ਬਿਲਕੁਲ ਧਰਮ ਤੇ ਰਹਿੰਦਾ ਹੀ ਨਹੀਂ ਹੈ। ਉਹਦਾ ਫਰਜ਼, ਸਤ, ਸੰਤੋਖ, ਦਇਆ, ਧਰਮ, ਧੀਰਜ, ਚੀਜ਼ਾਂ ਇਹ ਗੁਣ ਹੈ ਹੀ ਨਹੀਂ ਉਹਦੇ ਅੰਦਰ ਵੀ ਮੈਂ ਕਾਹਦੇ ਵਾਸਤੇ ਆਇਆ। ਇਹਦਾ ਵਿਚਾਰ ਹੀ ਨਹੀਂ ਕਰਦਾ ਇਹਨਾਂ ਚੀਜ਼ਾਂ ਦਾ, ਇਹਨਾਂ ਤੇ ਸੋਚਦਾ ਹੀ ਨਹੀਂ ਹੈ। ਹਾਂਜੀ, ਕੂੜ ਬੋਲ ਭੌਂਕਣਾ, ਚੂਕਾ ਧਰਮ ਵਿਚਾਰ। ਧਰਮ ਦਾ ਵਿਚਾਰ ਹੀ ਕਹਿੰਦੇ ਚੁੱਕ ਗਿਆ, ਬਿਲਕੁਲ ਸੋਚਦੇ ਹੀ ਨਹੀਂ ਹੈ ਵੀ ਅਸੀਂ ਕੀ ਕਰ ਰਹੇ ਹਾਂ, ਕਾਹਦੇ ਵਾਸਤੇ ਆਏ ਹਾਂ। ਸੱਚ ਨਾਮ ਦੀ ਚੀਜ਼ ਹੈ ਹੀ ਨਹੀਂ ਹੈ, ਬਸ ਠੱਗੀ ਮਾਰਨੀ ਹੈ ਝੂਠ ਬੋਲ ਕੇ। ਹਾਂਜੀ ਗੋਕੇ ਸਾਹਿਬ। ਹਾਂ ਬਿਲਕੁਲ ਠੀਕ ਹੈ। ਹਾਂ ਦੇਖ ਲਓ, ਹੁਣ ਤੁਸੀਂ ਆਪ ਹਿਸਾਬ ਨਾਲ ਆਪਣੇ ਘਰ 'ਚ ਹੀ ਵੇਖੋ, ਆਪਾਂ ਕਿਸੇ ਨੂੰ ਕੀ ਕਹਿਣਾ। ਹਰ ਘਰ 'ਚ ਲੋਕੀ ਝੂਠ ਮਾਰੀ ਜਾਂਦੇ, ਆਪਣੇ ਜੀਵਨ ਸਾਥੀ ਨੇ ਝੂਠ ਮਾਰੀ ਜਾਂਦੇ, ਲੋਕੀ ਭੈਣ ਭਰਾਵਾਂ ਨਾਲ ਝੂਠ ਕਿਉਂ ਬੋਲਦੇ ਹਾਂ ਆਪਾਂ, ਏਦਾਂ ਕਿਉਂ ਕਰ ਰਹੇ ਹਾਂ? ਬਾਣੀ ਤੁਹਾਨੂੰ ਪਤਾ ਨਹੀਂ, ਬਾਣੀ ਤੇ ਕਹਿੰਦੀ ਹੈ ਕਿ ਝੂਠ ਮਾਰਨ ਦੇ ਨਾਲ ਆਪਣਾ ਕਿਸੇ ਦਾ ਥੋੜੀ ਨੁਕਸਾਨ ਹੈ, ਸਾਡਾ ਆਪਣਾ ਨੁਕਸਾਨ ਹੈ। ਤੁਹਾਨੂੰ ਪਤਾ, ਤੁਸੀਂ ਝੂਠ ਮਾਰਦੇ ਜੇ ਤੁਹਾਡੇ ਅੰਦਰ ਚੀਜ਼ ਟੁੱਟ ਜਾਂਦੀ ਹੈ। ਇਸ ਲਈ ਕਿਹਾ ਕਿ ਝੂਠਾ ਮਾਰਿਆ ਕਰੋ, ਬਹੁਤ ਮਾੜੀ ਚੀਜ਼ ਹੈ। ਹੁਣ ਕਹਿੰਦੇ ਕਿ ਕੂੜ ਬੋਲੇ ਭੌਂਕਣਾ, ਚੂਕਾ ਧਰਮ ਵਿਚਾਰ।
ਵੇਖ ਲਓ, ਚੂਕੇ ਦਾ ਮਤਲਬ ਧਰਮ ਵਿਚਾਰ, ਵਿਚਾਰ ਧਰਮ ਵੀ ਗਿਆ ਤੇ ਵਿਚਾਰ ਸ਼ਕਤੀ ਵੀ ਗਈ, ਧਰਮ ਵੀ ਗਿਆ ਹਨਾ, ਤੇ ਵਿਚਾਰ ਵੀ ਗਿਆ, ਤਰਕ ਵੀ ਗਿਆ। ਤਰਕ ਦਾ ਮਤਲਬ ਵਿਚਾਰ ਹੁੰਦਾ ਹੈ, ਕਿਸੇ ਵੀ ਚੀਜ਼ ਦੇ ਬਾਰੇ ਵਿਚਾਰ ਕਰਨੀ, ਉਹਨੂੰ ਚੈੱਕ ਕਰਨਾ, ਉਹਨੂੰ ਵਿਵੇਕ ਬੁੱਧੀ ਦੇ ਥੱਲੇ ਤੇ ਲੈ ਕੇ ਆਉਣਾ, ਉਹਨੂੰ ਵੇਖਣਾ ਕਿ ਸਹੀ ਤੇ ਗਲਤ, ਫਿਰ ਸਹੀ ਨੂੰ ਚੁਣਨਾ, ਗਲਤ ਨੂੰ ਛੱਡ ਦੇਣਾ। ਇਹ ਬੁੱਧੀ ਦਾ ਸੁਭਾਅ ਹੈ ਸਾਡੀ। ਵੈਸੇ ਜਿਹੜੀ ਬੁੱਧੀ ਹੈਗੀ ਨਾ, ਉਹਦਾ ਮਤਲਬ ਇਹੋ ਹੀ ਆ ਕਿ ਜਿੱਦਾਂ ਆਪਾਂ ਢਿੱਡ 'ਚ ਕੋਈ ਚੀਜ਼ ਨਕਾਉਂਦੇ ਆ, ਔਰ ਪਹਿਲਾਂ ਉਹ ਸਾਡੀਆਂ ਸੈਂਸਾਂ ਦੇ ਵਿੱਚੋਂ ਲੰਘਦੀ, ਹੱਥਾਂ ਦੇ, ਨਾਸਾਂ ਦੇ, ਅੱਖਾਂ ਦੇ, ਜ਼ੁਬਾਨ ਦੇ, ਫਿਰ ਢਿੱਡ 'ਚ ਚੀਜ਼ ਆਉਂਦੀ। ਉਸੇ ਤਰ੍ਹਾਂ ਦੀ ਵਿਚਾਰ ਨਾਮ ਦੀ ਜਿਹੜੀ ਸ਼ਕਤੀ ਹੈ, ਉਹ ਬੜੀ ਵਧੀਆ ਚੀਜ਼ ਹੈ, ਕਿਉਂਕਿ ਮਨ ਦੇ ਅੰਦਰ ਕੋਈ ਵਿਚਾਰ ਜਾਂਦਾ ਹੈ, ਕੋਈ ਵੀ ਚੀਜ਼ ਜਾਂਦੀ ਹੈ ਤੇ ਉਹ ਭੋਗ ਜਾਂਦਾ ਹੈ, ਤਾਂ ਮਨ ਦੇ ਅੰਦਰ ਆਪਣੇ ਇੱਕ ਵਿਚਾਰ ਸ਼ਕਤੀ ਕੀ, ਅਸੀਂ ਉਸ ਨੂੰ ਡਿਸਟਰੋਏ ਕਰ ਸਕਦੇ ਹਾਂ ਨਿੱਜਰ ਸਾਹਿਬ। ਬਿਲਕੁਲ। ਪਰ ਜੇ ਆਪਾਂ ਉਹਨੂੰ ਹੁਣ ਜਿੱਦਾਂ ਮਤਲਬ ਚੋਰ ਕੁੱਤੀ ਰਲ ਜਾਣ, ਫੇਰ ਤੇ ਗੜਬੜ ਹੋ ਜੂ ਨਾ ਨਿੱਜਰ ਸਾਹਿਬ। ਬਿਲਕੁਲ। ਹਾਂ, ਹੁਣ ਜੀ ਚੋਰ ਵੀ ਰਲ ਜੇ, ਕੁੱਤੀ ਵੀ ਰਲ ਜੇ, ਫਿਰ ਉਹਨੂੰ ਫਿਰ ਰੌਲਾ ਕਿਹਨੇ ਪਾਉਣਾ? ਰੌਲਾ ਤੇ ਪਾਉਣਾ ਨਹੀਂ ਕਹਿੰਦੇ, ਉੱਥੇ ਗੜਬੜ ਹੋ ਜਾਊਗੀ। ਇਸੇ ਤਰ੍ਹਾਂ ਬੁੱਧੀ ਜਿਹੜੀ ਬੜੀ ਜਿਹੜੀ ਚੀਜ਼ ਹੈ, ਤੇ ਮਨ ਨੂੰ ਆਪਾਂ ਬਾਣੀ ਪੜ੍ਹਦੇ ਹਾਂ ਤੇ ਹਾਂਜੀ, ਬੁੱਧੀ ਮਨ ਨਾਲ ਰਲ ਗਈ ਆ ਫਿਰ। ਹਾਂ, ਚੋਰ ਕੁੱਤੀ ਰਲ ਜੇਗੀ ਤੇ ਗੜਬੜ ਹੋ ਜਾਊਗੀ। ਇੱਥੇ ਫਿਰ ਕੀ ਕਹਿੰਦੇ ਆ, ਬਾਣੀ ਕਹਿੰਦੀ ਆ, ਕੂੜ ਬੋਲੇ, ਬੋਲ ਬੋਲੇ ਭੌਂਕਣਾ। ਹਾਂ, ਤੇ ਫਿਰ ਕਹਿੰਦੇ ਚੂਕਾ ਧਰਮ ਵਿਚਾਰ। ਧਰਮ ਵੀ ਗਿਆ। ਧਰਮ ਦਾ ਮਤਲਬ ਪਤਾ ਕੀ ਹੈ? ਧਰਮ ਦਾ ਮਤਲਬ ਇੱਥੇ ਕਹਿੰਦੇ ਆ ਕਿ ਧਰਮ ਇੱਕ ਤਰਾਜੂ ਆ, ਉਹਦੇ ਤੇ ਜੋਖੀ ਦੀ ਚੀਜ਼ ਆ। ਆਪਾਂ ਕੋਈ ਵੀ ਕੰਮ ਕਰਦੇ ਪਹਿਲਾਂ ਤਰਾਜੂ ਤੇ ਪਾਉਂਦੇ ਨਾ, ਆਪਾਂ ਧਰਮ ਦੇ ਤਰਾਜੂ, ਕਿ ਉੱਥੇ ਵੇਖਣਾ ਹੈ ਕਿ ਉਹਨੂੰ ਵੇਖਣਾ ਹੈ, ਧਰਮ ਦੇ ਉੱਪਰ ਕੀ ਰੱਖਣੀ ਆ, ਕਿ ਧਰਮ ਕੀ ਕਹਿੰਦਾ, ਕਿ ਸੱਚੀ ਚੀਜ਼ ਮੇਰੀ ਹੈਗੀ ਆ। ਤੇ ਫਿਰ ਉਹ ਵਿਚਾਰ ਸ਼ਕਤੀ ਨੇ ਦੱਸਣਾ ਕਿ ਹਾਂ ਇਹ ਚੀਜ਼ ਤੇਰੀ ਹੈ, ਵੀ ਰੱਖ ਲਾ, ਜੇ ਤੇਰੀ ਨਹੀਂ ਹੈ ਤੇ ਵੀ ਛੱਡ ਦੇ, ਤੇਰੀ ਨਹੀਂ ਆ। ਉਹ ਪੈਸੇ ਦੀ ਕੀਮਤ ਨਹੀਂ ਹੈਗੀ। ਇਹ ਨਾ ਅੰਗਰੇਜ਼ਾਂ ਦੇ ਸਮੇਂ ਦੀ ਮੈਂ ਤੁਹਾਨੂੰ ਦੱਸਦਾ ਗੱਲ। ਅੰਗਰੇਜ਼ਾਂ ਦੇ ਟਾਈਮ ਤੇ ਨਾ ਬੜੇ ਲੋਕ ਇਮਾਨਦਾਰ ਸਨ, ਤੇ ਅੰਗਰੇਜ਼ਾਂ ਨੇ ਇੱਕ ਕਹਿੰਦੇ ਕਿ ਮੈਂ ਪੁਰਾਣੇ ਬਜ਼ੁਰਗ ਕੋਲ ਗੱਲ ਸੁਣੀ, ਉਹ ਕਹਿੰਦੇ ਕਿ ਇਹ ਕਿੰਨੇ ਕੀ ਇਮਾਨਦਾਰ, ਇਹਨਾਂ ਦੀ ਇਮਾਨਦਾਰੀ ਚੈੱਕ ਕਰਨੀ ਹੈ। ਉਹਨਾਂ ਨੇ ਕੀਤਾ ਕਿ ਸਿੱਕੇ ਸੁੱਟਦੇ ਨਿੱਜਰ ਸਾਹਿਬ, ਸੋਨੇ ਦੇ ਸਿੱਕੇ ਕੱਚੇ ਰਸਤਿਆਂ ਦੇ ਉੱਤੇ, ਤੇ ਉਹ ਬੰਦਾ ਲੰਘਣ ਦੇ, ਉਹਨੇ ਵੇਖਿਆ ਤੇ ਸੋਨੇ ਦੇ ਸਿੱਕੇ ਪਏ। ਉਹਨੇ ਕੀ ਕੀਤਾ, ਉਹਨੇ ਚੁੱਕ ਲਏ। ਤੇ ਅੰਗਰੇਜ਼ ਕਹਿੰਦਾ ਚੁੱਕ ਕੇ ਜੇ ਤੂੰ ਥੈਲੀ 'ਚ ਪਾਊਗਾ ਇਹਨੂੰ ਮੈਂ ਫੜ ਲੂੰਗਾ, ਪਰ ਉਹਨੇ ਏਦਾਂ ਨਹੀਂ ਕੀਤਾ। ਉਹਨੇ ਇੱਕ ਪੱਥਰ ਵੇਖਿਆ, ਲੱਭ ਕੇ ਪੱਥਰ ਦੇ ਉੱਤੇ ਸਿੱਕੇ ਰੱਖਦੇ ਨਿੱਜਰ ਸਾਹਿਬ। ਆਪ ਦੇਖੋ 70 ਸਾਲ 'ਚ ਆਪਾਂ ਕਿੱਧਰ ਗਏ ਆ। ਹੁਣ ਤੇ 10 ਰੁਪਏ ਰੱਖੋ ਤੇ ਬੜੀ ਦੂਰ ਦੀ ਗੱਲ, ਤੁਹਾਡੇ ਲੋਕੀ ਬੁੱਝ 'ਚ ਕੱਢ ਲੈਂਦੇ। ਇੱਥੇ ਗੋਰਖੀ ਸਾਹਿਬ, ਮੈਂ ਮਤਲਬ ਕਿ ਅਮਰੀਕਾ ਕੈਨੇਡਾ ਦੇ ਵਿੱਚ ਦੇਖਿਆ, ਲੋਕੀ ਜਿਹੜੇ ਹੈਗੇ ਹਾਲੇ ਵੀ ਇਮਾਨਦਾਰ ਹੈਗੇ। ਕੋਈ ਕਿਸੇ ਦੀ ਕੋਈ ਚੀਜ਼, ਕੋਈ ਫੋਨ, ਕੋਈ ਚੀਜ਼ ਵੀ ਡਿੱਗੀ ਹੁੰਦੀ ਹੈ, ਚੁੱਕ ਕੇ ਉਹ ਉੱਤੇ ਰੱਖ ਦਿੰਦੇ ਆ ਵੀ ਦਿਸ ਜਾਏ ਅਗਲੇ ਨੂੰ। ਇਹ ਤੇ ਨਿੱਜਰ ਸਾਹਿਬ ਉਹਦਾ ਕਾਰਨ ਪਤਾ ਕੀ, ਇਹਨਾਂ ਨੂੰ ਐਥਿਕਸ ਸਿਖਾਏ ਗਏ ਨੇ। ਜਿਹੜੇ ਕ੍ਰਿਸਚਨ ਹੈਗੇ ਨਾ, ਕ੍ਰਿਸਚਨ ਲੋਕਾਂ ਨੂੰ ਐਥਿਕਸ ਸਿਖਾਏ ਗਏ ਨੇ ਕਿ ਤੁਸੀਂ ਮਤਲਬ ਤੁਸੀਂ ਜਿਹੜਾ ਵਾ ਤੁਸੀਂ ਚੰਗੇ ਕਰਮ ਕਰਨੇ ਨੇ। ਕਰਮ ਸਿਖਾਉਂਦੇ ਇਹਨਾਂ ਨੂੰ, ਪਰ ਗਿਆਨ ਤੋਂ ਹੀਣ ਆ, ਪਰ ਕਰਮ ਸਿਖਾਉਂਦੇ ਇਹਨਾਂ ਨੂੰ। ਤਾਂ ਹੀ ਇਹ ਕੰਟਰੀਆਂ ਸਾਰੀਆਂ ਸਾਡੇ ਨਾਲ ਸੁਥਰੀਆਂ ਨੇ, ਸਾਡੇ ਤੋਂ ਘੱਟ ਬੇਈਮਾਨੀ ਇਹਨਾਂ ਕੋਲ ਹੈਗੀ ਆ। ਪਰ ਇਹਨਾਂ ਨੂੰ ਇਹ ਨਹੀਂ ਪ੍ਰੋਬਲਮ, ਇਹਨਾਂ ਨੂੰ ਇਹ ਨਹੀਂ ਪਤਾ ਐਥਿਕਸ ਜਿਹੜੇ ਹੈਗੇ ਉਹ ਤੁਹਾਡੇ ਅੰਤਰਾਕਰਨ ਚ ਮਤਲਬ ਕੀ ਬਦਲਾਅ ਹੋਊ। ਉਹ ਇਹ ਆ ਕਿ ਜਦੋਂ ਤੁਹਾਡਾ ਅੰਤਰਾਕਰਨ ਸ਼ੁੱਧ ਹੋ ਗਿਆ ਤੇ ਤੁਹਾਡੇ ਜਿਹੜੇ ਕਰਮ ਵੀ ਸਹੀ ਹੋ ਜਾਣੇ। ਪਰ ਸਹੀ ਕਰਮ ਸ਼ੁਰੂ ਕਰ ਦੋਗੇ ਤੇ ਤੁਹਾਡਾ ਅੰਤਰਾਕਰਨ ਥੋੜੀ ਸ਼ੁੱਧ ਹੋ ਜਾਣਾ। ਉਹਦੇ ਲਈ ਤੁਹਾਨੂੰ ਵੱਖਰੀ ਦਵਾਈ ਲੈਣੀ ਪੈਣੀ। ਬਿਲਕੁਲ ਠੀਕ ਹੈ। ਉਹ ਹੈ, ਇਹਨਾਂ ਦਾ ਪੁਆਇੰਟ ਹੈਗਾ ਇਹਨਾਂ ਕੋਲ। ਇਹ ਇਮਾਨਦਾਰ ਬਹੁਤ ਨੇ, ਸਾਡੀ ਚੀਜ਼ ਲੈਣਗੇ ਨਹੀਂ। ਤੇ ਠੀਕ ਹੈ ਜੀ, ਅਗਲੀ ਤੁਕ ਬੋਲੋ ਤੁਸੀਂ। ਹੁਣ ਕਹਿੰਦੇ ਤੇਰੇ ਕੋਲ ਦੇਖ ਲਓ, ਕਹਿੰਦੇ ਇਹਦੇ ਵਾਸਤੇ ਤੇਰੇ ਕੋਲ ਸਮਾਂ ਹੈਗਾ ਜਦ ਤੱਕ ਤੂੰ ਜਿਉਂਦਾ ਹੈਗਾ। ਜਿਨ ਜੀਵਨ ਦਿਆਂ ਪਤ ਨਹੀਂ ਮੂਇਆ ਮੰਦੀ ਸੋਏ। ਜੇ ਜਿਉਂਦੇ ਜੀ ਤੂੰ ਨਹੀਂ ਚੇਂਜ ਹੋਇਆ, ਜੇ ਜਿਉਂਦੇ ਜੀ ਤੂੰ ਜਿਹੜਾ ਹੈਗਾ ਇਹ ਕੁੱਤੇ ਮੂੰਹੀ ਜਿਹੜਾ ਹੈਗਾ ਨਹੀਂ ਹਟਾਇਆ, ਇਹ ਮੁਰਦਾਰ ਖਾਣਾ ਨਹੀਂ ਬੰਦ ਕੀਤਾ, ਝੂਠ ਬੋਲਣਾ ਨਹੀਂ ਬੰਦ ਕੀਤਾ, ਧਰਮ ਦਾ ਵਿਚਾਰ ਨਹੀਂ ਲਿਆ ਤੂੰ, ਤੇ ਪਿਆਰਿਆ ਫਿਰ ਤੇਰਾ ਮਰਨ ਤੋਂ ਬਾਅਦ ਤਾਂ ਤੇਰੀ ਮੰਦੀ ਹਾਲਤ ਹੋ ਜਾਣੀ। ਮੂਇਆ ਮੰਦੀ ਸੋਏ, ਤੇਰੀ ਸੋਏ ਮੰਦੀ ਆ। ਫਿਰ ਤੇਰਾ ਜਿਹੜਾ ਹੈਗਾ ਤੂੰ ਜਿਹੜਾ ਹੈਗਾ ਤੇਰੇ ਨਾਲ ਬਹੁਤ ਹੀ ਮੰਦਾ ਸਲੂਕ ਹੋਣਾ ਹੈ। ਜਿਨ ਜੀਵਨ ਦੀਆਂ ਪਤ ਨਹੀਂ ਮੂਇਆ ਮੰਦੀ ਸੋਏ, ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ। ਕਹਿੰਦੇ ਭਾਈ ਮਾਲਕ ਪਰਮਾਤਮਾ ਦਾ ਨਿਯਮ ਹੈਗਾ, ਕਰਤਾ ਉਹਨੇ ਕਰਨਾ ਹੈ, ਇਹਨੂੰ ਕੋਈ ਮਿਟਾ ਨਹੀਂ ਸਕਦਾ। ਲਿਖਿਆ ਹੋਇਆ ਜੋ ਕੁਛ ਤੂੰ ਲਿਖ ਰਿਹਾ ਆ, ਇਹੀ ਕੁਛ ਹੋਣਾ ਹੈ, ਇਹੀ ਕੁਛ ਤੇਰੇ ਨਾਲ ਵਾਪਰਨਾ। ਇਹ ਤੇਰਾ ਆਪਣਾ ਬਟੂਆ ਹੈਗਾ, ਤੂੰ ਜੋ ਇਹਦੇ ਵਿੱਚ ਪਾਏਗਾ ਉਹੀ ਤੈਨੂੰ ਗਾਹਾਂ ਮਿਲਣਾ ਆ। ਹਾਂਜੀ ਗੋਗੀ ਜੀ।
ਬਿਲਕੁਲ ਠੀਕ ਹੈ। ਹੁਣ ਸਾਧ ਸੰਗਤ ਜੀ ਇਹ ਕਹਿੰਦੇ ਆ, ਕਿੱਡਾ ਵਧੀਆ ਆਪਸ਼ਨ ਦਿੱਤਾ ਉਹਨਾਂ ਨੂੰ। ਹਾਂ ਕਹਿੰਦਾ ਜਿਉਂਦੇ ਜੀ ਜੇ ਤੇਰੀ ਪੱਤ ਨਹੀਂ ਨਾ ਹੋਈ ਹਾਂ ਤੇ ਮੋਏ ਮੰਦੀ ਸੋਏ, ਹੂੰ ਤੇ ਕਹਿੰਦੇ ਤੂੰ ਮਰ ਗਿਆ ਨਾ, ਤੇਰੀ ਬੜੀ ਬਦਨਾਮੀ ਹੋਣੀ, ਤੇਰੀ ਬੜੀ ਬੇਇੱਜ਼ਤੀ ਹੋਣੀ, ਕਿਉਂਕਿ ਤੇਰੀਆਂ ਪੰਡਾਂ 'ਚ ਸਵਾਹ ਨਿਕਲਣੀ। ਬਿਲਕੁਲ ਪਰ ਤੇਰੇ ਕੋਲ ਆਪਸ਼ਨ ਹੈਗਾ, ਹਾਂ ਤੂੰ ਚੰਗੀਆਂ ਪੰਡਾਂ ਵੀ ਭਰ ਸਕਦਾ ਹੈ, ਪਰ ਉਹਨਾਂ ਚਿਰ ਤੱਕ ਭਰ ਸਕਦਾ ਜਦ ਤੱਕ ਜਿੰਦਾ ਵਾ। ਹਾਂ ਕਿਉਂਕਿ ਜਦੋਂ ਤੂੰ ਮਰ ਗਿਆ ਤੇ ਫਿਰ ਤੇ ਉਹ ਜੋ ਹੈਗਾ ਉਹਦੇ 'ਚ ਤਾਂ ਕੁਝ ਬਦਲਾਅ ਹੋਣਾ ਹੀ ਨਹੀਂ। ਉੱਥੇ ਸੂਖਮ ਜਗਤ ਹੈ, ਉੱਥੇ ਪਰਮਾਤਮਾ ਨੇ ਤੇ ਉੱਥੇ ਧਰਮਰਾਜ ਰੂਪੀ ਸੱਤਾ ਬਣਾਈ ਆ, ਉਹਦੇ 'ਚ ਜਿਹੜਾ ਵੀ ਗਿਆ ਤੇ ਉਹਤੇ ਜੋ ਤੁਹਾਡੇ ਕੋਲ ਪਾਤਰਤਾ ਹੈਗੀ ਨਿਜਰ ਸਾਹਿਬ ਉਹੀ ਮਿਲਣਾ ਵਾ। ਹਾਂ ਉਹ ਰਿਪਲੇਸ ਕਿੱਦਾਂ ਕਰ ਦੋਗੇ ਤੁਸੀਂ? ਮੈਨੂੰ ਦੱਸੋ। ਤੁਸੀਂ ਹੁਣ ਮੈਂ ਇੱਥੇ ਮੈਨੂੰ ਕਹਿੰਦੇ ਚਰਨਜੀਤ ਟਿਕਟ ਖਰੀਦ, ਮੈਂ ਲਈ ਜਲੰਧਰ ਦੀ ਟਿਕਟ ਤੇ ਮੈਂ ਜਲੰਧਰ ਹੀ ਜਾਊਂਗਾ, ਮੈਂ ਦਿੱਲੀ ਕਿੱਦਾਂ ਚੱਲ ਜਾਊਂਗਾ ਦੱਸੋ? ਬਿਲਕੁਲ ਸਹੀ ਹੈ। ਇਹ ਬਾਣੀ ਤੇ ਆਪਾਂ ਨੂੰ ਇਹ ਸਮਝਾਉਂਦੀ ਕਿ ਜੇ ਜਿਹੜਾ ਬੰਦਾ ਜਿਉਂਦਿਆਂ, ਵੇਖੋ ਕਹਿੰਦੇ ਕਿ ਜੇ ਤੇਰੀ ਜਿਉਂਦਿਆਂ ਤੇਰੀ ਪੱਤ ਨਹੀਂ ਹੋਈ, ਇੱਜ਼ਤ ਦਾ ਮਤਲਬ ਕਹਿਣ ਤੋਂ ਭਾਵ ਹੈ ਕਿ ਤੈਨੂੰ ਮਾਨਸਿਕ ਸ਼ਾਂਤੀ ਨਹੀਂ ਪ੍ਰਾਪਤੀ ਹੋਈ। ਚੰਗੇ ਕਰਮ ਕਰੇਗਾ ਤੇ ਨਿਜਰ ਸਾਹਿਬ ਸ਼ਾਂਤੀ ਆਪਣੇ ਆਪ ਹੀ ਆ ਜਾਣੀ ਹੈ। ਝੂਠ ਬੋਲਣਾ ਬੰਦ ਕਰ ਦੋ, ਰਾਈਟ? ਬਿਲਕੁਲ। ਤੇ ਉਹ ਪੱਤ ਦਾ ਮਤਲਬ ਇਹ ਹੁੰਦਾ ਵਾ ਕਿ ਨਿਜਰ ਸਾਹਿਬ ਜਦੋਂ ਆਪਾਂ ਕੋਈ ਚੰਗੀ ਸਿਸਟਮ 'ਚ ਆ ਜਾਂਦੇ ਆ, ਚੰਗਾ ਕਰਮ ਕਰਦੇ ਆ, ਚੰਗੇ ਤਰੀਕੇ ਨਾਲ ਜੀਵਨ ਬਤੀਤ ਕਰਦੇ ਆ, ਤੇ ਪੱਤ ਆਪਣੇ ਆਪ ਹੀ ਹੋਣੀ ਆ। ਉਹਦੀ ਕੋਈ ਕੀਮਤ ਨਹੀਂ ਹੈਗੀ। ਉਹ ਤੇ ਤੁਹਾਡਾ ਮਨ ਜਿਹੜਾ, ਜਦੋਂ ਤੁਸੀਂ ਸਹੀ ਕੰਮ ਕੀਤੇ, ਮਨ ਨੇ ਆਪਣੇ ਆਪ ਹੀ ਸ਼ਾਂਤ ਹੋ ਜਾਣਾ। ਮਨ ਨਿਜਰ ਸਾਹਿਬ ਦੁਖੀ ਕਿਉਂ ਆ? ਕਿਉਂਕਿ ਮਨ ਨੂੰ ਆਪਾਂ ਮਤਲਬ ਹੋਰ ਉਹਨੂੰ ਆਪਾਂ ਬਾਹਰ ਮੁਖੀ ਕਰ ਰਹੇ ਆ, ਤੇ ਤਾਂ ਹੀ ਉਹਦੇ ਮਨ ਭੱਜ ਰਿਹਾ। ਤੇ ਆਪਾਂ ਜਦੋਂ ਛੋਟਾ ਬੱਚਾ ਜਿੱਦ ਕਰਦਾ, ਆਪਾਂ ਨੂੰ ਚੀਜ਼ ਦੇਈ ਜਾਂਦੇ ਆ, ਉਹ ਦੂਜੀ ਚੀਜ਼ ਕਰਦਾ, ਉਹ ਮੰਗਦਾ, ਆਪਾਂ ਉਹਨੂੰ ਉਹ ਦੇ ਦਿੰਦੇ ਆ। ਇਸੇ ਕਰਕੇ ਤੇ ਚੀਜ਼ਾਂ ਭੱਜੀ ਜਾਂਦੀਆਂ। ਆਪਾਂ ਪੂਰੀ ਕੋਸ਼ਿਸ਼ ਕਰਦੇ ਆ, ਆਪਾਂ ਸੋਚਦੇ ਆ ਮ੍ਰਿਗ ਤ੍ਰਿਸ਼ਨਾ ਦਾ ਕੰਮ ਸ਼ਾਂਤ ਹੋ ਜੂ, ਪਰ ਸ਼ਾਂਤ ਕਿੱਥੋਂ ਹੋਣੀ ਉਹਦੇ? ਕਿਉਂਕਿ ਆਪਾਂ ਜਿਵੇਂ ਉੱਥੇ ਜਾਣਾ, ਉਹ ਰੇਤਾ ਫਿਰ ਅਗਲੇ ਬੰਨੇ ਚੱਲ ਜਾਣੀ ਆ, ਉਹ ਪਾਣੀ ਅਗਲੇ ਬੰਨੇ ਚੱਲ ਜਾਂਦਾ। ਤੇ ਫਿਰ ਹੁਣ ਕਹਿੰਦੇ ਆ ਕਿ ਜਿਉਂਦੇ ਜੀ ਜੇਕਰ ਆਪਾਂ ਨੂੰ ਪੱਤ ਨਹੀਂ ਮਿਲਦੀ, ਸ਼ਾਂਤੀ ਨਹੀਂ ਮਿਲਦੀ, ਤੇ ਮੋਇਆ ਤੇ ਫਿਰ ਬੜੀ ਗੜਬੜ ਹੋ ਜਾਣੀ ਆ। ਕਿਉਂਕਿ ਮੋਇਆ ਜਿਹੜੀ ਆ ਫਿਰ ਬਦਨਾਮੀ ਵਾਲਾ ਕੰਮ ਹੈ। ਉੱਥੇ ਜਦੋਂ ਲੇਖਾ ਹੋਣਾ ਹੈ ਤੇ ਲੇਖੇ ਦੇ ਵਿੱਚ ਫਿਰ ਗੜਬੜ ਹੋਊਗੀ। ਅੱਗੇ ਲਿਖਿਆ ਨਾਨਕ ਸਾਹਿਬ, ਅਗਲੀ ਤੁਕ ਬੋਲੋ। ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋ ਹੋਏ। ਕਹਿੰਦੇ ਤੇਰੀ ਲਿਖ ਤੇ ਆ, ਤੇਰੇ ਕੋਲ ਤੂੰ ਲਿਖਾਰੀ ਹੈਗਾ ਆ, ਤੂੰ ਚੰਗਾ ਵੀ ਲਿਖ ਸਕਦਾ, ਮੰਦਾ ਵੀ ਲਿਖ ਸਕਦਾ ਹੈ। ਜੋ ਤੂੰ ਲਿਖੇਗਾ ਉਹਦੇ ਉੱਤੇ ਹੀ ਗੱਲ ਬਣਨੀ ਆ। ਲਿਖਿਆ ਹੋਵੇ ਨਾਨਕਾ, ਜੋ ਤੂੰ ਲਿਖੇਗਾ ਉਹੀ ਹੋਣਾ ਹੈ ਭਾਈ। ਹੇ ਨਾਨਕਾ, ਹੇ ਮੇਰੇ ਮਨਾ, ਕਰਤਾ ਕਰੇ ਸੋ ਹੋਏ। ਕਿਉਂ? ਮਾਲਕ ਦਾ ਨਿਯਮ ਹੈ, ਮਾਲਕ ਜੋ ਕਰ ਰਿਹਾ ਆ ਉਹੀ ਹੋਣਾ ਹੈ। ਮਾਲਕ ਨੇ ਆਹੀ ਰੂਲ ਬਣਾਇਆ ਹੋਇਆ ਆ। ਹਾਂਜੀ ਗੋਪੀ ਜੀ, ਬਿਲਕੁਲ ਠੀਕ ਹੈ। ਸਾਧ ਸੰਗਤ ਜੀ, ਇੱਥੇ ਕਹਿਣ ਤੋਂ ਭਾਵ ਹੈ, ਇੱਥੇ ਮਤਲਬ ਕਰਤਾ ਕਰੇ ਸੋ ਹੋਏ, ਮਤਲਬ ਪਤਾ ਕੀ ਹੈ ਕਿ ਇੱਥੇ ਆ ਕਿ ਕਰਤਾ ਨੇ ਤੇ ਕ੍ਰਾਈਟੇਰੀਆ ਬਣਾਇਆ ਵਾ। ਹਾਂ, ਜਿਹੋ ਜੀ ਵਸਤੂ ਲੈਵੇਂਗਾ ਉਹੋ ਜੀ ਕੀਮਤ ਤੈਨੂੰ ਮਿਲ ਜਾਣੀ। ਬਿਲਕੁਲ। ਕਰਤਾ ਕਰੇ ਸੋ ਨਹੀਂ ਹੋਏ, ਮਤਲਬ ਇਹ ਨਹੀਂ ਕਿ ਕਰਤਾ ਜੋ ਕਰੂਗਾ ਉਹੀ ਹੋਣਾ ਵਾ। ਇੱਥੇ ਬਾਣੀ ਦਾ ਮਤਲਬ ਇਹ ਆ ਕਿ ਜੋ ਤੂੰ ਸੌਦਾ ਕਰਕੇ ਆਇਆ, ਜੋ ਤੂੰ ਵਪਾਰ ਕੀਤਾ, ਵਣਜਾਰਾ ਨਹੀਂ ਕਹਿੰਦੇ, ਵਪਾਰੀ ਬੰਦਾ ਆ, ਅਸੀਂ ਵਪਾਰ ਕਰਨ ਆਏ ਆ। ਤੇ ਹੁਣ ਜਿਹੜਾ ਹੁਣ ਮੈਨੂੰ ਤੁਸੀਂ ਰੁਪਇਆ ਦਿੱਤਾ 10,000, ਕਿ ਚਰਨਜੀਤ ਜਾ ਕੋਈ ਚੰਗਾ ਸੌਦਾ ਖਰੀਦ ਲਿਆ, ਤੇ ਹੁਣ ਜਿਹੜਾ ਚੀਜ਼ ਮੈਂ ਖਰੀਦੀ ਆ ਉਹੀ ਮੇਰੇ ਕੋਲ ਹੋਣੀ ਆ, ਮੈਨੂੰ ਉਹ ਬਦਲੀ ਥੋੜੀ ਜਾ ਸਕਦੀ ਆ। ਇਹੋ ਕਹਿੰਦੇ ਕਿ ਸਵਾਸ ਰੂਪ ਜਿਹੜਾ ਜੀਵਨ ਆ, ਉਹਦੇ ਵਿੱਚ ਅਸੀਂ ਜਿੱਦਾਂ ਆਪਾਂ ਜੀਵਨ ਨੂੰ ਚਲਾਉਂਦੇ ਆ, ਉਹ ਉਮਰ ਤੇ ਉਹਦੀ ਪ੍ਰਾਪਤੀ ਵੀ ਤੇ ਉਹੀ ਚੀਜ਼ ਹੋਣੀ ਜਿੱਥੇ ਆਪਾਂ ਟਾਈਮ ਵੇਸਟ ਕੀਤਾ। ਹੁਣ ਤੁਸੀਂ ਚੁਗਲੀਆਂ ਕਰੀ ਜਾਓ, ਤੁਸੀਂ ਝੂਠ ਮਾਰੀ ਜਾਓ, ਤੁਸੀਂ ਚੋਰੀ ਕਰੀ ਜਾਓ, ਤੁਸੀਂ ਪਰਾਈ ਚੀਜ਼ ਨੂੰ ਚੁੱਕ ਕੇ ਘਰ ਲਾਇਓ, ਤੇ ਉਹ ਪੰਡਾ ਕਿਹਦੀਆਂ ਨੇ? ਉਹ ਸਾਡੀਆਂ ਹੀ ਆ ਟੀਚਰ ਸਾਹਿਬ। ਬਿਲਕੁਲ ਠੀਕ ਹੈ ਗੁਰਕੀ ਸਾਹਿਬ। ਦੇਖੋ, ਜਿਸ ਤਰ੍ਹਾਂ ਆਪਾਂ ਜੇ ਕਾਮ ਦੇ ਵਿੱਚ ਵਿਚਰਦੇ ਆ, ਕਾਮ ਦੀ ਪੰਡ ਬਣ ਜਾਣੀ ਹੈ। ਜੇ ਕ੍ਰੋਧ 'ਚ ਵਿਚਰਦੇ ਆ, ਕ੍ਰੋਧ ਦੀ ਬਣ ਜਾਣੀ ਹੈ। ਇਹਨੂੰ ਹੀ ਤਾਂ ਕਾਰਣਸ਼ੀਲ ਕਹਿੰਦੇ ਆ। ਹਾਂ, ਤੇ ਉਹ ਫਿਰ ਜਿੱਦਾਂ ਦਾ ਆਪਾਂ ਸਮਾਨ ਚੱਕਿਆ ਉਦਾਂ ਦਾ ਸਮਾਨ ਚੱਕਰੀ 'ਚ ਪੈ ਜਾਣਾ ਵਾ, ਤੇ ਉਸੇ ਹਿਸਾਬ ਨਾਲ ਸਾਨੂੰ ਅੱਗੇ ਗਤੀ ਕਰਨੀ ਪੈਣੀ। ਔਰ ਇਹ ਬਾਣੀ ਆਪਾਂ ਨੂੰ ਇਹ ਸਮਝਾਉਂਦੀ ਆ ਕਿ ਇਹ ਫਿਕਸ ਰੂਲ ਹੈਗਾ। ਤੂੰ ਜਿੱਦਾਂ ਦਾ ਬਿਜ਼ਨਸ ਕਰੇਗਾ, ਤੈਨੂੰ ਉਸੇ ਹੀ ਤਰ੍ਹਾਂ ਦਾ ਤੈਨੂੰ ਅਗਲੇ ਬੰਨੇ ਰਿਜ਼ਲਟ ਮਿਲਣਾ, ਚੇਂਜ ਨਹੀਂ ਹੋਣਾ, ਕਿਉਂਕਿ ਉਹ ਫਿਕਸ ਆ। ਉਹ ਪਰਮਾਤਮਾ ਨੇ ਉਹ 'ਚ ਬਦਲਾਅ ਨਹੀਂ ਕਰਨਾ, ਕਿਉਂਕਿ ਫਿਕਸ ਬਣਾ ਕੇ ਰੱਖਿਆ ਕਿ ਤੂੰ ਬਈ ਜਿੱਦਾਂ ਦਾ ਬਾਣੀ 'ਚ ਵੀ ਲਿਖਿਆ, ਜੈਸਾ ਕਰਮ ਕਰੇ ਇਨਸਾਨ ਤੈਸਾ ਫਲ ਦੇਵੇ ਭਗਵਾਨ। ਕਿਉਂਕਿ ਦੇਖੋ, ਪਰਮਾਤਮਾ ਨੂੰ ਤੇ ਆਪਾਂ ਥੋੜਾ ਸਾਈਡ ਤੇ ਕਰੀਏ। ਜਿੱਦਾਂ ਹੁਣ ਆਪਾਂ ਹੀ ਆ, ਆਪਾਂ ਕੋਈ ਚੀਜ਼ ਬੀਜੀ ਨਹੀਂ ਆ, ਉਹ ਕਿੱਥੋਂ ਉੱਗੂਗੀ ਦੱਸੋ? ਬਾਣੀ 'ਚ ਗੁਰਕੀ ਮੈਂ ਬੀਜੀ ਨਹੀਂ ਆ। ਮੈਂ ਹੁਣ ਵੇਖੋ ਪਿੰਡਾਂ 'ਚ ਮੈਂ ਵੇਖਦਾ ਵਾਂ, ਗੁਰਕੀ ਸਾਹਿਬ, ਬਾਣੀ 'ਚ ਇਸ ਤਰ੍ਹਾਂ ਲਿਖਿਆ ਹੋਇਆ ਆ
ਕਿ ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ, ਇਸ ਤਰ੍ਹਾਂ ਲਿਖਿਆ ਬਾਣੀ ਚ। ਇਹ ਖੇਤ ਦੇ ਵਿੱਚ ਜੋ ਬੀਜਾਂਗੇ, ਮਤਲਬ ਕੀ ਦਾ? ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ, ਅਖੀਰ ਚ ਉਹੀ ਮਿਲਣਾ ਹੈ, ਤੇਰੇ ਸਾਹਮਣੇ ਆ ਜਾਣਾ ਹੈ, ਜੋ ਬੀਜੇਗਾ ਉਹੀ ਉੱਗ ਜਾਣਾ ਵਾ ਤੇਰੇ ਚਿੱਤ 'ਚ, ਜੋ ਤੂੰ ਬੀਜਿਆ ਵਾ ਉਹੀ ਉੱਗਣਾ ਹੀ। ਹਾਂ, ਤੇ ਇਹ ਹਾਂ, ਪਰ ਇਹ ਵੇਖੋ ਸਾਧ ਸੰਗਤ ਜੀ, ਉੱਥੇ ਇੱਕ ਚੀਜ਼ ਹੋਰ ਵੀ ਹੈਗੀ ਹੈ। ਕਈ ਵਾਰੀ ਆਪਾਂ ਚੰਗੀ ਚੀਜ਼ ਬੀਜਦੇ ਆ ਤੇ ਮਾੜੀ ਚੀਜ਼ ਵੀ ਉੱਗ ਜਾਂਦੀ ਹੈ ਵਿੱਚ। ਵੇਖਿਆ ਨਾ ਫਸਲਾਂ ਦੇ ਵਿੱਚ, ਤੁਸੀਂ ਬੀਜੋਗੇ ਝੋਨੇ ਦੇ ਵਿੱਚ ਨਾਲ ਹੋਰ ਵੀ ਘਟੀਆ ਘਾਹ ਵੀ ਉੱਗ ਜਾਂਦਾ, ਪਰ ਉਹਨੂੰ ਪੁੱਟਣਾ ਪੈਂਦਾ। ਇਸੇ ਤਰ੍ਹਾਂ ਸਾਡੇ 'ਚ ਚੰਗਿਆਈ ਵੀ ਹੈਗੀ ਤੇ ਬੁਰਾਈ ਵੀ ਹੈਗੀ। ਇਹ ਨਹੀਂ ਕਿ ਅਸੀਂ ਬਿਲਕੁਲ ਬਲੈਕ ਆਊਟ ਨਹੀਂ ਹੈਗੇ, ਆਪ ਜੀ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਸਾਡੇ 'ਚ ਚੰਗਿਆਈ ਵੀ ਬੜੀ ਹੈਗੀ ਆ, ਪਰ ਤੁਹਾਨੂੰ ਪਤਾ ਹੈ ਕਿ ਬੁਰਾਈ ਥੋੜੀ ਜਿਹੀ ਹੋਵੇ ਨਾ ਤੇ ਦੂਰ ਤੱਕ ਦਿਖਦੀ ਹੈ। ਚੰਗਿਆਈ ਨੂੰ ਸਾਡੀ ਨੂੰ ਨੱਪਿਆ। ਆਪਾਂ ਕੀ ਕਰਨਾ ਕਿ ਧਿਆਨ ਸਿਮਰਨ ਦੀ ਮਦਦ ਨਾਲ ਜਿਹੜਾ ਥੋੜਾ ਘਾਹ ਘੂ ਗਿਆ ਵਾ ਉਹਨੂੰ ਪੁੱਟਣਾ ਵਾ। ਬਾਕੀ ਤੇ ਆਪਣੇ ਕੋਲ ਚੰਗਿਆਈ ਦੀ ਆਲਰੇਡੀ ਹੈਗੀ ਆ, ਉਹ ਤਾਂ ਸਾਡਾ ਸੁਭਾਅ ਆ, ਨਿੱਜ ਸਰੂਪ, ਉਹਦੇ 'ਚ ਤੇ ਕੁਝ ਕਰਨ ਦੀ ਲੋੜ ਹੀ ਨਹੀਂ। ਉਹਨੂੰ ਢੱਕਿਆ ਵਾ। ਜਿੱਦਾਂ ਹੁਣ ਆਪਾਂ ਪਿੰਡ 'ਚ ਜਾਈਏ, ਝੀਲ ਆ ਤੇ ਝੀਲ ਦੇ ਪਾਣੀ ਨੂੰ ਕਾਈ ਨੇ ਘੇਰ ਲਿਆ ਵਾ। ਪਾਣੀ ਹੈਗਾ ਥੱਲੇ, ਪਰ ਕਾਈ ਆ ਗਈ ਆ, ਉਹਨੇ ਲੁਕਾ ਲਿਆ ਉਹਨੂੰ। ਤੇ ਮਾੜੀ ਜੀ ਕਾਈ ਪਰੇ ਕਰੀਏ ਤੇ ਥੱਲੇ ਪਾਣੀ ਤੇ ਹੈਗਾ ਹੀ ਆ, ਉਹਨੂੰ ਥੋੜੀ ਧੋਣਾ। ਠੀਕ ਹੈ ਨਾ? ਜੈਸਾ ਅੱਗੇ ਚੱਲੀਏ। ਹੁਣ ਇਹਦੇ ਵਿੱਚ ਮਹਾਰਾਜ ਅੱਗੇ ਫਿਰ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ, ਕਹਿੰਦੇ ਕਿ ਕੀ ਹੋ ਰਿਹਾ ਅੱਜ ਕੱਲ, ਕਿਸ ਤਰ੍ਹਾਂ ਜਿਹੜਾ ਹੈਗਾ ਇਹ ਜਿਹੜਾ ਹੈਗਾ, ਪਿੱਛੇ ਮਹਾਰਾਜ ਨੇ ਕਿਹਾ ਨਾ ਕਿ ਬਈ ਗੱਲ ਹੋਈ ਕੁੱਤੇ ਮੂੰਹੀ ਖਾਜ ਹੋਆ ਮੁਰਦਾਰ, ਤੇ ਕੂੜ ਬੋਲ ਬੋਲ ਭੌਂਕਣਾ ਚੁੱਕਾ ਧਰਮ ਵਿਚਾਰ। ਇਹ ਕਿਸ ਤਰ੍ਹਾਂ ਹੋ ਰਿਹਾ, ਇਹਨੂੰ ਹੋਰ ਖੁਲਾਸਾ ਕਰ ਰਿਹਾ। ਇਹੀ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਕਹਿ ਰਹੀ ਹੈ। ਮਹੱਲਾ ਪਹਿਲਾ, ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ। ਇਹ ਬੋਧੀਆਂ ਨਹੀਂ ਲਿਖਿਆ ਹੋਇਆ, ਬੋਧੀਆਂ ਮਤਲਬ ਜਿਹੜਾ ਹੈਗਾ ਬਈ ਤਾਕਤ ਨਹੀਂ ਆ ਉਹਨਾਂ ਦੇ ਕੋਲ, ਇਹਨੂੰ ਬੋਧੀਆਂ ਬੋਧੀਆਂ ਹੀ ਕਰ ਦਿੰਦੇ ਆ ਇਹਦੇ ਅਰਥ। ਕਹਿੰਦੇ ਰੰਨਾ ਹੋਈਆਂ ਬੋਧੀਆਂ, ਬੋਧੀਆਂ ਦਾ ਮਤਲਬ ਹੁੰਦਾ ਹੈ ਬੁੱਧੀ ਵਾਲੀਆਂ, ਬੁੱਧੀ ਦੇਣ ਵਾਲੀਆਂ। ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਕਿਉਂਕਿ ਇਨਸਾਨ ਦੇ ਕੋਲ ਪਾਵਰ, ਤਾਕਤ ਜ਼ਿਆਦਾ ਹੁੰਦੀ ਹੈ ਆਦਮੀ ਦੇ ਕੋਲ, ਤੇ ਔਰਤਾਂ ਜਿਹੜੀਆਂ ਹੈਗੀਆਂ ਕਹਿੰਦੇ ਉਹਨਾਂ ਨੂੰ ਬੁੱਧੀ ਦਿੰਦੀਆਂ ਆ, ਉਹਨਾਂ ਨੂੰ ਮੱਤ ਦਿੰਦੀਆਂ ਆ। ਔਰ ਪੁਰਸ਼ ਹੋਏ ਸਯਾਦ ਕਹਿੰਦੇ ਆ ਜਿਹੜੇ ਸ਼ਿਕਾਰੀ, ਪੁਰਸ਼ ਜਿਹੜੇ ਹੈਗੇ ਉਹ ਸਯਾਦ ਹੋ ਗਏ, ਸ਼ਿਕਾਰੀ ਹੋ ਗਏ। ਵੀ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਹ ਜਿਹੜਾ ਹੈਗਾ ਮੁਰਦਾਰ ਖਾਣਾ ਹੈ, ਕਿਵੇਂ ਜਿਹੜਾ ਅਗਲੇ ਦਾ ਹੱਕ ਖੋਣਾ ਆ। ਇਹਦੇ ਵਿੱਚ ਔਰਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਮੱਤ ਦਿੰਦੀਆਂ ਆ, ਵੀ ਤੂੰ 10% ਕਿਉਂ ਲੈ ਰਿਹਾ ਆ, 50% ਲੈ। ਤਾਂ ਰੰਨਾ ਹੋਈਆਂ ਬੋਧੀਆਂ ਪੁਰਸ਼ ਹੋਏ ਸਯਾਦ, ਸੀਲ ਸੰਜਮ ਸੁਚ ਭੰਨੀ, ਖਾਣਾ ਖਾਜ ਆਹਾਜ। ਕਹਿੰਦੇ ਇਹਦੇ ਨਾਲ ਕੀ ਹੋ ਗਿਆ? ਕਹਿੰਦੇ ਆਹ ਗੁਣ ਜਿਹੜੇ ਸੀ, ਇਹ ਸੀਲ ਜਿਹੜਾ ਹੈਗਾ ਬਿਲਕੁਲ ਨਰਮੀ ਦਾ ਸੁਭਾਅ, ਤੇ ਸੰਜਮ ਰੱਖਣਾ, ਆਪਣੇ ਉੱਤੇ ਕਾਬੂ ਰੱਖਣਾ, ਸੁੱਚ ਰੱਖਣੀ, ਸੁੱਚੇ ਆਚਰਣ ਰਹਿਣਾ। ਕਹਿੰਦੇ ਇਹ ਤਾਂ ਭੰਨਿਆ ਗਿਆ ਸਾਰਾ, ਇਹ ਖਤਮ ਹੋ ਗਏ ਗੁਣ, ਇਹ ਚੰਗੇ ਗੁਣ ਖਤਮ ਹੋ ਗਏ ਇਹਦੇ ਨਾਲ। ਖਾਣਾ ਖਾਜ ਆਹਾਜ, ਕਹਿੰਦੇ ਖਾਣਾ ਕਿਹੜਾ ਹੋ ਗਿਆ? ਕਹਿੰਦੇ ਖਾਣਾ ਉਹ ਹੋ ਗਿਆ ਜਿਹੜਾ ਨਹੀਂ ਖਾਣਾ ਚਾਹੀਦਾ। ਆਹਾਜ ਜਿਹੜਾ ਹਾਜਮਾ ਖਰਾਬ ਕਰ ਦੇਗਾ, ਉਹ ਖਾਣਾ ਹੋ ਗਿਆ ਹੈ। ਬੇਈਮਾਨੀ ਦਾ ਖਾਣਾ ਹੋ ਗਿਆ, ਮੁਰਦਾਰ ਖਾਣਾ ਹੋ ਗਿਆ। ਸੀਲ ਸੰਜਮ ਸੁਚ ਭੰਨੀ, ਖਾਣਾ ਖਾਜ ਭੰਨੀ, ਖਾਣਾ ਖਾਜ ਆਹਾਜ। ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਲ। ਕਹਿੰਦੇ ਇਹਦੇ ਨਾਲ ਕੀ ਹੋ ਗਿਆ? ਸ਼ਰਮ ਜਿਹੜਾ ਹੈਗਾ, ਇਨਸਾਨ ਨੂੰ ਸ਼ਰਮ ਜਰਾ ਵੀ ਨਹੀਂ ਰਹੀ। ਬੇਸ਼ਰਮ ਹੋ ਕੇ ਕੰਮ ਕਰ ਰਿਹਾ ਆ, ਕਿਸੇ ਦੀ ਉਹਨੂੰ ਕੋਈ ਪਰਵਾਹ ਨਹੀਂ ਹੈ। ਬਈ ਕੋਈ ਕੌਣ ਮੈਨੂੰ ਮੁੱਕੀ ਕਹੂਗਾ, ਮੈਂ ਮਾੜੇ ਕੰਮ ਕਰ ਰਿਹਾ। ਓਪਨਲੀ ਕਹਿੰਦੇ ਆ ਇੱਥੇ ਇੰਨੇ ਪੈਸੇ ਰੱਖ ਤਾਂ ਤੇਰਾ ਕੰਮ ਹੋਣਾ ਹੈ, ਨਹੀਂ ਤਾਂ ਉਹ ਡੰਡੀ ਪੈ ਜਾ। ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਲ। ਕਹਿੰਦੇ ਇੱਜ਼ਤ ਨਾਮ ਦੀ ਚੀਜ਼ ਉਹ ਵੀ ਨਾਲੋਂ ਨਾਲ ਚਲੀ ਗਈ। ਕਿਸੇ ਦੀ ਸ਼ਰਮ ਵੀ ਨਹੀਂ ਹੈ, ਬੇਹਇਆ ਹੋ ਰਿਹਾ ਇਨਸਾਨ। ਬੇਹਇਆ ਹੋ ਕੇ ਕਹਿੰਦਾ ਆਹੀ ਹੈਗਾ ਭਾਈ, ਇਹਨੂੰ ਇਹ ਜਿਹੜੇ ਹੈਗੇ, ਇਹੀ ਜਿਹੜਾ ਹੈਗਾ ਪੂਰਾ ਦਾ ਪੂਰੇ ਨਿਯਮ ਬਣ ਗਏ ਆ ਭਾਈ। ਇਹਨੂੰ ਲੀਗਲ ਕਰਤਾ ਹੈ, ਇਸ ਚੀਜ਼ ਨੂੰ, ਇਹ ਲੀਗਲ ਹੋ ਗਈ ਆ। ਸ਼ਰਮ ਗਿਆ ਘਰ ਆਪਣੇ, ਪੱਤ ਉੱਠ ਚੱਲੀ ਨਾਲ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਗ। ਕਹਿੰਦੇ ਦੇਖ ਲਾ ਮਿੱਤਰਾ ਪਿਆਰਿਆ, ਉਹ ਸੱਚਾ ਮਾਲਕ ਪਰਮਾਤਮਾ ਇੱਕੋ ਹੀ ਹੈਗਾ, ਹੋਰ ਕੋਈ ਸੱਚਾ ਨਾ ਭਾੜ। ਉਹਨੇ ਤੇਰਾ ਪੂਰਾ ਜਿਹੜਾ ਹੈਗਾ ਤੂੰ ਜੋ ਪਾ ਰਿਹਾ ਹੈ ਨਾ ਆਪਣੇ ਜਿਹੜੇ ਹੈਗੀ ਪੰਡ ਦੇ ਵਿੱਚ, ਇਹਦਾ ਇੱਕ ਇੱਕ ਚੀਜ਼ ਉਸੇ ਤਰੀਕੇ ਦੇ ਨਾਲ ਕੱਢ ਕੇ ਤੇਰੇ ਅੱਗੇ ਧਰ ਦੇਣੀ। ਹਾਂਜੀ ਵੀਰ, ਹਾਂਜੀ ਬਿਲਕੁਲ ਠੀਕ ਹੈ ਜੀ।
ਹੁਣ ਸਾਧ ਸੰਗਤ ਜੀ ਦੇਖੋ ਇੱਥੇ ਬਾਣੀ ਕੀ ਸਮਝਾ ਰਹੀ ਹੈ, ਕਿੱਡਾ ਸੋਹਣਾ ਸਮਝਾ ਰਹੀ ਹੈ। ਕਿੱਦਾਂ ਕਿ ਔਰਤ ਦਾ ਕਿੱਡਾ ਵੱਡਾ ਹੱਕ ਹੈਗਾ, ਕਿਉਂਕਿ ਜੇ ਔਰਤ ਕਹੂਗੀ ਬਈ ਨਾ ਤੂੰ ਇਹੋ ਜਿਹਾ ਕੰਮ ਨਾ ਕਰ, ਤੇ ਬੰਦਾ ਵੀ ਏਡਾ ਬੇਵਕੂਫ ਨਹੀਂ ਹੈਗਾ, ਉਹ ਸੁਧਰ ਸਕਦਾ। ਬਿਲਕੁਲ। ਤੇ ਜਦੋਂ ਔਰਤ ਕਹਿ ਦੇਗੀ ਕੋਈ ਨਹੀਂ ਚੱਕੀ ਆ ਬਹੁਤ ਵਧੀਆ ਨਜ਼ਾਰੇ ਲੈਣੇ ਆ, ਆਪਾਂ ਵੱਡਾ ਮਕਾਨ ਬਣਾਉਣਾ ਵਾ, ਤੇ ਫਿਰ ਇੱਕ ਤੇ 2 11 ਨਹੀਂ ਹੋ ਗਏ। ਬਸ ਬਾਣੀ ਕਹਿੰਦੀ ਕਿ ਔਰਤ ਵੀ ਜ਼ਿੰਮੇਵਾਰ ਆ ਬੰਦੇ ਦੇ ਗਲਤ ਕੰਮਾਂ ਦੇ ਵਿੱਚ। ਕਿ ਔਰਤ ਨਿੱਜਰ ਸਾਹਿਬ ਬੜਾ ਇੱਕ ਘਰ ਨੂੰ ਸਵਰਗ ਬਣਾ ਸਕਦੀ ਆ, ਉਹ ਚਾਹਵੇ ਨਾ ਤੇ ਉਹ ਆਪਣੀਆਂ ਮਤਲਬ ਫਾਲਤੂ ਦੀਆਂ ਜਿਹੜੀਆਂ ਉਹਦੀਆਂ ਜ਼ਰੂਰਤਾਂ ਨੂੰ ਘਟਾ ਸਕਦੀ ਹੈ। ਤੇ ਜਦੋਂ ਔਰਤ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਉਂਦੀ ਤੇ ਫਿਰ ਉਹ ਖਰਚੇ ਵੱਜਣੇ ਆ ਘਰ ਦੇ, ਹਨਾ। ਤੇ ਫਿਰ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਖਰਚਾ ਵੱਧ ਜਾਂਦਾ ਤੇ ਫਿਰ ਉਹ ਇਹ ਤੇ ਮਿਕਸਚਰ ਹੀ ਹੈ, ਜਿੰਨਾ ਤੁਸੀਂ ਖੋਲ ਦਿੱਤਾ ਤੇ ਫਿਰ ਪੈਸੇ ਆਉਣੇ ਨਹੀਂ, ਫਿਰ ਮਾੜੇ ਕਰਮਾਂ ਨੇ ਪੈਸੇ ਆਉਣੇ ਆ। ਕਿੱਦਾਂ ਪੈਸੇ ਆਉਣਗੇ? ਇਹ ਦੇਖ ਲਓ ਦੇ ਵਿੱਚ ਬਾਣੀ ਜਿਹੜੀ ਹੈਗੀ, ਦੇਖੋ ਮੈਂ ਤਾਂ ਇਸ ਚੀਜ਼ ਤੋਂ ਹੈਰਾਨ ਹੋ ਜਾਂਦਾ ਆ ਵੀ ਗੁਰਬਾਣੀ ਆਪਾਂ ਨੂੰ ਇਨਸਾਨ ਬਣਾਉਂਦੀ ਆ। ਦੇਖੋ ਇਨਸਾਨੀਅਤ ਦੇ ਗੁਣ ਹੈ ਸਾਰੇ, ਇਨਸਾਨੀਅਤ ਬਈ ਇਨਸਾਨ ਬਣ ਤੋਂ ਬਸ, ਹੋਰ ਇਹੀ ਯਾਤਰਾ ਹੈ। ਅਵਗੁਣ ਛੱਡ ਤੇ ਗੁਣ ਪ੍ਰਗਟ ਕਰ, ਬਸ ਇਹ ਇੰਨੀ ਭਗਤੀ ਹੈ, ਇਸੇ ਨੂੰ ਭਗਤੀ ਕਹਿੰਦੇ ਆ ਭਾਈ। ਹਾਂ ਦੇਖ ਲਓ, ਜਦ ਤੱਕ ਆਪਾਂ ਆਪਣੇ ਜੀਵਨ ਨੂੰ ਸਹੀ ਤਰੀਕੇ ਨਾਲ ਨਹੀਂ ਬਤੀਤ ਕਰਦੇ ਨਾ, ਉਹਨਾਂ ਚਿਰ ਆਪਾਂ ਮੁਕਤ ਨਹੀਂ ਹੋ ਸਕਦੇ। ਆਪਾਂ ਸਰੀਰਕ ਤੌਰ ਤੇ ਮਾਨਸਿਕ ਤੌਰ ਤੇ ਸਾਨੂੰ ਮਤਲਬ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਸਮਝ ਕੇ ਕੰਮ ਕਰਨਾ ਪੈਣਾ ਹੈ। ਉਹਨਾਂ ਚਿਰ ਕਿਉਂਕਿ ਬ੍ਰਹਮ ਗਿਆਨੀ ਤੇ ਪ੍ਰਮਾਤਮਾ ਦੇ ਘਰ 'ਚ ਬੈਠਾ ਹੈ, ਉਸ ਤੋਂ ਘੱਟ ਰਿਕੁਆਇਰਮੈਂਟ ਨਹੀਂ ਪੂਰੀ ਹੋਣੀ। ਜੇ ਸਾਹਿਬ ਜਦੋਂ ਮੈਂ ਸੋਚਾਂਗਾ ਕਿ ਗੁਰਦੁਆਰੇ ਜਾਂ ਮੰਦਿਰ 'ਚ ਬੈਠਾ ਹੈ, ਫਿਰ ਮੇਰੇ ਤੇ ਪ੍ਰਮਾਤਮਾ 'ਚ ਤੇ ਦੂਰੀ ਹੋ ਗਈ ਨਾ। ਤੇ ਜਦੋਂ ਪ੍ਰਮਾਤਮਾ ਦੇ ਅੰਦਰ ਹੀ ਸਮਝਦੇ ਆਪਣੇ ਆਪ ਨੂੰ, ਫਿਰ ਕਰਮ ਆਪਣੇ ਆਪ ਹੀ ਸਾਡੇ ਉੱਤੇ ਹੋ ਜਾਣੇ। ਬਿਲਕੁਲ। ਹਾਂ, ਤੇ ਬਾਣੀ ਸਾਨੂੰ ਚਾਹੁੰਦੀ ਉੱਚਾ ਚੁੱਕੀਏ। ਔਰ ਤੁਹਾਨੂੰ ਪਤਾ ਜਦ ਤੱਕ ਤੁਸੀਂ ਉੱਚਾ ਨਹੀਂ ਨਾ ਉੱਠਦੇ, ਉਹਨਾਂ 'ਚ ਤੁਹਾਡਾ ਮਨ ਸ਼ਾਂਤ ਨਹੀਂ ਹੋ ਸਕਦਾ। ਕਿ ਝੂਠ ਬੋਲਣ ਦੇ ਨਾਲ ਗੱਲ ਖਤਮ ਥੋੜੀ ਹੋ ਗਈ ਹੈ। ਉਹ ਤੇ ਇੱਕ ਚੀਜ਼ ਦਿਮਾਗ 'ਚ ਆ ਗਈ ਨਾ ਕਿ ਮੈਂ ਫਲਾਣੀ ਜਗ੍ਹਾ ਝੂਠ ਬੋਲਿਆ, ਚਿੰਤਨ ਤੇ ਉਹ ਚੱਲਣਾ ਹੀ ਹੈ ਨਾ ਮਨ 'ਚ। ਸੱਚ ਬੋਲਤੇ ਤੇ ਗੱਲ ਖਤਮ ਹੋ ਗਈ। ਹੁਣ ਬਾਣੀ ਇੱਥੇ ਕਹਿੰਦੀ ਕਿ ਔਰਤ ਜਿਹੜੀ ਆ ਘਰ ਦੀ, ਉਹਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਹੈ। ਜੇਕਰ ਇਨਸਾਨ ਜੇ ਬੰਦਾ ਸ਼ਿਕਾਰੀ ਹੈ ਨਾ, ਔਰਤ ਜੇਕਰ ਉਹਨੂੰ ਸਪੋਰਟ ਕਰਦੀ ਪਈ ਹੈ, ਉਹਦੀ ਸਲਾਹਕਾਰ ਬਣਦੀ ਹੈ ਕਿ ਬਹੁਤ ਵਧੀਆ ਕੰਮ ਕਰ ਰਹੇ ਆ, ਉਹ ਵੀ ਰਿਸਪੌਂਸਿਬਲ ਹੈਗੀ ਹੈ। ਤੇ ਅਗਲੇ ਬੰਨੇ ਸੀਲ ਸੰਜਮ ਤੁਰ ਭੰਨੀ ਖਾਣਾ ਖੱਜ ਅਚੱਜ। ਖਾਣਾ ਖਾਜ ਆਹਾਜ ਕਹਿੰਦੇ ਸੀਲ ਸੰਜਮ ਸੁੱਚ, ਇਹ ਜਿਹੜੇ ਗੁਣ ਹੈਗੇ। ਸੀਲ ਸੁਭਾਅ ਹੋ ਗਿਆ, ਸੰਜਮ ਦੇ ਵਿੱਚ ਰਹਿਣਾ, ਸੁੱਚਮ ਦੇ ਨਾਲ ਰਹਿਣਾ, ਸੁੱਚੇ ਰਹਿਣਾ, ਅਣਝੂਠਾ ਨਹੀਂ ਕਰਨਾ। ਪੰਨੀ ਕਹਿੰਦੇ ਇਹਨੂੰ ਭੰਨਤਾ, ਇਹ ਤੋੜਤਾ, ਇਹ ਹੈ ਨਹੀਂ ਗਏ, ਇਹ ਗੁਣਾਂ ਨੂੰ ਜਿਹੜਾ ਹੈਗਾ ਇਹਨਾਂ ਨੂੰ ਨਹੀਂ ਲਿਆ। ਖਾਣਾ ਖਾਜ, ਔਰ ਖਾਣਾ ਜਿਹੜਾ ਹੈਗਾ, ਜਿਹੜਾ ਨਹੀਂ ਖਾਣ ਵਾਲੀ ਚੀਜ਼ ਉਹ ਖਾ ਰਿਹਾ ਹੈ ਇਨਸਾਨ, ਇਹਦੇ ਹਾਜਮੇ ਦੇ ਲਈ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਕਹਿਣ ਤੋਂ ਭਾਵੇਂ ਨਿੱਜਰ ਸਾਹਿਬ ਕਈ ਨੂੰ ਕਹਿ ਨਹੀਂ ਦਈਦਾ ਕਿ ਆਹ ਚੀਜ਼ ਤੂੰ ਨਾ ਖਾ, ਕਿ ਤੇਰਾ ਹਾਜਮ ਨਹੀਂ ਠੀਕ ਹੈਗਾ, ਤੂੰ ਹਜਮ ਨਹੀਂ ਕਰ ਸਕਦਾ। ਹਾਜਮਾ ਖਰਾਬ, ਕਹਿੰਦੇ ਕਿ ਤੂੰ ਏਦਾਂ ਦੇ ਕਰਮ ਨਾ, ਕਿ ਮਾੜੇ ਕਰਮ ਕਰਕੇ ਤੂੰ ਆਪਣਾ ਹਾਜਮਾ ਖਰਾਬ ਕਰ ਲੈਣਾ। ਕਿ ਤੂੰ ਮਾੜੇ ਕਰਮ ਕਰਨੇ ਆ ਮਾਂ, ਸੀਲ ਸੰਜਮ ਛੱਡਣੇ ਆ। ਸੀਲ ਦਾ ਮਤਲਬ ਹੈਗਾ ਵਾ ਕਿ ਤੈਨੂੰ ਮਤਲਬ ਤੂੰ ਆਪਣਾ ਚੰਗਾ ਸੁਭਾਅ ਦਾ ਤਿਆਗ ਕਰਕੇ ਤੇ ਤੂੰ ਇੱਕ ਫਾਲਤੂ ਦਾ ਸੁਭਾਅ ਨੂੰ ਗ੍ਰਹਿਣ ਕਰ ਰਿਹਾ, ਉਹ ਤੇਰਾ ਸੁਭਾਅ ਤਾਂ ਹੈ ਨਹੀਂ। ਤੇ ਤੂੰ ਇਹ ਕਹਿਣ ਤੋਂ ਭਾਵ ਹੈ ਕਿ ਜਦੋਂ ਆਪਣੇ ਸੁਭਾਅ ਦਾ ਤਿਆਗ ਕਰਕੇ ਤੂੰ ਮਾੜਾ ਸੁਭਾਅ ਗ੍ਰਹਿਣ ਕਰ ਰਿਹਾ, ਤੇ ਉਹ ਮਤਲਬ ਇਹੋ ਹੀ ਆ ਕਿ ਤੂੰ ਐਸੀ ਚੀਜ਼ ਖਾ ਰਿਹਾ ਵਾ ਜਿਹੜੀ ਤੇਰੀ ਹਾਜ਼ਮੇ ਲਈ ਚੰਗੀ ਨਹੀਂ। ਸਹੀ ਹੈ ਨਿੱਜਰ ਸਾਹਿਬ? ਜਿੱਦਾਂ ਮਤਲਬ ਇੱਕ ਸੀਲ ਛੱਡਤੀ ਆ, ਸੰਜਮ ਹੀ ਛੱਡਤਾ ਤੂੰ। ਹੁਣ ਸੰਜਮ ਦਾ ਮਤਲਬ ਤੁਹਾਨੂੰ ਪਤਾ ਹੀ ਹੈ। ਸੰਜਮ ਦਾ ਮਤਲਬ ਕਿ ਬੰਦਾ ਜੇ ਕਹਿੰਦੇ ਕਿ ਸੰਜਮ ਹੀ ਨਹੀਂ ਹੈਗਾ, ਸੰਜਮ ਬੜਾ ਜ਼ਰੂਰੀ ਹੈ। ਔਰ ਸੰਜਮ ਤੋਂ ਬਿਨਾਂ ਜੀਵਨ ਜਿਹੜਾ ਵਾ ਬੜਾ ਉਹ ਮਤਲਬ ਗੜਬੜ ਆ। ਉਹ ਫਿਰ ਬੰਦਾ ਤੇ ਸੰਤੁਸ਼ਟ ਨਹੀਂ ਹੋ ਸਕਦਾ, ਬੰਦਾ ਫਿਰ ਭੱਜੀ ਜਾਊ। ਜਦ ਤੱਕ ਸੰਜਮ ਨਹੀਂ ਆਉਂਦਾ, ਉਹਨਾਂ ਚਿਰ ਤੱਕ ਆਪਣਾ ਜੀਵਨ ਸੁਧਰਨਾ ਨਹੀਂ। ਪਰ ਜਿਹੜਾ ਸੰਜਮ ਹੈ ਜਿਹੜਾ ਹੈ, ਇਹ ਭਗਤੀ ਤੋਂ ਬਿਨਾਂ ਨਹੀਂ ਆਉਂਦਾ। ਇੱਕ ਅਵਸਥਾ ਹੈ, ਇਹ ਤੁਹਾਡੇ ਅੰਤਰਾਕਰਨ ਦੀ ਅਵਸਥਾ। ਜਦੋਂ ਮਨ ਸ਼ੁੱਧ ਹੋ ਗਿਆ ਨਾ, ਉਸ ਤੋਂ ਬਾਅਦ ਤੁਹਾਡੇ ਅੰਦਰ ਆਊਗੀ। ਤੇ ਫਿਰ ਇਹ ਆਹ ਚੀਜ਼ਾਂ ਤੋਂ ਮਨਾ ਕਰ ਰਹੇ ਨੇ। ਠੀਕ ਹੈ ਨਾ ਜੱਜ ਸਾਹਿਬ, ਅੱਗੇ ਚੱਲੀਏ। ਧਰਮ ਗਿਆ ਘਰ ਆਪਣੇ, ਪਤ ਉੱਠ ਚੱਲੀ ਨਾਲ। ਕਹਿੰਦੇ ਇੰਨਾ ਜਿਹੜਾ ਹੈਗਾ ਬੇਸ਼ਰਮ ਹੋ ਗਿਆ ਇਨਸਾਨ। ਸ਼ਰਮ ਤਾਂ ਉਹ ਆਪਣੇ ਘਰ ਪਹੁੰਚਾਤੀ ਉਹਨੇ, ਸ਼ਰਮ ਆਪਣੇ ਘਰ ਚਲੀ ਗਈ ਹੈ, ਉਹਦੇ ਕੋਲ ਹੈ ਨਹੀਂ ਗੀ ਬੰਦੇ ਤੋਂ।
ਪੱਤ ਉੱਠ ਚੱਲੀ ਨਾਲ, ਕਹਿੰਦੇ ਨੇ ਉਹਦੀ ਇੱਜ਼ਤ ਵੀ ਨਾਲੋਂ ਨਾਲ ਉਹਦੀ ਇੱਜ਼ਤ ਵੀ ਚਲੀ ਗਈ ਆ। ਬਸ ਉਹਨੂੰ ਕੋਈ ਸ਼ਰਮ ਨਹੀਂ ਕਿਸੇ ਦੀ। ਜਿਹਨੇ ਲਾਈ ਨਿੱਜਰ ਸਾਹਿਬ, ਜਿਹਨੇ ਲਾਈ ਗੱਲੀ ਨਹੀਂ, ਨਿੱਜਰ ਸਾਹਿਬ ਕਹਿੰਦੇ ਜਿਹਨੇ ਲਾਈ ਲੋਈ ਤੇ ਉਹਦਾ ਕੀ ਕਰੂਗਾ ਕੋਈ। ਹਾਂ ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ, ਉਹੀ ਗੱਲ ਹੈ ਬਿਲਕੁਲ। ਹਾਂ ਜਦੋਂ ਬੰਦੇ ਨੇ ਕਹਿੰਦੇ ਕਿ ਸ਼ਰਮ ਹੀ ਲਾ ਲਈ, ਸ਼ਰਮ ਦਾ ਮਤਲਬ ਹੈ ਨਿੱਜਰ ਸਾਹਿਬ ਜਿਹਨੇ ਆਪਣਾ ਜ਼ਮੀਰ ਹੀ ਮਾਰ ਲਿਆ। ਹਾਂ ਉਹਨੂੰ ਇੱਜ਼ਤ ਨਾਲ ਕੀ ਫਰਕ ਪੈਂਦਾ ਵਾ? ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਬੰਦੇ ਨੂੰ ਉਹ ਫਿਰ ਬੰਦਾ ਤੇ ਅੰਨਾ ਹੀ ਹੋ ਜਾਂਦਾ, ਬਿਲਕੁਲ ਦੇਖਦਾ ਹੀ ਨਹੀਂ ਕੁਝ। ਹੁਣ ਸਾਰੀ ਦੁਨੀਆ ਕਹਿੰਦੀ ਆ ਭਈਆ ਤੂੰ ਮਾੜਾ ਕਰ, ਮੈਂ ਨਾ ਕਰ, ਉਹ ਬੰਦਾ ਹਟਦਾ? ਉਲਟਾ ਤੁਹਾਡੇ ਨਾਲ ਲੜਨਾ ਉਹਨੇ। ਮੈਂ ਵੇਖਦਿਆਂ ਵਾਂ ਕਈ ਬੰਦੇ ਏਦਾਂ ਦੇ ਕਰਮ ਕਰਦੇ ਨੇ ਔਰ ਬਾਅਦ ਦੇ ਵਿੱਚ ਜੀਵਨ ਭਰ ਪਛਤਾਉਂਦੇ ਨੇ, ਪਰ ਉਦੋਂ ਨਹੀਂ ਸੁਣਦੇ ਕਿਸੇ ਦੀ। ਸਾਨੂੰ ਮਤਲਬ ਲੋਕਾਂ ਨੇ ਰੋਕਿਆ ਸੀ, ਅਸੀਂ ਰੁਕੇ ਨਹੀਂ। ਪਰ ਉਦੋਂ ਬੰਦਾ ਪਤਾ ਕੀ ਹੁੰਦਾ, ਬੰਦੇ ਨੂੰ ਰਾਗ ਦਿਖਦਾ, ਬੰਦਾ ਭੋਗ ਨੂੰ ਭੋਗਣਾ ਚਾਹੁੰਦਾ, ਤੇ ਵੇਖ ਲਓ ਪਰਵਾਹ ਨਹੀਂ ਕਰਦਾ। ਪਰ ਮੁੜ ਕੇ ਇੱਕ ਸਮਾਂ ਆਊਗਾ ਪਛਤਾਊਗਾ। ਕੋਈ ਜੱਗ ਦੀ ਆਵਾਜ਼ ਗਲਤ ਨਹੀਂ ਹੁੰਦੀ। ਕਾਫੀ ਜ਼ਿਆਦਾ ਬੰਦੇ ਦੇਖੋ ਤਾਂ ਕੋਈ ਚੀਜ਼ ਕਹਿਣ ਦੇ ਮਤਲਬ ਕਿ ਜ਼ਰੂਰ ਕੁਝ ਗੜਬੜ ਹੈ। ਹਾਂਜੀ ਨਿੱਜਰ ਸਾਹਿਬ ਅੱਗੇ ਚੱਲੀਏ। ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਕਹਿੰਦੇ ਸੱਚਾ ਇੱਕੋ ਹੀ ਹੈ, ਉਹੀ ਪਰਮਾਤਮਾ ਹੈ। ਤੇ ਸਾਰਾ ਜੋ ਵੀ ਖੇਡ ਹੈ ਉਸੇ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ ਭਾਈ। ਤੇ ਜਿਹੜਾ ਜੋ ਕੁਛ ਤੈਨੂੰ ਦਿਸ ਰਿਹਾ ਆ, ਇਹ ਜਿਹੜੀ ਹੈ ਮਾਇਆ ਹੈਗੀ ਆ, ਇਹ ਮਾਲਕ ਪਰਮਾਤਮਾ ਦੀ ਬਣਾਈ ਹੋਈ ਆ। ਉਹਨੇ ਜਿਹੜਾ ਹੈਗਾ ਟਰੈਪ ਕਰਨ ਵਾਸਤੇ, ਧੋਖਾ ਦੇਣ ਵਾਸਤੇ ਬਣਾਈ ਆ। ਇੱਕ ਉਸ ਨੂੰ ਇੱਕ ਹੈ, ਉਸ ਇੱਕ ਦੇ ਨਾਲ ਜੁੜ ਜਾ ਔਰ ਆਪਣਾ ਜਿਹੜਾ ਹੈਗਾ ਇਹ ਜਿਹੜਾ ਖਾਣਾ ਖਾ ਜਹਾਜ਼, ਇਹ ਜਿਹੜਾ ਹੈਗਾ ਇਹ ਲਾਲਚ, ਇਹ ਜਿਹੜਾ ਹੈਗਾ ਲੋਭ, ਇਹਨੂੰ ਛੱਡ ਤੇ ਉਸ ਮਾਲਕ ਪਰਮਾਤਮਾ ਤੋਂ ਇਲਾਵਾ ਜਿਹੜਾ ਹੈਗਾ ਹੋਰ ਜਿਹੜਾ ਹੈਗਾ ਕਿਸੇ ਨੂੰ ਆਪਣੇ ਧਿਆਨ ਦੇ ਵਿੱਚ ਨਾ ਲੈ ਕੇ ਆ। ਔਰ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਭਾਲ। ਬਈ ਉਸ ਸੱਚੇ ਨੂੰ ਜਿਹੜਾ ਹੈਗਾ ਉਹਦੇ ਵੱਲ ਨੂੰ ਜਿਹੜੀ ਹੈਗੀ ਆਪਣੀ ਜੀਵਨ ਯਾਤਰਾ ਕਰ। ਹਾਂਜੀ ਗੋਗੀ ਸਾਹਿਬ ਬਿਲਕੁਲ ਠੀਕ ਹੈ। ਇਹ ਸਾਧ ਸੰਗਤ ਜੀ ਇੱਥੇ ਨਾ ਮੈਂ ਇੱਕ ਸੈਕਿੰਡ ਤੁਹਾਨੂੰ ਮੈਂ ਲਾਉਣਾ ਚਾਹੁੰਦਾ ਹੋਰ। ਦੋ ਆਪਸ਼ਨ ਹੁੰਦੇ ਆ ਬੰਦੇ ਕੋਲ। ਇੱਕ ਤੇ ਬੰਦਾ ਆਪਣੀ ਇੰਦਰੀਆਂ ਨੂੰ ਖੁਦ ਹੀ ਸਾਧ ਸਕਦਾ। ਤੁਹਾਡੇ ਚ ਅਗਰ ਜਿੱਦਾਂ ਮਤਲਬ ਨਸ਼ਾ ਛਡਾਊ ਕੇਂਦਰ ਨਹੀਂ ਵੇਖਿਆ, ਇੱਕ ਬੰਦਾ ਤੇ ਚਾਹਵੇ ਤੇ ਨਸ਼ਾ ਖੁਦ ਹੀ ਛੱਡ ਦਿੰਦਾ। 2-4 ਦਿਨ ਉਹਦੇ ਸਰੀਰ ਨੇ ਰੌਲਾ ਪਾਉਣਾ ਹੁੰਦਾ, 10-15 ਦਿਨ ਉਹ ਪੀੜ ਉਹਦੇ ਵਿੱਚੋਂ ਲੰਘ ਜਾਂਦਾ ਤੇ ਠੀਕ ਹੋ ਜਾਂਦਾ। ਇਸੇ ਤਰ੍ਹਾਂ ਹੀ ਮਨ ਵੀ ਹੈ। ਮਨ ਕਾਫੀ ਟਾਈਮ ਤੇ ਸੰਗਤ ਚ ਘੁੰਮ ਰਿਹਾ। ਤੁਹਾਡੇ ਕੋਲ ਦੋ ਆਪਸ਼ਨ ਹੈਗੇ। ਇੱਕ ਤੇ ਤੁਸੀਂ ਆਪ ਔਗੁਣਾਂ ਦਾ ਤਿਆਗ ਕਰ ਸਕਦੇ ਜੀ, ਵਿਮਲ ਕੀਰਤੀ ਵਾਲਾ ਹਿਸਾਬ। ਸੁਣੀ ਗੱਲ? ਹੁਣ ਇੱਥੇ ਬਾਣੀ ਕਹਿੰਦੀ ਆ ਔਗੁਣਾਂ ਦਾ ਤਿਆਗ ਕਰਦਾ। ਹੁਣ ਤੁਸੀਂ ਝੂਠ ਮਾਰਨਾ ਬੰਦ ਕਰ ਦਿਓ ਜੇਕਰ ਆਪਣੀ ਹਿੰਮਤ ਹੈਗੀ ਹੈ। ਜੇ ਨਹੀਂ ਮਾਰ ਸਕਦੇ ਆਪਾਂ ਏਦਾਂ ਇਹਦਾ ਯੂਟਰਨ ਨਹੀਂ ਮਾਰ ਸਕਦੇ, ਫਿਰ ਆਪਣੇ ਕੋਲ ਦੂਜਾ ਆਪਸ਼ਨ ਹੈਗਾ, ਉਹ ਕਿ ਧਿਆਨ ਸਿਮਰਨ, ਭਗਤੀ ਕਰਨੀ ਪਊਗੀ। ਭਗਤੀ ਕਰਕੇ ਤੇ ਆਪਣੇ ਅੰਦਰ ਜਿਹੜਾ ਪ੍ਰੋਸੈਸ ਚੱਲਦਾ ਉਹਨੂੰ ਦੇਖਣਾ ਪੈਣਾ। ਤੁਹਾਡੇ ਅੰਦਰ ਵਿਚਾਰ ਕਿੱਦਾਂ ਦਾ, ਚਿੰਤਨ ਕਿੱਦਾਂ ਚੱਲਦੇ ਪਏ, ਉਹਨੂੰ ਡਿਲੀਟ ਕਰਨਾ ਪੈਣਾ ਤੁਹਾਨੂੰ। ਚਿੰਤਨਾਂ ਨੂੰ, ਉਹਨਾਂ ਵਿਚਾਰਾਂ ਨੂੰ ਤੁਸੀਂ ਡਿਲੀਟ ਕਰੋਗੇ, ਕੋਈ ਤੁਹਾਡੇ ਹੈਗੇ ਹੋ। ਬਿਲਕੁਲ ਸਹੀ ਹੈ ਗੋਗੀ ਸਾਹਿਬ। ਮੇਰੇ ਵਿਚਾਰ ਜਿਹੜੇ ਹੈਗੇ ਆ ਉਹ ਮੈਂ ਡਿਲੀਟ ਕਰੂੰਗਾ, ਔਰ ਜਿਹੜੇ ਤੁਹਾਡੇ ਵਿਚਾਰ ਆ ਤੁਹਾਨੂੰ ਹੀ ਡਿਲੀਟ ਕਰਨੇ ਪੈਣੇ, ਕਿਉਂਕਿ ਤੁਸੀਂ ਇਹਨੂੰ ਵੇਖ ਦਿੱਤਾ। ਇੰਜਨ ਸਟਾਰਟ ਕੀਤੇ ਔਰ ਕਾਫੀ ਟਾਈਮ ਤੋਂ ਤੁਸੀਂ ਉਹਨੂੰ ਹਰ ਦਿਨ ਸਟਾਰਟ ਕਰਦੇ ਜੋ, ਸਵੇਰੇ ਉੱਠਦੇ ਜੋ ਉਹਦੀ ਚਾਬੀ ਮਾਰ ਦਿੰਦੇ ਜੋ। ਉਹਦੇ ਇੰਜਨ ਹੈ ਤੁਹਾਡੇ ਆ, ਤੁਸੀਂ ਸਟਾਰਟ ਕੀਤੇ ਹੋਏ ਨੇ, ਔਰ ਉਹਨਾਂ ਨੂੰ ਤੁਸੀਂ ਬੰਦ ਕਰ ਸਕਦੇ। ਕਰ ਦਿਓ ਬੰਦ ਅੰਦਰ ਜਾ ਕੇ। ਸਾਧਨਾ ਦੇ ਵਿੱਚ ਸ਼ੁਰੂ ਚ ਤੁਹਾਨੂੰ ਵਿਚਾਰ ਮਿਲਣੇ ਨੇ, ਉਹਨਾਂ ਵਿਚਾਰਾਂ ਨੂੰ ਤੁਸੀਂ ਆਪ ਬੰਦ ਕਰ ਸਕਦੇ। ਔਰ ਜਦੋਂ ਤੁਸੀਂ ਇੱਕ ਵਾਰੀ ਬੰਦ ਕਰਤਾ, ਮੁੜ ਕੇ ਦੁਬਾਰਾ ਜਿੰਨਾ ਤੁਸੀਂ ਸਟਾਰਟ ਨਹੀਂ ਕਰੋਗੇ, ਕਿੱਦਾਂ ਸਟਾਰਟ ਹੋ ਸਕਦਾ? ਨਹੀਂ ਹੋਣਾ ਸਟਾਰਟ। ਬਿਲਕੁਲ ਠੀਕ ਹੈ ਨਿੱਜਰ ਸਾਹਿਬ। ਬਹੁਤ ਵਧੀਆ ਗੋਗੀ ਸਾਹਿਬ, ਬਹੁਤ ਵਧੀਆ। ਇਹ ਦੀਵੇ ਨੇ ਸਾਡੇ ਅੰਦਰ। ਹਾਂ ਸਾਡੇ ਅੰਦਰ ਦੀਪਕ ਨੇ, ਛੋਟੇ ਛੋਟੇ ਦੀਪਕ। ਇੱਕ ਔਗੁਣਾਂ ਦੇ ਦੀਪਕ ਜਲ ਰਹੇ ਨੇ, ਤੁਸੀਂ ਬੁਝਾ ਦਿਓ ਉਹਨਾਂ ਨੂੰ ਤੇਲ ਪਾਉਣਾ ਬੰਦ ਕਰੋ। ਇੱਕ ਤਾਂ ਜਿਹੜਾ ਸਵੇਰੇ ਜਿਹੜਾ ਡੋਲੂ ਲੈ ਕੇ ਚੱਲ ਜਾਂਦੇ ਨੇ ਤੇਲ ਪਾਉਣ, ਚਿਰਾਗਾਂ 'ਚ ਤੇਲ ਪਾਉਂਦੇ ਜੋ, ਉਹ ਬੰਦ ਕਰੋ। ਉਹ ਸਵੇਰੇ ਵੀ ਧਿਆਨ ਦਿਆ ਕਰੋ, ਸੁਰਤੀ ਨਾ ਦਿਆ ਕਰੋ। ਜਦੋਂ ਤੁਸੀਂ ਸੁਰਤੀ ਦੇਤੀ, ਨਾਲ ਹੀ ਦੀਵੇ 'ਚ ਤੇਲ ਭਰ ਜਾਣਾ। ਦੀਵਾ ਫਿਰ ਉਧਰ ਲਾਟਾਂ ਪੈਣੀਆਂ, ਉਹਨੇ ਬਲਣਾ। ਤੇ ਜਦੋਂ ਤੁਸੀਂ ਸੁਰਤੀ ਨਹੀਂ ਦਿੱਤੀ, ਧਿਆਨ ਨਹੀਂ ਦਿੱਤਾ, ਚਿੰਤਨ ਨਹੀਂ ਦਿੱਤਾ, ਉਹ ਦੀਵਾ 2-4 ਦਿਨ 'ਚ ਬਲ ਕੇ ਆਪੇ ਸ਼ਾਂਤ ਹੋ ਜਾਣਾ। ਇਹੋ ਹੀ ਇੰਨਾ ਹੀ ਆ, ਕੁਛ ਵੀ ਨਹੀਂ ਧਿਆਨ ਸਿਮਰਨ 'ਚ। ਇਹੋ ਹੀ ਤਾਂ ਕੁਛ ਹੈਗਾ। ਤੁਸੀਂ 15-20 ਦਿਨ ਧਿਆਨ ਸਿਮਰਨ ਕੀਤਾ ਤੇ ਦੀਵੇ ਬੁੱਝ ਗਏ। ਫਿਰ ਚਿੱਤ ਤੇ ਕਿੰਨੇ ਜਗਾਉਣੇ? ਜਦ ਤੱਕ ਤੁਸੀਂ ਨਹੀਂ ਜਗਾਏ, ਤੁਸੀਂ ਤੇ ਆਨੰਦ ਲੈ ਲਿਆ। ਤੁਹਾਨੂੰ ਜਦੋਂ ਆਨੰਦ ਮਿਲ ਗਿਆ ਤੇ ਫਿਰ ਤੁਸੀਂ ਪਾਗਲ ਥੋੜੀ ਹੈਗੇ ਕਿ ਤੁਸੀਂ ਜਾਣ ਬੁੱਝ ਕੇ ਔਗੁਣਾਂ 'ਚ ਜਾਓਗੇ। ਠੀਕ ਹੈ ਨਿੱਜਰ ਸਾਹਿਬ? ਬਿਲਕੁਲ ਠੀਕ ਹੈ ਜੀ। ਹਾਂਜੀ ਅੱਗੇ ਚਲੀਏ। ਅੱਗੇ ਮਹਾਰਾਜ ਕਹਿੰਦੇ ਹੁਣ ਦੇਖ ਲੈ ਪਿਆਰਿਆ, ਦੋਨੋਂ ਚੀਜ਼ਾਂ ਹੈਗੀਆਂ, ਤੈਨੂੰ ਦੋਨੋਂ ਸਮਝਾਤੀਆਂ। ਬਈ ਦੇਖ ਲਾ,
ਇਹ ਲਾਲਚ ਨੂੰ ਛੱਡ ਦੇ, ਔਗਣ ਛੱਡ ਦੇ। ਨਹੀਂ ਛੱਡੇਗਾ ਤੇ ਕੀ ਹੋਊਗਾ, ਤੇ ਜੇ ਛੱਡੇਗਾ ਤੇ ਕੀ ਹੋਊਗਾ। ਪੌੜੀ ਆ ਗਈ, ਚੌਥੀ ਪਾਤਸ਼ਾਹੀ ਦੀ ਪੌੜੀ ਹੈਗੀ ਗੁਰੂ ਰਾਮਦਾਸ ਜੀ ਦੀ ਪੌੜੀ। ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ। ਕਹਿੰਦੇ ਬਾਹਰੋਂ ਦੇਖ ਲਾ, ਬਾਹਰੋਂ ਜਿਹੜਾ ਹੈਗਾ ਬਾਹਰ ਸਾਰਾ ਕੁਝ ਕਰ ਰਿਹਾ ਆ, ਆਪਣੇ ਸਰੀਰ ਦੇ ਉੱਤੇ ਜਿਹੜਾ ਹੈਗਾ ਵੇਸ ਤੇ ਭੇਖ, ਦੋ ਚੀਜ਼ਾਂ ਨੂੰ ਤੂੰ ਦੇਖ ਰਿਹਾ। ਬਾਹਰੋਂ ਜਿਹੜਾ ਹੈਗਾ ਤੂੰ ਬੜਾ ਸਾਧੂ ਬਣਿਆ ਪਿਆ ਹੈ, ਬੜਾ ਗੁਰਮੁਖ ਬਣਿਆ ਪਿਆ ਹੈ। ਅੰਦਰ ਤੇਰੇ ਉਹੀ ਜਿਹੜੇ ਹੈਗੇ ਗੁਬਾਰ ਚੱਲ ਰਹੇ, ਉਹੀ ਜਿਹੜੇ ਹੈਗੇ ਆ ਦੀਪਕ, ਜਿਹੜੇ ਔਗੁਣਾਂ ਦੇ ਦੀਪਕ ਜਿਹੜੇ ਹੈਗੇ ਜਗੀ ਜਾ ਰਹੇ ਅੰਦਰ ਤੇਰੇ। ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ, ਖਿੰਥਾ ਝੋਲੀ ਬਹੁ ਪੇਕ ਕਰੇ ਦੁਰਮਤ ਅਹੰਕਾਰੀ। ਔਰ ਬਾਹਰੋਂ ਜਿਹੜਾ ਹੈਗਾ ਖਿੰਥਾ ਵੀ ਰੱਖ ਲਈ ਆ, ਜਿਹੜੀ ਹੈ ਉੱਪਰ ਓੜਨੇ ਵਾਲੀ, ਇੱਕ ਤੇ ਝੋਲੀ ਵੀ ਹੈਗੀ ਹੈ ਤੇਰੀ, ਤੇ ਬਹੁਤ ਭੇਖ ਵੀ ਸਾਧੂਆਂ ਵਾਲੇ ਬਣਾ ਲਏ ਆ। ਤੇ ਅੰਦਰ ਜਿਹੜਾ ਹੈਗਾ ਤੇਰੀ ਮੱਤ ਉਹੀ ਦੀ ਉਹੀ ਭੈੜੀ ਮੱਤ ਹੈਗੀ, ਦੂਜਿਆਂ ਨੂੰ ਲੁੱਟਣ ਵਾਲੀ ਮੱਤ। ਤੇ ਤੇਰਾ ਹੰਕਾਰ ਵੀ ਬਹੁਤ ਹੈਗਾ, ਤੇਰੇ ਅੰਦਰ ਹਉਮੈ ਹੰਕਾਰ ਬਹੁਤ ਜ਼ਿਆਦਾ ਹੈਗਾ। ਫਿਰ ਗਾਹਾਂ ਜਿਹੜਾ ਹੈਗਾ ਤੂੰ ਇਸ ਤੋਂ ਬਾਹਰ ਨਿਕਲਣ ਵਾਸਤੇ ਜਿਹੜਾ ਹੈਗਾ ਆ ਦੋਨੋਂ ਆਪਸ਼ਨ ਦਿੱਤੇ ਸੀਗੇ, ਜਾਂ ਤਾਂ ਤੁਸੀਂ ਉਸੇ ਟਾਈਮ ਜਿਹੜਾ ਹੈਗਾ ਔਗੁਣ ਨੂੰ ਛੱਡ ਦੋ, ਜਾਂ ਫਿਰ ਧਿਆਨ ਸਿਮਰਨ ਕਰੋ। ਹੁਣ ਕਹਿੰਦੇ ਆ ਤੂੰ ਧਿਆਨ ਸਿਮਰਨ ਵੀ ਨਹੀਂ ਕਰ ਰਿਹਾ ਤੇ ਔਗੁਣ ਦਾ ਤੂੰ ਛੱਡ ਹੀ ਨਹੀਂ ਸਕਦਾ। ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ। ਤੂੰ ਧਿਆਨ ਸਿਮਰਨ ਤਾਂ ਕਰਦਾ ਹੀ ਨਹੀਂ ਹੈ, ਮਾਲਕ ਨੂੰ ਯਾਦ ਹੀ ਨਹੀਂ ਕਰਦਾ, ਸ਼ਬਦ ਨੂੰ ਉਚਰਦਾ ਹੀ ਨਹੀਂ ਹੈ, ਤੇ ਮਾਇਆ ਮੋਹ ਦਾ ਪੂਰਾ ਪਸਾਰਾ ਪਸਰਿਆ ਪਿਆ ਹੈ। ਉਹਦੇ ਨਾਲ ਜਿਹੜਾ ਹੈਗਾ ਤੂੰ ਪੂਰੀ ਤਰ੍ਹਾਂ ਇਕਮਿਕ ਹੋਇਆ ਪਿਆ ਹੈ ਮਾਇਆ ਮੋਹ ਦੇ ਪਸਾਰੇ ਦੇ ਵਿੱਚ। ਅੰਤਰ ਲਾਲਚ ਭਰਮ ਹੈ, ਭਰਮੇ ਗਵਾਰੀ। ਕਹਿੰਦੇ ਤੇਰੇ ਅੰਦਰ ਇੰਨਾ ਲਾਲਚ ਹੈਗਾ, ਇੰਨਾ ਲਾਲਚ ਹੈ। ਕਹਿੰਦੇ ਇਹ ਲਾਲਚ ਹੀ ਧੋਖਾ ਹੈਗਾ, ਇਹੀ ਭਰਮ ਹੈਗਾ, ਇਹੀ ਟ੍ਰੈਪ ਹੈਗੀ ਆ। ਕਹਿੰਦੇ ਕਿੰਨਾ ਕੁ ਧਨ ਕਮਾ ਲੇਗਾ, ਚੱਲ ਸਾਰੀ ਦੁਨੀਆ ਦਾ ਧਨ ਤੂੰ ਇਕੱਠਾ ਕਰਕੇ ਲੈ ਲਿਆ, ਪਰ ਜਦ ਤੇਰਾ ਦਿਨ ਆ ਗਏ ਪਿਆਰੇ, 4 ਦਿਨਾਂ ਬਾਅਦ ਤੂੰ ਜਿਹੜਾ ਇੱਥੋਂ ਤੁਰ ਜਾਣਾ ਹੈ, ਫਿਰ ਤੈਨੂੰ ਮਿਲਿਆ ਕੀ ਹੈ, ਤੇਰੇ ਪੱਲੇ ਕੀ ਰਹਿ ਗਿਆ। ਇਹੀ ਤਾਂ ਧੋਖਾ ਹੈਗਾ, ਇਹੀ ਤਾਂ ਤੇਰਾ ਗਵਾਰਪੁਣਾ ਹੈਗਾ। ਅੰਤਰ ਲਾਲਚ ਭਰਮ ਹੈ, ਭਰਮੇ ਗਵਾਰੀ। ਨਾਨਕ ਨਾਮ ਨਾ ਚੇਤੇ ਹੀ ਜੂਏ ਬਾਜੀ ਹਾਰੀ। ਕਹਿੰਦੇ ਨਾਮ ਨਹੀਂ ਚੇਤਦਾ, ਚੱਲ ਫਿਰ ਤੇ ਜੂਏ ਦੇ ਵਿੱਚ ਹਾਰ ਜਾ ਪਾਏ, ਜੂਏ ਦੇ ਵਿੱਚ ਹੀ ਹਾਰ ਰਿਹਾ ਹੈ। ਇਸ ਤੋਂ ਉੱਪਰ ਕੁਛ ਨਹੀਂ ਹੈ। ਦੇਖ ਲਓ ਜਿੰਨਾ ਮਾਇਆ, ਜਿੰਨਾ ਜੋ ਕੁਛ ਵੀ ਆਪਾਂ ਦੁਨੀਆ 'ਚ ਕਰ ਰਹੇ ਹਾਂ, ਸਿਰਫ ਜਿਹੜਾ ਹੈਗਾ ਜੇ ਆਪਾਂ ਸਿਰਫ ਬਾਹਰ ਮੁਖੀ ਹੈਗੇ ਧਨ ਦੌਲਤ ਦੇ ਨਾਲ, ਇਸ ਖੇਡ ਦੇ ਵਿੱਚ ਹੀ ਜਿਹੜਾ ਹੈਗਾ ਆਪਾਂ ਗਤੀ ਕਰੀ ਜਾ ਰਹੇ ਹਾਂ। ਤੇ ਕਹਿੰਦੇ ਸਿਰਫ ਜੂਏ ਦੇ ਵਿੱਚ ਹਾਰ ਰਹੇ ਹਾਂ ਭਾਈ। ਮਿਲਣਾ ਕੁਛ ਵੀ ਨਹੀਂ ਹੈਗਾ, ਖੱਟੀ ਕੁਛ ਵੀ ਨਹੀਂ ਹੈਗੀ। ਉਹ ਨਾ ਉੱਥੇ ਬੰਬੇ ਸਾਈਡ ਤੇ ਗਏ ਤੇ ਉੱਥੇ ਇਸ ਇੱਕ ਨੇ ਚਾਹ ਵੀ ਨਹੀਂ, ਇੱਕ ਗਿਆ ਬੰਦਾ ਤੇ ਉਹ ਜਾ ਕੇ ਉਹਨੇ ਪਾਣੀ ਪੀਤਾ ਤੇ ਕਹਿੰਦੇ ਉਹ ਨੌਕਰ ਦੁਕਾਨ ਦਾ ਕਹਿੰਦਾ ਖਾਇਆ ਪੀਆ ਕੁਛ ਨਹੀਂ, ਗਿਲਾਸ ਥੋੜਾ 12 ਆਨੇ। ਕਹਿੰਦਾ ਖਾਧਾ ਪੀਤਾ ਕੁਛ ਨਹੀਂ, ਗਿਲਾਸ ਭੰਨ ਕੇ ਆ। ਕਹਿੰਦੇ ਉਹ ਕੰਮ ਕਰ ਰਹੇ ਆ, ਤੂੰ ਜੂਏ 'ਚ ਹਾਰ ਕੇ ਜਾ ਰਹੇ ਆ ਭਾਈ, ਕੁਛ ਵੀ ਨਹੀਂ ਕੀਤਾ, ਖੱਟੀ ਕੁਛ ਵੀ ਨਹੀਂ ਹੈ ਤੇ। ਹਾਂਜੀ ਗੌਰਕੀ ਸਾਹਿਬ। ਬਿਲਕੁਲ ਠੀਕ ਹੈ ਨਿਜਾ ਸਾਹਿਬ, ਪਹਿਲੀ ਤੋਂ ਬੋਲ ਦੋ। ਬਾਹਰ ਭਸਮ ਲੇਪਨ ਕਰੇ ਅੰਤਰ ਗੁਬਾਰੀ। ਵੇਖ ਲਓ ਸਾਧ ਸੰਗਤ ਜੀ, ਉਹ ਕਹਿੰਦੇ ਕਿ ਬਾਹਰੀ ਤੂੰ ਬੜਾ ਆਪਣੇ ਨੂੰ ਸੰਤਕ ਕਹਿ ਰਿਹਾ, ਬੜੇ ਸਾਫ਼ ਸੁਥਰੇ ਕੱਪੜੇ ਪਾਏ ਨੇ, ਤੂੰ ਚਾਹੇ ਕੁਛ ਵੀ, ਸਾਡੇ ਤੇ ਵੀ ਪੁਆਇੰਟ ਆਊਟ ਕਰ ਰਹੇ ਨੇ। ਇਹ ਕੋਈ ਉਹ ਦੂਜਿਆਂ ਨੂੰ ਛੱਡ ਦੋ, ਸਵਾਲ ਇਹਨੂੰ ਨਹੀਂ ਇਕੱਲਿਆਂ ਨੂੰ ਕਿਹਾ, ਇਹ ਸਾਨੂੰ ਵੀ ਕਹਿ ਰਹੇ ਨੇ, ਆਪਾਂ ਨੂੰ ਕਹਿ ਰਹੇ ਆ ਮਹਾਰਾਜ। ਇਹੀ ਕਹਿੰਦੇ ਕਿ ਤੇਰਾ ਬਾਹਰੀ ਇਹ ਸਾਡੇ ਲਈ ਬਾਣੀ ਉਚਾਰ ਰਹੀ ਹੈ, ਸਾਨੂੰ ਹੀ ਸਮਝਾ ਰਹੇ ਨੇ। ਇਹ ਬੈਟਰ ਰਹੂਗਾ ਨਿਜਾ ਸਾਹਿਬ, ਆਪਾਂ ਐਵੇਂ ਨਾ ਲੋਕਾਂ ਨੂੰ ਪੁਆਇੰਟ ਕਰੀ ਜਾਈਏ, ਹਨਾ ਗੋਰਖੀ ਸਾਹਿਬ। ਬਹੁਤ ਬਿਲਕੁਲ। ਦੇਖੋ ਇਹ ਪਹਿਲੀ ਪਾਤਸ਼ਾਹੀ ਕਹਿੰਦੀ ਛੋਟੋ ਵੇਸ ਭੇਖ ਚਤੁਰਾਈ। ਵੇਸ ਭੇਖ ਕਾਮਨ ਆ ਸਾਰਿਆਂ ਵਾਸਤੇ, ਕਹਿੰਦੇ ਚਤੁਰਾਈ ਛੱਡ ਦੋ, ਇਹਦੇ ਨਾਲ ਨਹੀਂ ਕੁਛ ਹੋਣਾ। ਛੋਟੋ ਵੇਸ ਭਾਈ ਦੁਬਦਾ ਇਹ ਫਲ ਨਹੀਂ ਜੀਓ। ਇਹ ਤਾਂ ਦੁਬਦਾ ਹੈਗੀ, ਕਹਿੰਦੇ ਇਹਦੇ 'ਚ ਇਹ ਫਲ ਨਹੀਂ ਮਿਲਣ ਵਾਲਾ। ਅੰਦਰ ਇਹ ਜਿਹੜੀ ਹੈਗੀ ਜੋ ਕੁਛ ਮਨ ਨੇ ਕਰਨਾ ਹੈ, ਜੋ ਕੁਛ ਗਤੀ ਹੋਣੀ ਹੈ ਮਨ ਨੇ ਕਰਨੀ ਹੈ। ਹਾਂਜੀ ਗੋਰਖੀ ਸਾਹਿਬ ਬਿਲਕੁਲ ਸਹੀ ਆ। ਉਹੀ ਆ ਕਿ ਉਹ ਕਹਿੰਦੇ ਨਾ ਮਨ ਮੈਲੇ ਤੇ ਸਭ ਕੁਛ ਮੈਲਾ। ਹਾਂ ਬਿਲਕੁਲ। ਉਹ ਬਾਣੀ ਕਹਿੰਦੇ ਕਿ ਆ ਵੇਖੋ, ਕਹਿੰਦੇ ਬਾਹਰ ਭੇਜ ਮਤਲਬ ਕਿ ਤੂੰ ਮਨ ਤੇ ਤੇਰਾ ਮੈਲਾ ਵਾ, ਅੰਦਰ ਗੁਬਾਰੀ ਆ, ਹਨੇਰਾ ਵਾ ਮਨ ਤੇਰਾ, ਤੇ ਖੁਦ ਹੀ ਔਗਣਾਂ ਦੇ ਹਨੇਰੇ 'ਚ ਬੈਠਾ ਵਾ, ਤੇ ਤੂੰ ਬਾਹਰੋਂ ਤੇ ਬੜਾ ਚਿੱਟਾ ਸੂਟ ਪਾ ਲਿਆ ਹੈ, ਤੇ ਤੂੰ ਬੜਾ ਤੂੰ ਆਪਣਾ ਰੂਪ ਨੂੰ ਭੇਜ ਨੂੰ ਬਹੁਤ ਸੁਧਾਰ ਲਿਆ, ਤੇ ਲੋਕਾਂ ਨੂੰ ਧੋਖਾ ਦੇਣੇ ਆ ਮਾਂ। ਪਰ ਤੈਨੂੰ ਪਤਾ ਨੀ ਕਿ ਤੇਰੇ ਅੰਦਰ ਕਿੰਨੀ ਕਾਲਖ ਆ, ਕਿੰਨੀ ਔਗਣ ਨੇ, ਤੇਰਾ ਚਿੰਤਨ ਕੀ ਚੱਲਦਾ ਤੈਨੂੰ ਨੀ ਪਤਾ, ਤੈਨੂੰ ਧੋਖਾ ਦੇਣਾ ਚਾਹੁੰਦਾ। ਤੇ ਨਿੱਜਰ ਸਾਹਿਬ ਬੰਦਾ ਇਹ ਵੇਖੋ,
ਇਹਦੇ ਬਾਰੇ ਬੰਦਾ ਕਿਤੇ ਸੋਚਦਾ ਨਹੀਂ ਕਿ ਮੇਰੇ ਅੰਦਰ ਕਿਹੜਾ ਚਿੰਤਨ ਹੈ। ਬਿਲਕੁਲ ਨਹੀਂ ਸੋਚਦਾ ਜੀ। ਤੇ ਵੇਖ ਲਓ ਬਾਣੀ ਤੇ ਆਪਾਂ ਨੂੰ ਇਹ ਸਮਝਾ ਰਹੀ ਕਿ ਅੰਦਰ ਦਾ ਤੇਰਾ ਚਿੰਤਨ ਕੀ ਹੈ, ਤੂੰ ਉੱਥੇ ਧਿਆਨ ਦੇ। ਤੂੰ ਬਾਹਰ ਹੀ ਕਿਹੜੇ ਚੱਕਰਾਂ 'ਚ ਪੈ ਗਿਆ, ਤੂੰ ਸੋਚਣ ਡਿਆ ਕਿ ਬਾਹਰ ਹੀ ਸਰੀਰ ਨੂੰ ਧੋਤੇ ਤੇਰਾ ਕੰਮ ਬਣ ਜਾਊਗਾ, ਨਹਿਰ 'ਚ ਉੱਥੇ ਗੰਗਾ 'ਚ ਨਹਾਉਣ ਚੱਲ ਜਾਂਦਾ ਵਾ, ਸਰੋਵਰਾਂ 'ਚ ਨਹਾਉਣਾ, ਟੁੱਟੀਆਂ ਮਾਰੀ ਜਾਂਦੇ ਆ। ਇਹਦੇ ਨਾਲ ਤੇਰੇ ਮਨ ਦੀ ਜਿਹੜੀ ਆ ਅੰਦਰ ਦੀ ਜਿਹੜੀ ਗੁਬਾਰੀ ਉਹ ਦੂਰ ਨਹੀਂ ਹੋਣੀ, ਹਨੇਰਾ ਨਹੀਂ ਦੂਰ ਹੋਣਾ। ਉਹ ਤੇ ਤੈਨੂੰ ਧਿਆਨ ਚੰਨ 'ਚ ਬਹਿ ਕੇ ਆਪਣੇ ਅੰਦਰ ਵੇਖਣਾ ਪੈਣਾ ਹੈ, ਕਿਉਂਕਿ ਤੇਰੀ ਤੇ ਵਾਲੇ ਕਿਸਨੇ। ਤੁਹਾਡੀ ਆਵਾਜ਼ ਬੰਦ ਹੋ ਗਈ ਜੀ, ਤੁਹਾਡਾ ਮਾਈਕ ਬੰਦ। ਤੁਹਾਡੇ ਅੰਦਰ ਕੀ ਚੱਲ ਰਿਹਾ ਤੁਹਾਨੂੰ ਪਤਾ, ਧਿਆਨ ਸਿਮਰਨ 'ਚ ਪਾਓ। ਹਾਂਜੀ ਗੋਰਖੀ ਸਾਹਿਬ, ਅਗਲੀ ਤੁਕ ਬੋਲ ਦੋ। ਖਿੰਥਾ ਝੋਲੀ, ਹਾਂ, ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ। ਕਹਿੰਦੇ ਦੇਖ ਲਾ ਬਾਕੀ ਵੀ ਤੂੰ ਜਿਹੜੇ ਹੈਗੇ ਸਾਰੀਆਂ ਜਿਹੜੀਆਂ ਹੈਗੀਆਂ ਆਈਟਮ ਜਿਹੜੇ ਹੈਗੇ ਬਾਹਰਲੇ ਆਪਾਂ ਵੀ ਬਿਲਕੁਲ ਸੇਮ ਦੇ ਸੇਮ ਹੈ। ਇਹ ਸਾਧੂਆਂ ਦੀ ਗੱਲ ਕਰ ਰਹੇ ਅੱਛਾ ਨਿਜਰ ਸਾਹਿਬ। ਹਾਂਜੀ 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 ਗੋਰਖੀ ਸਾਹਿਬ, ਹਾਂਜੀ ਬਿਲਕੁਲ ਠੀਕ ਬੋਲੋ ਸੌਰੀ ਬੋਲੋ ਤੁਸੀਂ। ਖਿੰਥਾ ਝੋਲੀ ਬਹੁ ਭੇਖ ਕਰੇ ਦੁਰਮਤ ਅਹੰਕਾਰੀ। ਕਹਿੰਦੇ ਬਾਹਰੋਂ ਤੂੰ ਜਿਹੜਾ ਹੈਗਾ ਜ਼ਰੂਰ ਗੁਰਮੁਖ ਦਿਖ ਰਿਹਾ ਆ, ਬਾਹਰੋਂ ਤੂੰ ਪੂਰੇ ਗੁਰਮੁਖਾਂ ਵਾਲੇ ਜਿਹੜੇ ਹੈਗੇ ਸਾਰੇ ਦੇ ਸਾਰੇ ਗੁਰਮੁਖਾਂ ਵਾਲੇ ਜਿਹੜੇ ਹੈਗੇ ਜੋ ਵੀ ਹੈਗੇ ਤੇਰੇ ਜਿਹੜੇ ਹੈਗੇ ਚਿੰਨ੍ਹ ਹੈਗੇ ਉਹ ਸਾਰੇ ਦੇ ਸਾਰੇ ਧਾਰਨ ਕਰ ਲਏ। ਖਿੰਥਾ ਝੋਲੀ ਬਹੁ ਭੇਖ ਕਰੇ, ਬਹੁ ਕਹਿੰਦੇ ਸਾਰੇ ਦੇ ਸਾਰੇ ਭੇਖ ਬਣਾ ਲਿਆ ਆਪਣਾ, ਪਰ ਦੁਰਮਤ ਅਹੰਕਾਰੀ ਤੇਰੀ ਮੱਤ ਜਿਹੜੀ ਹੈ ਭੈੜੀ ਹੈਗੀ, ਔਰ ਅਹੰਕਾਰ ਹੈਗਾ, ਅਹੰਕਾਰ ਵਾਲੀ ਤੇਰੀ ਮੱਤ ਹੈ, ਭੈੜੀ ਮੱਤ ਹੈ ਤੇਰੇ ਕੋਲ। ਕਹਿੰਦੇ ਸਾਹਿਬ ਸ਼ਬਦ ਨਾ ਉਚਰੈ ਮਾਇਆ। ਨਿਜਰ ਸਾਹਿਬ ਹਾਂਜੀ ਬੋਲੋ ਜੀ। ਇਹ ਜਿਹੜੇ ਲੋਕ ਹੈਗੇ ਆ, ਇੱਕ ਸੈਕਿੰਡ, ਹਾਂ ਬੋਲ। ਆ ਜਿਹੜੇ ਲੋਕ ਜਿਹੜੇ ਆਪਣੇ ਆਪ ਨੂੰ ਧਾਰਮਿਕ ਸਮਝਦੇ, ਚਾਹੇ ਸਾਡੇ ਜਾਂ ਦੂਜੇ ਚ ਹੈਗੇ, ਇਹਨਾਂ ਚ ਹੰਕਾਰ ਜੇ ਬਹੁਤ ਜ਼ਿਆਦਾ। ਇਹ ਸੋਚਦੇ ਕਿ ਅਸੀਂ ਸਹੀ ਆ। ਇਹਨਾਂ ਨੂੰ ਇਹਦਾ ਹੀ ਹੰਕਾਰ ਹੋ ਜਾਂਦਾ। ਇਹ ਸੋਚਦੇ ਕਿ ਬਾਕੀ ਜਿਹੜਾ ਸਧਾਰਨ ਬੰਦਾ, ਹਾਂ ਇਹ ਸੂਖਮ ਹੰਕਾਰ ਆ ਜਿਹੜਾ ਇਹਨਾਂ ਦਾ ਹੰਕਾਰ ਇਹਨਾਂ ਸੂਖਮ ਹੈ, ਇਹਨੂੰ ਫੜਨਾ ਬੜਾ ਔਖਾ, ਔਰ ਮੰਨਦੇ ਨਹੀਂ ਆ। ਉਹ ਉਸੇ ਚੀਜ਼ 'ਚ ਬੈਠੇ ਨੇ ਕਿ ਮਤਲਬ ਅਸੀਂ ਭੇਸ ਬਦਲ ਲਿਆ ਵਾ, ਬਿਲਕੁਲ ਟਿਪ ਟੌਪ ਕਰ ਲਿਆ ਤੇ ਅਸੀਂ ਬ੍ਰਹਮ ਗਿਆਨੀ ਹੋ ਗਏ ਆ, ਤੇ ਬਾਕੀ ਜਿਹੜਾ ਸੰਸਾਰ ਹੈਗਾ ਵਾ ਉਹਨੂੰ ਕੁਛ ਨਹੀਂ ਪਤਾ ਹੈਗਾ। ਇਹ ਵੀ ਇੱਕ ਕਿਸਮ ਦਾ ਹੰਕਾਰ ਹੀ ਆ ਗਿਆ। ਹਾਂਜੀ ਨਿਜਰ ਸਾਹਿਬ ਅਗਲੀ ਤੁਕ ਬੋਲੋ। ਸਾਹਿਬ ਬਾਕੀਆਂ ਨੂੰ ਤਾਂ ਕਹਿੰਦੇ ਇਹ ਤਾਂ ਐਵੇਂ ਹੀ ਹੈਗੇ ਕੱਚੇ ਪਿੱਲੇ, ਬਸ ਕੱਚੇ ਪਿੱਲੇ ਕਹਿੰਦੇ ਆ ਬਸ ਬਾਕੀਆਂ ਨੂੰ। ਹਾਂ ਤੇ ਵੇਖ ਲਓ ਤੇ ਉਹ ਔਰ ਇਹਨਾਂ ਦਾ ਜੀਵਨ ਵੇਖੋ, ਇੱਕ ਏਡਾ ਵਧੀਆ ਜੀਵਨ ਥੋੜੀ ਹੁੰਦਾ ਹੈ। ਜਿਹੜੇ ਬੰਦੇ ਬਾਹਰੀ ਭੇਸ ਬਦਲਦੇ ਆ ਉਹਨਾਂ ਦਾ ਜੀਵਨ ਏਡਾ ਵਧੀਆ ਨਹੀਂ ਹੁੰਦਾ। ਉਹ ਬਾਣੀ 'ਚ ਲਿਖਿਆ ਤਾਂ ਹੈਗਾ, ਗੱਲੀਆਂ ਅਸੀਂ ਚੰਗੀਆਂ ਆਚਾਰੀ ਬੁਰੀਆਂ। ਹਾਂ ਬਿਲਕੁਲ ਸਹੀ ਹੈ ਜੀ ਗੋਰਖੀ ਸਾਹਿਬ। ਆਪਾਂ ਇਹ ਨਹੀਂ ਕਹਿੰਦੇ ਕਿ ਬਾਹਰਲਾ ਭੇਖ ਜਿਹੜਾ ਬਾਹਰਲਾ ਨਾ ਕਰੋ, ਆਪਾਂ ਕਹਿੰਦੇ ਭਾਈ ਅੰਦਰਲਾ ਵੀ ਬਣਾ ਲਓ, ਬਾਹਰਲਾ ਵੀ ਬਣਾ ਲਓ, ਤਾਂ ਤੁਹਾਡਾ ਬਾਹਰਲਾ ਵੀ ਜਿਹੜਾ ਹੈਗਾ ਉਹਦਾ ਉਹ ਤੁਹਾਨੂੰ ਫਾਇਦਾ ਕਰ ਸਕਦਾ ਹੈ। ਜੇ ਅੰਦਰ ਤੁਹਾਡਾ ਭੇਖ ਦੀ ਅੰਦਰਲੀ ਰਹਿਤ ਨਹੀਂ ਹੈਗੀ ਤੇ ਬਾਹਰਲੀ ਰਹਿਤ ਨੇ ਕੀ ਕਰ ਦੇਣਾ ਜੀ ਗੋਰਖੀ ਜੀ। ਬਿਲਕੁਲ ਨਹੀਂ ਨੀਚੇ ਸਾਹਿਬ, ਬਾਹਰ ਦੀ ਤੇ ਕਿਤੇ ਮਨਾ ਥੋੜੀ ਕੀਤਾ, ਹਾਂ, ਪਰ ਅਸੀਂ ਕਹਿੰਦੇ ਕਿ ਤੁਹਾਡੀ ਉਹ ਇੱਕ ਸ਼ੁਰੂਆਤ ਹੈਗੀ ਆ, ਪਰ ਮੰਜ਼ਿਲ ਨਹੀਂ ਹੈਗੀ। ਹਾਂ ਬਿਲਕੁਲ ਠੀਕ ਹੈ। ਹਾਂ ਇੱਕ ਤੁਹਾਡੀ ਇੱਕ ਜਰਨੀ ਦਾ ਪੜਾਅ ਹੈਗਾ, ਉਹ ਤੁਹਾਡੀ ਆਖਰੀ ਮੰਜ਼ਿਲ ਨਹੀਂ ਹੈਗੀ, ਉਸ ਤੋਂ ਅੱਗੇ ਜਾਣਾ ਹੈ। ਕਿਤੇ ਇਹ ਨਾ ਹੋਵੇ ਕਿ ਤੁਸੀਂ ਬਾਹਰੀ, ਹੁਣ ਕਈ ਬੰਦੇ ਨੇ ਉਹ ਆਪਣੇ ਬਾਹਰੀ ਫੇਸ ਨੂੰ ਹੀ ਸੁਧਾਰਦੇ ਰਹਿੰਦੇ ਨੇ, ਔਰ ਉਹਨੂੰ ਹੀ ਸਾਂਭਦੇ ਰਹਿੰਦੇ ਨੇ, ਔਰ ਅੰਦਰੋਂ ਖਾਲੀ ਹੁੰਦੇ ਆ, ਅੰਦਰ ਗੁਣ ਤੇ ਹੁੰਦਾ ਕੋਈ ਨਾ। ਇਹ ਬਾਣੀ ਉਸੇ ਚੀਜ਼ ਨੂੰ ਸਮਝਾ ਰਹੀ ਹੈ। ਹਾਂਜੀ ਅੱਗੇ ਚੱਲੀਏ ਜੀ। ਸਾਹਿਬ ਸ਼ਬਦ, ਅਗਲੀ ਗੱਲ ਅੰਦਰਲੀ ਗੱਲ ਕਰ, ਕਹਿੰਦੇ ਅੰਦਰਲੀ ਆ ਚੀਜ਼ ਤਾਂ ਹੈ ਨਹੀਂ ਕਿ ਤੇਰੇ ਕੋਲ। ਸਾਹਿਬ ਸ਼ਬਦ ਨਾ ਉਚਰੈ, ਕਹਿੰਦੇ ਮਾਲਕ ਪਰਮਾਤਮਾ ਦਾ ਜਿਹੜਾ ਸ਼ਬਦ ਹੈ, ਜਿਹਨੇ ਜੋੜਨਾ ਹੈ ਮਾਲਕ ਪਰਮਾਤਮਾ ਨੇ ਪਰਮਾਤਮਾ ਦੇ ਨਾਲ, ਧਿਆਨ ਸਿਮਰਨ ਕਹਿੰਦੇ ਆ, ਉਹ ਤਾਂ ਤੂੰ ਕਰਦਾ ਹੀ ਨਹੀਂ, ਉਚਰਦਾ ਹੀ ਨਹੀਂ ਹੈ, ਉਹ ਤਾਂ ਬੋਲਦਾ ਹੀ ਨਹੀਂ ਹੈ। ਪਰਮੇਸ਼ਰ ਦਾ ਨਾਮ ਤਾਂ ਤੂੰ ਲੈਂਦਾ ਹੀ ਨਹੀਂ ਹੈ, ਆਪਣੇ ਅੰਦਰ ਤੂੰ ਵੜਦਾ ਹੀ ਨਹੀਂ ਹੈ। ਮਾਇਆ ਮੋਹ ਪਸਾਰੀ, ਬਸ ਮਾਇਆ ਦਾ ਮੋਹ ਦਾ ਪਸਾਰਾ ਕਰਕੇ ਬੈਠਾ ਹੋਏ ਆ। ਮਾਇਆ ਮੋਹ ਦਾ ਪੂਰਾ ਜਿਹੜਾ ਹੈਗਾ ਟੈਰਟਰੀ ਆਪਣੀ ਵਧਾਈ ਜਾ ਰਹੇ ਆ ਹੋਰ ਜ਼ਿਆਦਾ। ਵੇਖ ਲਓ ਸਾਧ ਸੰਗਤ ਜੀ ਕਿੱਦਾਂ, ਮਤਲਬ ਉਦੋਂ ਪੈਸਾ ਇੰਨਾ ਹੈ ਵੀ ਨਹੀਂ ਸੀ ਨਿਜਰ ਸਾਹਿਬ, ਉਦੋਂ ਕਿਤੇ ਕਿੰਨਾ ਕੁ ਪੈਸਾ ਸੀ। ਹਾਂ ਤੇ ਹੁਣ ਵੇਖ ਲਓ ਬੰਦਾ ਤੇ ਪੈਸਾ ਹੀ ਪੈਸਾ ਕਰੀ ਜਾਂਦਾ, ਪੈਸਾ ਹੀ ਪੈਸਾ। ਉਹ ਸਹੀ ਗੱਲ, ਕੁੱਤੇ ਨੂੰ ਹਲਕਾ ਹੋਇਆ ਪਿਆ, ਮੁੜ ਕੇ ਮਿਹਦਾ ਖਰਾਬ ਕਰਕੇ ਬਹਿ ਜਾਂਦਾ। ਤੇ
ਪੈਸੇ ਤਾਂ ਮੈਂ ਕਰਨਾ ਕੀ ਹੈ, ਪੈਸਾ ਮੇਰਾ ਹੈ ਹੀ ਨਹੀਂ, ਕਿਉਂ ਮੈਂ ਹਾਂ। ਚੁੱਕ ਕੇ ਲਿਆਉਣਾ ਕਰ, ਹਾਂ ਕੀ ਮੈਨੂੰ ਸੁੱਖ ਦਊਗਾ ਇਹ ਪੈਸਾ? ਬਿਲਕੁਲ ਬੰਦਾ ਵਿਚਾਰ ਹੀ ਚਿੰਤਨ ਨਹੀਂ ਹੈਗਾ ਨਿਜਰ ਸਾਹਿਬ। ਬਿਲਕੁਲ ਨਹੀਂ। ਉਹ ਵੇਖ ਲਓ, ਉਹ ਨਸ਼ੇ 'ਚ ਹੀ ਆ। ਉਹ ਕਹਿੰਦੇ ਨਹੀਂ ਜਦ ਤੱਕ 1500 2000 ਉੱਪਰੋਂ ਬਣ ਨਹੀਂ ਜਾਂਦਾ ਉਦ ਤੱਕ ਉਹਨੂੰ ਮਜ਼ਾ ਨਹੀਂ ਆਉਂਦਾ। ਆਪਣੀ ਤਨਖਾਹ ਨਹੀਂ ਤੇ ਉਹਨੂੰ ਉਹਦੀ ਸੰਤੁਸ਼ਟੀ ਹੈ ਹੀ ਨਹੀਂ। ਹਾਂਜੀ ਨਿਜਰ ਸਾਹਿਬ ਅੱਗੇ ਤੁਕ ਬੋਲਦਾ ਆਪ ਬੋਲ ਰਹੇ ਸੀ। ਅੰਤਰ ਲਾਲਚ ਭਰਮ ਹੈ, ਭਰਮੇ ਗਵਾਰੀ। ਕਹਿੰਦੇ ਅੰਦਰ ਲਾਲਚ ਆ ਔਰ ਇਹੀ ਭਰਮ ਹੈਗਾ, ਔਰ ਗਵਾਰ ਹੈ ਇਨਸਾਨ, ਇਹਦੇ ਵਿੱਚ ਭਰਮ ਰਿਹਾ, ਗਵਾ ਰਿਹਾ। ਉਹਦੇ ਕੋਲ ਸੋਚ ਨਹੀਂ ਹੈ, ਵਿਵੇਕ ਬੁੱਧੀ ਹੈ ਨਹੀਂ, ਕਿ ਗੁਰੂ ਦੀ ਮੱਤ ਲੈਂਦਾ ਨਹੀਂ ਹੈ, ਆਪਣੀ ਮਨ ਦੀ ਮੱਤ ਛੱਡਦਾ ਨਹੀਂ ਹੈ। ਇਸ ਕਰਕੇ ਭਰਮ ਰਿਹਾ ਹੈ ਭਾਈ, ਇਸ ਕਰਕੇ ਗਵਾਰ ਹੈਗਾ ਉਹ। ਹਾਂ ਬਿਲਕੁਲ ਵੇਖ ਲਓ, ਅੰਦਰ ਲਾਲਚ ਆ, ਭਰਮ ਆ। ਭਰਮ ਦਾ ਮਤਲਬ ਸਮਝਦੇ ਨੇ ਸਾਧ ਸੰਗਤ ਜੀ? ਮਾਇਆ ਦਾ ਭਰਮ। ਬਸ ਜਿਹੜੇ ਬੰਦੇ ਨੂੰ, ਜਿਹਨੂੰ ਇਹ ਨਹੀਂ ਪਤਾ ਲੱਗਦਾ ਕਿ ਵੇਂਦਾ ਨਹੀਂ ਪਿਆ ਕਿ ਇਹ ਜਿਹੜੇ ਮੈਂ ਖੱਡੇ ਪੁੱਟ ਰਿਹਾ ਇਹਦੇ ਵਿੱਚ ਮੈਂ ਡਿੱਗਣਾ ਜਾਵੇ, ਔਰ ਪੁੱਟ ਰਿਹਾ ਆਪਣੇ ਹੱਥੀ ਪੁੱਟਦਾ। ਬਾਣੀ ਤੇ ਖੁਦ ਕਹਿੰਦੀ ਆ ਕਿ ਜਿਹੜੀਆਂ ਪੰਡਾਂ ਤੂੰ ਬੰਨ ਰਿਹਾ ਧਿਆਨ ਨਾਲ ਬੰਨ, ਕਿਉਂਕਿ ਇਹ ਤੇਰੀਆਂ ਹੀ ਪੰਡਾਂ ਹੀ, ਤੂੰ ਕਿਸੇ ਨੇ ਇਹ ਦੂਜੇ ਨੂੰ ਨਹੀਂ ਦੇ ਸਕਦਾ। ਨਿੱਜਰ ਸਾਹਿਬ ਦੀਆਂ ਤੇ ਜਿਹੜੀਆਂ ਮੇਰੀਆਂ ਚਰਨਜੀਤ ਦੀਆਂ, ਉਹ ਚਰਨਜੀਤ ਦੀਆਂ ਪੰਡਾਂ ਨੇ, ਸੈਪਰੇਟ ਹੀ ਸੈਪਰੇਟ, ਵੱਖੋ ਵੱਖ। ਔਰ ਜਿੱਦਣ ਮੈਂ ਜਾਣਾ ਵਾ ਮੈਨੂੰ ਆਪਣੇ ਮੋਢੇ ਤੇ ਚੁੱਕ ਕੇ ਲੈ ਕੇ ਜਾਣੀਆਂ ਪੈਣੀਆਂ। ਤੇ ਧਿਆਨ ਨਾ ਭਰੋ ਕਹਿੰਦੇ ਪੰਡਾਂ ਦੇ ਵਿੱਚ ਸਮਾਨ, ਠੀਕ ਹੈ ਨਾ ਜੈਸਾ। ਉਹ ਇਹ ਨਹੀਂ ਕਿ ਕੱਲੀ ਤੁਸੀਂ ਰਿਸ਼ਵਤ ਦੀ ਗੱਲ ਕੀਤੀ ਹੈ, ਨਿੰਦਿਆ, ਚੁਗਲੀ, ਈਰਖਾਬਾਜੀ, ਇਹ ਸਾਰਾ ਕੁਝ ਇਹੋ ਜੇ, ਇਹ ਵੀ ਪੰਡਾ ਹੀ ਆ। ਹੁਣ ਇਹਦਾ ਮਤਲਬ ਨਹੀਂ ਕਿ ਗਰੀਬ ਬੰਦਾ ਜਿਹਨੂੰ ਨੌਕਰੀ ਨਹੀਂ ਮਿਲੀ ਉਹਦੇ ਕੋਲ ਵੀ ਹੈਗੀਆਂ ਨੇ, ਉਹ ਵੀ ਏਦਾਂ ਦੇ ਕਈ ਔਗਣ ਕਰਦਾ ਵਾ, ਮਾਨਸਿਕ ਗੱਲਾਂ, ਤੇ ਉਹਦੀਆਂ ਪੰਡਾਂ ਵੱਖਰੀਆਂ ਹੋਣਗੀਆਂ। ਇਹ ਨਹੀਂ ਕਿ ਹੁਣ ਸਾਰਿਆਂ ਬੰਦਿਆਂ ਕੋਲ ਨੌਕਰੀਆਂ ਨਹੀਂ ਮਿਲੀਆਂ ਤੇ ਉਹਨਾਂ ਰਿਸ਼ਵਤ ਨਹੀਂ ਲਈ, ਪਰ ਜਿਨ੍ਹਾਂ ਨੇ ਨਹੀਂ ਮਿਲੀਆਂ ਪਰ ਉਹਨਾਂ ਨੇ ਹੋਰ ਕਿਸਮ ਦਾ ਗੰਦ ਇਕੱਠਾ ਕਰ ਲਿਆ, ਤੇ ਉਹ ਜਿਹੜਾ ਜੋ ਵੀ ਗੰਦ ਮਤ ਆਪਾਂ ਇਕੱਠਾ ਕਰਾਂਗੇ ਉਸ ਦੇ ਨਾਲ ਜਾਣਾ, ਠੀਕ ਹੈ ਨਿਜਰ ਸਾਹਿਬ। ਤੇ ਉਹ ਕਹਿੰਦੇ ਅੰਤਰ ਲਾਲਚ ਭਰਮ ਹੈ, ਭਰਮੇ ਗਵਾਰੀ। ਤੇ ਕਹਿੰਦੇ ਮੂਰਖ ਬੰਦਾ ਵਾ ਜਿਹੜਾ, ਵੇਖ ਲਓ ਅੰਦਰ ਦੇ ਲਾਲਚ ਆ, ਪਰ ਮਾਇਆ ਦੇ ਭਰਮ ਚ ਵੇਖ ਲਓ ਗਵਾਰ ਹੈਗਾ ਵਾ, ਉਹਨੂੰ ਪਤਾ ਨਹੀਂ ਲੱਗਣ ਡਿਆ, ਠੀਕ ਹੈ ਨਿਜਰ ਸਾਹਿਬ। ਲਾਸਟ ਤੋਂ ਕਿਆ ਕਹਿੰਦੇ ਕਿ ਹਾਲੇ ਵੀ ਦੇਖ ਲਾ, ਜੇ ਤੇਰੇ ਜਿਹੜੇ ਹੈਗੇ, ਜੇ ਤੂੰ ਚੇਂਜ ਹੋਣਾ ਚਾਹੁੰਦਾ ਆ, ਜੇ ਤੂੰ ਨਹੀਂ ਛੱਡ ਸਕਦਾ, ਤੇ ਇਹਦੇ ਵਾਸਤੇ ਤੂੰ ਧਿਆਨ ਸਿਮਰਨ ਸ਼ੁਰੂ ਕਰ ਦੇ ਭਾਈ। ਪਰਮੇਸ਼ਰ ਦਾ ਨਾਮ ਨਾਨਕ ਨਾ ਚੇਤੇ ਹੀ ਜੂਏ ਬਾਜੀ ਹਾਰੀ। ਨਹੀਂ ਚੇਤੇਗਾ ਤੇ ਫਿਰ ਮਨੁੱਖ ਦਾ ਸਰੀਰ ਜਿਹੜਾ ਮਿਲਿਆ ਹੋਇਆ ਤੈਨੂੰ, ਇਹ ਬਾਜੀ ਹਾਰ ਜਾਏਗਾ। ਫਿਰ ਜਿਹੜਾ ਹੈਗਾ 84 ਲੱਖ ਦੇ ਵਿੱਚ ਜਾਏਗਾ ਭਾਈ, ਫਿਰ ਦੁਬਾਰਾ ਪਤਾ ਨਹੀਂ ਕਦੋਂ ਚਾਂਸ ਆਊਗਾ ਤੇਰਾ। ਹਾਂਜੀ ਗੁਰੂ ਜੀ। ਹਾਂ ਠੀਕ ਹੈ। ਹਾਂ ਸਾਧ ਸੰਗਤ ਜੀ ਕਹਿੰਦੇ ਕਿ ਨਾਨਕ ਨਾਮ ਨਾ ਚੇਤੇ ਹੀ ਜੂਏ ਬਾਜੀ ਹਾਰੀ। ਕਹਿੰਦਾ ਕਿ ਜੇ ਤੈਨੂੰ ਉਹਦੀ ਚੇਤਾ ਹੀ ਨਹੀਂ ਆਇਆ ਕਿ ਤੂੰ ਇੱਥੇ ਕਰਨ ਕੀ ਆਇਆ ਵਾ, ਤੂੰ ਤੇ ਏਦਾਂ ਦਾ ਸਿਸਟਮ ਜੀਵਨ ਬਤੀਤ ਕਰ ਰਿਹਾ ਕਿ ਇੱਥੇ ਪੱਕਾ ਹੀ ਤੇਰਾ ਸਟੇ ਹੈਗਾ, ਤੇ ਫਿਰ ਤੇ ਜਿੱਦਾਂ ਜੂਏ ਦੇ ਨਹੀਂ ਬੰਦਾ ਹਾਰ ਜਾਂਦਾ, ਸੁਖਿਆ ਮਿੱਟੀ ਹੋ ਗਿਆ ਕੰਮ। ਜੂਏ ਦਾ ਦਾਅ ਤੁਹਾਨੂੰ ਦਿੱਤਾ ਵਾ, ਤੇ ਉਹ ਤੁਸੀਂ ਭਾਵੇਂ ਜੂਆ ਖੇਡ ਲਓ ਤੇ ਭਾਵੇਂ ਤੁਸੀਂ ਆਪਣਾ ਭਗਤੀ ਕਰ ਲਓ, ਉਹਦੀ ਆਪਣੀ ਮਰਜ਼ੀ ਆ ਨਿਜਰ ਸਾਹਿਬ। ਬਿਲਕੁਲ। ਉਹ ਕਹਿੰਦੇ ਕਿ ਜਿਹੜਾ ਸਵਾਸ ਹੈ ਤੇਰੀ ਰਾਸ਼ੀ ਆ, ਤੂੰ ਭਾਵੇਂ ਤੂੰ ਇਹਦੇ ਨਾਲ ਧਿਆਨ ਸਿਮਰਨ ਕਰਕੇ ਭਗਤੀ ਕਰ ਲਿਆਵੀਂ, ਤੇ ਭਾਵੇਂ ਗੰਦ ਮੰਦ ਚੁੱਕ ਕੇ ਸਵਾਹ ਚੁੱਕ ਲਿਆ, ਉਹ ਤੇਰੀ ਮਰਜ਼ੀ ਆ। ਤੇ ਪਰ ਜੇ ਤੂੰ ਸਵਾਹ ਚੁੱਕ ਕੇ ਲਿਆ ਤੇ ਬਾਜੀ ਹਾਰ ਜਾਣੀ। ਬਿਲਕੁਲ ਸਹੀ ਹੈ ਜੀ, ਮਨੁੱਖਾ ਸਰੀਰ ਮਿਲਿਆ। ਹਾਂ ਤੇ ਚਲੋ ਸਾਧ ਸੰਗਤ ਜੀ ਬਸ ਇਸੇ ਹੀ ਤਰ੍ਹਾਂ ਦਾ ਆਪਾਂ ਥੋੜਾ ਬਾਣੀ ਦਾ ਸਹਾਰਾ ਲੈਣਾ ਹੈ। ਬਾਣੀ, ਮੈਂ ਤੇ ਇਹ ਸੋਚਦਾ ਕਿ ਬਾਣੀ ਨਿਜਰ ਸਾਹਿਬ ਸਾਡੇ ਅੰਦਰ ਕੰਪਨ ਬਹੁਤ ਪੈਦਾ ਕਰ ਰਹੀ ਹੈ, ਬਹੁਤ ਜ਼ਿਆਦਾ, ਬਹੁਤ ਵਧੀਆ ਜੀ, ਬਹੁਤ ਜ਼ਿਆਦਾ ਅੰਦਰ ਸਾਡੇ। ਤੇ ਉਹ ਕਹਿੰਦੇ ਆ ਕਿ ਇਹ ਬੰਦੇ ਨੂੰ ਹਿਲਾ ਦੋ ਤੇ ਡਰਾ ਦੋ ਇਹਨੂੰ, ਮਤਲਬ ਇਹ ਕਿ ਜਾਗ ਜਾਵੇ, ਸੁੱਤਾ ਨਾ ਰਹਿ ਜਾਵੇ। ਲੋਹੇ ਨੂੰ ਲਾਲ ਕਰ ਰਹੀ ਹੈ। ਆਪਣਾ ਮਨ ਜਿਹੜਾ ਹੈਗਾ ਪੱਥਰ ਹੋਇਆ ਪਿਆ, ਲੋਹਾ ਹੋਇਆ ਪਿਆ ਹੈ, ਉਹਨੂੰ ਲਾਲ ਕਰ ਦਿੰਦੀ ਹੈ ਬਸ। ਹਾਂ ਤੇ ਬਾਣੀ ਤੇ ਵੇਖ ਲਓ ਇੰਨਾ ਕੁਝ ਕਿਹਾ ਵਾ, ਤੇ ਬਾਣੀ ਮੇਰੇ ਹਿਸਾਬ ਨਾਲ ਕੋਈ ਬਾਣੀ ਪੜ੍ਹਦਾ ਹੀ ਨਹੀਂ ਇਦਾਂ ਦਾ। ਬਾਣੀ ਕੀ ਕਹਿੰਦੀ ਹੈ? ਬਾਣੀ ਜਿਹੜੀ ਧਿਆਨ ਸਿਮਰਨ ਦੇ ਲਾਇਕ ਬਣਾ ਦਿੰਦੀ ਹੈ ਇਨਸਾਨ ਨੂੰ। ਹਾਂ ਬੰਦੇ ਦਾ ਪੁੱਤ ਬਣਾਉਂਦੀ ਹੈ ਨਿਜਰ ਸਾਹਿਬ, ਬੰਦੇ ਦਾ ਪੁੱਤ। ਬਿਲਕੁਲ। ਚਲੋ ਜੀ ਬਹੁਤ ਵਧੀਆ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ। ਠੀਕ ਹੈ ਜੀ। ਸਾਧ ਸੰਗਤ ਜੀ ਬਾਕੀ ਜਿਆਦਾ ਟੈਨਸ਼ਨ ਲੈਣ ਦੀ ਲੋੜ ਨਹੀਂ ਹੈ, ਬਸ ਤੁਸੀਂ ਧਿਆਨ ਸਿਮਰਨ ਕਰੀ ਜਾਓ, ਕਿਉਂਕਿ ਇਹ ਅਸਲ ਦੇ ਵਿੱਚ ਕੀ ਹੁੰਦਾ ਹੈ ਕਿ ਸਾਡੇ ਅੰਤਰਾਕਰਨ ਚ ਵੀ ਨਾ ਕਈ ਵਾਰੀ ਅਸੀਂ ਮਜਬੂਰ ਹੋ ਜਾਂਦੇ। ਜਿੱਦਾਂ ਵੇਖਿਆ ਨੀ ਇੱਕ ਬੰਦਾ ਨਸ਼ਾ ਕਰਦਾ, ਉਹਨੂੰ ਪਤਾ ਵਾ ਮੇਰਾ ਲੀਵਰ ਖਰਾਬ ਹੋ ਜਾਣਾ, ਫਿਰ ਵੀ ਸ਼ਰਾਬ ਪੀ ਜਾਂਦਾ, ਉਹ ਤੇ ਬਾਤ ਦੀ ਗੱਲ ਨਹੀਂ ਰਹਿ ਜਾਂਦੀ।
ਕਾਫੀ ਸਪੀਡ ਨਾਲ ਗੱਡੀ ਜਦੋਂ ਭੱਜਦੀ ਹੈ ਨਾ ਤੇ ਤੁਸੀਂ ਬ੍ਰੇਕ ਲਾਓਗੇ, ਰੁਕਦੀ ਨਹੀਂ ਆ। ਡਰਾਈਵਰ ਬੜੀ ਕੋਸ਼ਿਸ਼ ਕਰਦਾ ਰੋਕਣ ਦੀ, ਨਹੀਂ ਰੋਕਦੀ ਉਹ। ਇਸੇ ਤਰ੍ਹਾਂ ਸਾਡਾ ਜੀਵਨ ਆ। ਕਈ ਵਾਰੀ ਔਗਣ ਸਾਡੇ ਤੇ ਜ਼ਿਆਦਾ ਹਾਵੀ ਹੋ ਜਾਂਦੇ। ਮੰਨ ਲਓ ਤੁਸੀਂ ਕੋਈ ਕੰਮ ਆ 15-20 ਸਾਲ ਤੋਂ ਕਰ ਰਹੇ ਜੋ, 10 ਸਾਲ ਤੋਂ ਕਰ ਰਹੇ ਜੋ, ਅੱਜ ਇੱਕਦਮ ਤੁਸੀਂ ਚੇਂਜ ਕਰਨ ਦੀ ਕੋਸ਼ਿਸ਼ ਕਰੋਗੇ, ਤੁਹਾਨੂੰ ਮੁੜ ਨਹੀਂ ਦੇਣਾ ਉਹਨੇ ਔਗਣ ਨੇ। ਕਹਿਣਾ ਕਿ ਇੰਨਾ ਟਾਈਮ ਹੋ ਗਿਆ ਤੂੰ ਕਰਦਾ ਪਿਆ, ਹੁਣ ਤੂੰ ਛੱਡਣ ਲਈ ਕਿਉਂ ਵਾਪਸ ਆਉਂਦੇ ਆ। ਉਸ ਟਾਈਮ ਤੇ ਆਪਾਂ ਨਾਮ ਦਾ ਸਹਾਰਾ ਲੈਣਾ। ਪਰਮਾਤਮਾ ਤੋਂ ਆਪਾਂ ਸ਼ਕਤੀ ਪ੍ਰਾਪਤ ਕਰ ਸਕਦੇ ਹਾਂ। ਸਾਡੇ ਕੋਲ ਇੱਕ ਲਾਈਫ ਲਾਈਨ ਹੈਗੀ ਹੈ। ਨਜੋ ਸਾਹਿਬ ਬਹੁਤ ਵਧੀਆ ਗੁਰਪ੍ਰੀਤ ਸਾਹਿਬ, ਬਹੁਤ ਵਧੀਆ। ਹਾਂ, ਕਿਉਂਕਿ ਮੈਂ ਤੁਹਾਨੂੰ ਮੈਂ ਕਹਦਾ, ਮੈਂ ਬੱਚਿਆਂ ਵਾਲਾ ਖੇਲ ਨਹੀਂ ਹੈਗਾ। ਤੁਸੀਂ ਅਨੰਤ ਜਨਮਾਂ ਤੋਂ ਇੱਕ ਕਰਮ ਕਰ ਰਹੇ ਜੋ, ਇੱਕ ਤੁਹਾਡੇ ਚਿੱਤ ਚ ਇੱਕ ਚੀਜ਼ ਬਣ ਚੁੱਕੀ ਹੈ। ਤੁਹਾਡੇ ਰੋਕੇ ਰੁਕਣੀ ਹੋ ਬਣ ਕੇ ਕਿਹਾ ਵਾ, ਜਾਨਤ ਵੀ ਔਗਣ ਕਰੇ। ਜਾਣਦਾ ਹੈ ਫਿਰ ਵੀ ਔਗਣ ਕਰਦਾ, ਚੁੱਕ ਲੈਂਦਾ, ਚੀਜ਼ ਚੱਕ ਲੈ ਆਉਂਦਾ, ਧੋਖਾ ਦੇ ਦਿੰਦਾ, ਹਰ ਕੰਮ ਮਾੜੇ ਕਰਮ ਕਰਦਾ। ਪਰ ਕਿਉਂ ਕਰਦਾ? ਕਿਉਂਕਿ ਅੰਦਰ ਜਿਹੜੀ ਹੈ ਨਾ, ਅੰਦਰ ਉਹ ਚੀਜ਼ ਏਦਾਂ ਦੀ ਬਣ ਚੁੱਕੀ ਹੈ। ਮਜਬੂਰ ਹੋ ਜਾਂਦਾ ਬੰਦੇ ਦੀ ਅਕਲ ਤੇ ਪੜਦਾ ਹੀ ਪੈ ਜਾਂਦਾ, ਕਿਉਂਕਿ ਏਦਾਂ ਤਾਂ ਅੰਦਰ ਉਹਦੇ ਅੰਦਰ ਸਿਸਟਮ ਬਣ ਚੁੱਕਿਆ ਵਾ। ਉਹਦੀ ਵਿਵੇਕ ਖਤਮ ਹੋ ਗਿਆ, ਉਹਨੂੰ ਹੋਸ਼ ਨਹੀਂ ਵਿਚਾਰੇ ਨੂੰ। ਉਹ ਏਦਾਂ ਦਾ ਕਰਮ ਕਰਦਾ ਹੈ। ਉਸ ਟਾਈਮ ਤੇ ਫਿਰ ਕੀ ਕਹਿੰਦਾ ਕਿ ਜਿੱਥੇ ਤੇਰਾ ਕੋਈ ਨਾ ਸਹਾਰਾ ਬਣੂਗਾ, ਤੇ ਤੇਰਾ ਨਾਮ ਸਹਾਰਾ ਬਣੂਗਾ। ਤੇ ਨਾਮ ਦਾ ਦੀਪਕ ਆਪਣੇ ਕੋਲ ਰੱਖੇਗਾ ਨਾ, ਤੈਨੂੰ ਚੁੱਕ ਲਿਆਊਗਾ ਭਵ ਸਾਗਰ। ਕਿ ਨਾਮ 'ਚ ਬਹੁਤ ਸ਼ਕਤੀ ਹੈ, ਕਿ ਨਾਮ ਸੱਚਾ ਵਾ, ਪਰਮਾਤਮਾ ਦਾ ਨਾਮ ਹੈ। ਔਰ ਨਾਮ ਤੁਹਾਡੇ ਅੰਦਰ ਹੈ, ਉਹਨੂੰ ਪ੍ਰਗਟ ਕਰਨਾ ਪੈਣਾ ਤੁਹਾਨੂੰ। ਤੁਸੀਂ ਕਰ ਰਹੇ ਹੋ ਵੈਸੇ ਕਾਫੀ ਸਰੀਰਾਂ ਦੇ ਹੋ ਚੁੱਕਿਆ ਵਾ, ਤੇ ਸ਼ੁਰੂ ਤੇ ਝਟਕੇ ਲੱਗਣੇ ਨੇ। ਸਰੀਰ ਦਰਦ ਕਰੂਗਾ 5-10 ਦਿਨ 15 ਦਿਨ, ਕਿਉਂਕਿ ਸਰੀਰ ਦੇ ਅੰਦਰ ਕੀ ਹੁੰਦਾ ਕਿ ਪ੍ਰਾਣ ਊਰਜਾ ਹੌਲੀ ਹੌਲੀ ਕਰਕੇ, ਜਿੱਦਾਂ ਦੇ ਆਪਾਂ ਮਾੜਾ ਜੀਵਨ ਬਤੀਤ ਕਰਦੇ ਨੇ, ਉਹਦੇ ਨਾਲ ਕੀ ਹੁੰਦਾ ਮੱਧਮ ਪੈ ਜਾਂਦੀ ਹੈ। ਫਿਰ ਉਹਦੇ ਚੱਕਰ ਜਾਮ ਹੋ ਜਾਂਦੇ। ਜਿੱਦਾਂ ਗੱਡੀ ਹੈ ਤੇ ਤੁਸੀਂ 10-15 ਸਾਲ ਨਹੀਂ ਚਲਾਓਗੇ ਤੇ ਮੁੜ ਕੇ ਗੱਡੀ ਇੱਕਦਮ ਥੋੜੀ ਸਟਾਰਟ ਹੋ ਜਾਣੀ, ਉਹਨੂੰ ਸਰਵਿਸ ਕਰਨੀ ਪੈਂਦੀ ਹੈ। ਇਸੇ ਤਰ੍ਹਾਂ ਅਨੰਤ ਜਨਮ ਪਹਿਲਾਂ ਦਾ ਜੋ ਕਾਰਜ ਹੈ ਸਾਡੇ ਅੰਦਰ ਇਕੱਠਾ ਹੋਇਆ, ਉਹਨੂੰ ਇੱਕਦਮ ਨਹੀਂ ਸੈਟਿੰਗ ਕੀਤੀ ਜਾ ਸਕਦੀ, ਉਹਨੂੰ ਥੋੜਾ ਟਾਈਮ ਲੱਗਣਾ ਆਪਾਂ ਨੂੰ। ਇਸ ਲਈ ਤੁਸੀਂ ਲਗਾਤਾਰ ਉਹਨੂੰ ਧਿਆਨ ਸਿਮਰਨ ਦਾ ਤੇਲ ਦੇਈ ਜਾਣਾ ਤੇ ਹੌਲੀ ਹੌਲੀ ਜਿਹੜਾ ਅੰਦਰ ਤੁਹਾਡੇ ਸਮਾਨ ਹੈ ਉਹ ਐਕਟੀਵੇਟ ਹੋ ਜਾਏਗਾ। ਤੇ ਫਿਰ ਉਹਨੇ ਆਪਣੇ ਤੈਨੂੰ ਚੁੱਕ ਦੇਣਾ। ਪਰ ਇੱਕ ਇੰਜਨ ਸਟਾਰਟ ਕੀਤਾ, ਮੁੜ ਕੇ ਮਾੜੇ ਮੋਟੇ ਜਿਹੜੇ ਨੁਕਸ ਹੈਗੇ ਨੇ ਆਪੇ ਠੀਕ ਹੋ ਜਾਣੇ। ਠੀਕ ਹੈ ਜੀ, ਹਾਂਜੀ, ਬਹੁਤ ਵਧੀਆ। ਕੋਸ਼ਿਸ਼ ਕਰਿਆ ਕਰੋ, ਦਿਨੇ ਪਰਹੇਜ਼ ਕਰਿਆ ਕਰੋ। ਹਾਂ, ਚਿੰਤਨ ਨਾ ਕਰਿਆ ਕਰੋ, ਪੁਰਾਣੀਆਂ ਗੱਲਾਂ ਨੂੰ ਨਾ ਚਿੰਤਨ ਕਰਿਆ ਕਰੋ, ਮਾਫ ਕਰ ਦਿਓ, ਐਵੇਂ ਨਾ ਈਰਖਾ ਕਰੀ ਜਾਇਆ ਕਰੋ ਲੋਕਾਂ। ਤੁਸੀਂ ਲੋਕਾਂ ਨੂੰ ਤਾਂ ਪਤਾ ਨਹੀਂ, ਤੁਸੀਂ ਆਪਣੇ ਆਪ ਨੂੰ ਐਵੇਂ ਸਾੜੀ ਜਾਂਦੇ। ਏਦਾਂ ਨਾ ਕਰਿਆ, ਦੁਵੈਸ਼ ਨਾ ਕਰਿਆ ਕਰੋ। ਓਕੇ ਜੀ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰੀਏ।